ਤੇ ਇਸ ਲੈਕਚਰ ਦੇ ਵਿੱਚ ਜਿਹੜੇ ਮੇਨ ਨੁਕਤੇ ਆਪਾਂ ਅੱਜ ਐਡਰੈਸ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸ਼੍ਰੀ ਅਮਰਜੀਤ ਸਿੰਘ ਬੜੈਚ, ਜਿਨ੍ਹਾਂ ਦਾ ਰੇਡੀਓ ਜਰਨਲਿਜ਼ਮ ਦੇ ਵਿੱਚ ਬਹੁਤ ਲੰਬੇ ਸਮੇਂ ਦਾ ਤਜਰਬਾ ਹੈ, ਉਹਨਾਂ ਦਾ ਬਹੁਤ ਸਵਾਗਤ ਕਰਦੀ ਹਾਂ। ਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਖੁਸ਼ਵਿੰਦਰ ਕੁਮਾਰ ਜੀ, ਉਹਨਾਂ ਦਾ ਵੀ ਮੈਂ ਇਸ ਸੈਸ਼ਨ ਦੇ ਵਿੱਚ ਬਹੁਤ ਵੈਲਕਮ ਕਰਦੀ ਹਾਂ। ਤੇ ਇਸ ਤੋਂ ਬਿਨਾਂ ਵੱਖ-ਵੱਖ ਡਿਪਾਰਟਮੈਂਟਸ ਦੇ ਟੀਚਰ ਸਾਡੇ ਨਾਲ ਜੁੜੇ ਹੋਏ ਨੇ ਔਰ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਦਾ ਵੀ ਮੈਂ ਇਸ ਸੈਸ਼ਨ ਦੇ ਵਿੱਚ ਸਵਾਗਤ ਕਰਦੀ ਹਾਂ। ਤੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ ਇਹਦੇ ਨਾਲ ਸੰਬੰਧਿਤ ਜਿਹੜੇ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨਸ ਨੇ, ਡਾਊਟਸ ਨੇ, ਉਹਨਾਂ ਦੇ ਲਈ ਤੁਸੀਂ ਸਾਡਾ ਚੈਟ ਬਾਕਸ ਯੂਜ਼ ਕਰ ਸਕਦੇ ਹੋ ਤੇ ਉਹਦੇ ਵਿੱਚ ਆਪਣੇ ਕੁਐਸਚਨ ਛੱਡ ਸਕਦੇ ਹੋ। ਸੋ ਫੰਡਾਮੈਂਟਲੀ ਜਦੋਂ ਇਹ ਸਬਜੈਕਟ ਦੇ ਉੱਤੇ ਗੱਲ ਕਰਨ ਲਈ ਆਪਾਂ ਇੱਕ ਟੌਪਿਕ ਚੂਜ਼ ਕਰ ਰਹੇ ਸੀਗੇ, ਉਹਦੇ ਵਿੱਚ ਆਪਣਾ ਮੇਨ ਜਿਹੜਾ ਮੋਟਿਵ ਸੀਗਾ, ਅੱਜ ਦੇ ਲੈਕਚਰ ਦਾ ਜਿਹੜਾ ਮੇਨ ਓਬਜੈਕਟਿਵ ਸੀਗਾ, ਉਹਦੇ ਵਿੱਚ 3 ਨੁਕਤੇ ਆਪਾਂ ਦੇਖਣਾ ਚਾਹੁੰਦੇ ਸੀ। ਫਸਟ ਨੁਕਤਾ ਸੀ ਕਿ ਫਰੀडम ਮਿਲਣ ਤੋਂ ਬਾਅਦ ਇੰਡੀਅਨ 1947 ਦੇ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ, ਉਸ ਤੋਂ ਬਾਅਦ ਰੇਡੀਓ ਨੇ ਕਿਸ ਕਿਸਮ ਦਾ ਰੋਲ ਪਲੇ ਕੀਤਾ, ਸਪੈਸ਼ਲੀ ਡਿਵੈਲਪਮੈਂਟ ਕਮਿਊਨੀਕੇਸ਼ਨ ਦੇ ਵਿੱਚ, ਔਰ ਜਿਸ ਤਰ੍ਹਾਂ ਆਪਾਂ ਇੰਡੀਆ ਦੇ ਵਿੱਚ ਅਲੱਗ-ਅਲੱਗ ਆਰਗੇਨਾਈਜੇਸ਼ਨ ਦਾ ਸੈਟਅਪ ਕਰਨ ਦੇ ਵਿੱਚ, ਉਹਨਾਂ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਜਨਰਲ ਪਬਲਿਕ ਤੱਕ ਪਹੁੰਚਾਉਣ ਦੇ ਵਿੱਚ, ਤੇ ਉਸ ਤੋਂ ਬਿਨਾਂ ਜਿਹੜੇ ਵੱਖ-ਵੱਖ ਇੰਸਟੀਚਿਊਟ ਨੇ ਉਹਨਾਂ ਦੇ ਵਿੱਚ ਕਿਸ ਕਿਸਮ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਔਰ ਗੌਰਮੈਂਟ ਨੇ ਰੀਕਨਸਟਰਕਸ਼ਨ ਆਫ ਨੇਸ਼ਨ ਦੇ ਵਿੱਚ ਰੇਡੀਓ ਨੂੰ ਐਜ਼ ਏ ਮੀਡੀਅਮ ਆਫ ਕਮਿਊਨੀਕੇਸ਼ਨ ਕਿਸ ਤਰ੍ਹਾਂ ਨਾਲ ਯੂਜ਼ ਕੀਤਾ, ਦਾ ਹਿਸਟੋਰੀਕਲ ਪਰਸਪੈਕਟਿਵ ਆਫ ਰੇਡੀਓ ਐਜ਼ ਏ ਮਾਸ ਕਮਿਊਨੀਕੇਸ਼ਨ ਮੀਡੀਅਮ। ਸੋ ਦੈਟ ਵਿਲ ਬੀ ਆਵਰ ਫਸਟ ਪੁਆਇੰਟ। ਜਿਹੜਾ ਦੂਸਰਾ ਨੁਕਤਾ ਆਪਾਂ ਇਹਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹਾਂ, ਉਹ ਹੈਗਾ ਕਿ ਰੇਡੀਓ ਦੇ ਜਿਹੜੇ 4 ਮੇਨ ਫੀਲਡ ਨੇ, ਜਿਨ੍ਹਾਂ ਫੀਲਡ ਦੇ ਵਿੱਚ ਆਪਾਂ ਰੇਡੀਓ ਨੂੰ ਯੂਜ਼ ਕੀਤਾ, ਚਾਹੇ ਉਹ ਪਬਲਿਕ ਬ੍ਰੌਡਕਾਸਟਿੰਗ ਮੀਡੀਅਮ ਸੀਗਾ, ਚਾਹੇ ਕਮਿਊਨਿਟੀ ਰੇਡੀਓ ਸੀ, ਚਾਹੇ ਪ੍ਰਾਈਵੇਟ ਰੇਡੀਓ ਅੱਜ ਦੇ ਦੌਰ ਦੇ ਵਿੱਚ ਜਿਹੜਾ ਆਪਾਂ ਯੂਜ਼ ਕਰਦੇ ਹਾਂ। ਉਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਕਿਸ ਕਿਸਮ ਦੀਆਂ ਐਕਟੀਵਿਟੀਜ਼ ਹੋਈਆਂ, ਕਿਸ ਕਿਸਮ ਦੇ ਪ੍ਰੋਗਰਾਮ ਡਿਜ਼ਾਈਨ ਕੀਤੇ ਗਏ, ਐਂਡ ਇੰਟਰਟੇਨਮੈਂਟ ਦੇ ਵਿੱਚ ਕਿਸ ਕਿਸਮ ਦੀਆਂ ਐਕਟੀਵਿਟੀਜ਼ ਹੋਈਆਂ, ਕਿਸ ਕਿਸਮ ਦੇ ਪ੍ਰੋਗਰਾਮ ਡਿਜ਼ਾਈਨ ਕੀਤੇ ਗਏ। ਤੇ ਉਸ ਤੋਂ ਬਿਨਾਂ ਇਨਫੋਰਮੇਸ਼ਨਲ ਤੇ ਐਗਰੀਕਲਚਰ ਬੇਸਡ, ਹੈਲਥ ਬੇਸਡ ਜਿਹੜੇ ਇਸ ਕਿਸਮ ਦੇ ਫੀਲਡ ਨੇ, ਜਿਨ੍ਹਾਂ ਨੂੰ ਆਪਾਂ ਫੰਡਾਮੈਂਟਲੀ ਡਿਵੈਲਪਮੈਂਟਲ ਇਸ਼ੂ ਦੇ ਤੌਰ ਦੇ ਉੱਤੇ 2 ਮੇਨ ਇੰਡੀਕੇਟਰ ਮੰਨਦੇ ਹਾਂ, ਹੈਲਥ ਤੇ ਐਜੂਕੇਸ਼ਨ, ਉਹਦੇ ਵਿੱਚ ਰੇਡੀਓ ਨੇ ਕਿਸ ਕਿਸਮ ਨਾਲ ਆਪਣਾ ਰੋਲ ਪਲੇ ਕੀਤਾ। ਜਿਹੜਾ ਤੀਸਰਾ ਨੁਕਤਾ ਹੈ, ਦੈਟ ਇਜ਼ ਕਿ ਇੰਨਾ ਅਫੋਰਡੇਬਲ ਤੇ ਈਜ਼ੀਲੀ ਐਕਸੈਸਿਬਲ ਮੀਨਸ ਹੋਣ ਦੇ ਕਾਰਨ ਇਹਨੇ ਆਮ ਲੋਕਾਂ ਦੇ ਵਿੱਚ ਪਬਲਿਕ ਓਪੀਨੀਅਨ ਫਾਰਮੇਸ਼ਨ ਦੇ ਵਿੱਚ ਕਿਸ ਕਿਸਮ ਦੀ ਹੈਲਪ ਕੀਤੀ, ਔਰ ਜਿਹੜੀ ਪੋਲੀਟੀਕਲੀ ਲੋਕਾਂ ਦਾ ਬਿਹੇਵੀਅਰ ਸੈੱਟ ਕਰਨ ਦੇ ਵਿੱਚ ਕਿਸ ਕਿਸਮ ਦੀ ਹੈਲਪ ਕੀਤੀ। ਪਰ ਅੱਜ ਜਦੋਂ ਆਪਾਂ ਡਿਜੀਟਲ ਟੈਕਨੋਲੋਜੀ ਦੀ ਗੱਲ ਕਰਨੇ ਆ, ਬਹੁਤ ਸਾਰੇ ਨਵੇਂ ਕਿਸਮ ਦੇ ਕਮਿਊਨੀਕੇਸ਼ਨ ਦੇ ਮੀਡੀਅਮਸ ਆ ਗਏ ਨੇ, ਜਿਹਨੂੰ ਆਪਾਂ ਇਨਫੋਰਮੇਸ਼ਨਲ ਹਾਈਵੇਜ਼ ਬੋਲਦੇ ਹਾਂ। ਉਹਦੇ ਵਿੱਚ ਰੇਡੀਓ ਆਪਣੇ ਆਪ ਨੂੰ ਕਿੱਥੇ ਪਲੇਸ ਕਰਕੇ ਦੇਖ ਰਿਹਾ ਕਿ ਰੇਡੀਓ ਦਾ ਫਿਊਚਰ ਕਿਸ ਕਿਸਮ ਦਾ, ਔਰ ਆਪਣੇ ਜਿਹੜੇ ਵਿਦਿਆਰਥੀ ਨੇ ਉਹ ਇਹਦੇ ਨਾਲ ਕਿਵੇਂ ਇੰਗੇਜ ਕਰ ਸਕਦੇ ਨੇ ਇਸ ਮੀਡੀਅਮ ਦੇ ਨਾਲ, ਉਹਨਾਂ ਦੀਆਂ ਕੈਰੀਅਰ ਅਪਰਚੂਨਿਟੀਜ਼ ਕਿਸ ਕਿਸਮ ਦੀਆਂ ਨੇ, ਜਾਂ ਅਦਰਵਾਈਜ਼ ਵੀ ਉਹ ਜਦੋਂ ਰੇਡੀਓ ਨੂੰ ਜਨਰਲ ਪਬਲਿਕ ਤੱਕ ਆਪਣਾ ਮੈਸੇਜ ਪਹੁੰਚਾਉਣ ਲਈ ਯੂਜ਼ ਕਰਨ ਦਾ ਸੋਚਦੇ ਨੇ, ਤੇ ਉਹ ਕਿਸ ਫਾਰਮੈਟ ਦੇ ਵਿੱਚ ਸੋਚ ਸਕਦੇ ਨੇ। ਸੋ ਇਹ 3 ਨੁਕਤੇ ਨੇ ਜਿਨ੍ਹਾਂ ਦੇ ਉੱਤੇ ਅੱਜ ਦਾ ਜਿਹੜਾ ਮੇਨ ਡਿਸਕਸ਼ਨ ਆਪਣੀ ਬੇਸਡ ਰਹੇਗੀ। ਤੇ ਹੁਣ ਮੈਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਮਾਨਯੋਗ ਸਪੀਕਰ ਨੇ ਉਹਨਾਂ ਦੀ ਫਾਰਮਲ ਇੰਟਰੋਡਕਸ਼ਨ ਲਈ ਮੈਂ ਇਨਵਾਈਟ ਕਰਨਾ ਚਾਹੁੰਦੀ ਹਾਂ ਡਾਕਟਰ ਰੁਪਿੰਦਰ, ਪੰਜਾਬੀ ਡਿਪਾਰਟਮੈਂਟ ਤੋਂ। ਉਹ ਸਾਡੀ ਉਹਨਾਂ ਨਾਲ ਫਾਰਮਲ ਇੰਟਰੋਡਕਸ਼ਨ ਕਰਵਾਉਣਗੇ। ਸ਼ੁਕਰੀਆ ਜੀ। ਮੁਲਤਾਨੀਵਾਲ ਮੋਦੀ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇੱਥੋਂ ਸਿੱਖਿਅਤ ਵਿਦਿਆਰਥੀ ਸਮਾਜ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਂਦੇ ਹਨ ਤੇ ਸਿੱਖੇ ਗਏ ਮੁੱਲ ਪ੍ਰਬੰਧ ਨੂੰ ਅਮਲ ਵਿੱਚ ਲਿਆਉਂਦੇ ਹੋਏ ਇੱਕ ਚੰਗਾ ਸਿਹਤਮੰਦ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਇਹ ਦੋਵੇਂ ਧਾਰਨਾਵਾਂ ਲਈ ਅੱਜ ਦਾ ਇਹ ਸਮਾਗਮ ਪੁਖਤਾ ਪ੍ਰਮਾਣ ਹੈ, ਕਿਉਂਕਿ ਇਸ ਸਮਾਗਮ ਵਿੱਚ ਅਸੀਂ ਆਪਣੇ ਕਾਲਜ ਦੇ ਹੋਣਹਾਰ ਵਿਦਿਆਰਥੀ ਰਹੇ ਸ਼੍ਰੀ ਅਮਰਜੀਤ ਬੜੈਚ ਜੀ ਨਾਲ ਰੂਬਰੂ ਹੋਣ ਜਾ ਰਹੇ, ਜਿਨ੍ਹਾਂ ਨੇ ਨਾ ਕੇਵਲ ਮੀਡੀਆ ਬਲਕਿ ਸਾਹਿਤ, ਪ੍ਰਸ਼ਾਸਨਿਕ ਪੱਧਰ ਤੇ, ਸਮਾਜਿਕ ਪੱਧਰ ਤੇ, ਵੱਖ-ਵੱਖ ਪੱਧਰਾਂ ਤੇ ਆਪਣਾ ਤੇ ਆਪਣੀ ਸੰਸਥਾ ਦਾ ਨਾਮ ਚਮਕਾਇਆ। ਜੇ ਉਹਨਾਂ ਦੇ ਸਿੱਖਿਆ ਦਾ ਸਫ਼ਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਤਾਂ ਉਹਨਾਂ ਨੇ ਇਸ ਸਿੱਖਿਆ ਦੇ ਸਫ਼ਰ ਨੂੰ ਮੁਲਤਾਨੀਮਲ ਮੋਦੀ ਕਾਲਜ ਤੋਂ ਹੀ ਸ਼ੁਰੂ ਕੀਤਾ
अपने इस सफ़र के दौरान वो NSS के बेस्ट वलंटीयर वजों भी कार्यशील रहे तो पंजाबी यूनिवर्सिटी पटियाला ने उन्होंने बेस्ट NSS वलंटीयर वजों सन्मानित भी किया। इस तो उपरंत उन्होंने MA पत्रकारी विषय में पंजाबी यूनिवर्सिटी पटियाला तो की, नाल ही PG डिप्लोमा इन पब्लिक रिलेशन एंड एडवरटाइजिंग जिहड़ा डिप्लोमा वो किया। उस तो बाद पत्रकारी का मुढ़ला सफ़र जदों उन्होंने शुरू होया तो उन्होंने न्यूज़ एडिटर वजों चढ़ती कला अखबार के विच काम किया। नाल ही उन्होंने संपादन किया पंजाबी खबर मैगजीन राजसी वक्त का। रेडियो प्रशासक के तौर पर करीब 32 साल वक्-वक् अहुदियां ते वो कार्यशील रहे। स्टेशन डायरैक्टर वजों आकाशवाणी पटियाला ऑल इंडिया रेडियो तो वो बतौर स्टेशन डायरैक्टर रिटायर हुए, सेवा मुक्त हुए। अपनी इस सर्विस के दौरान उन्होंने खेती, सभ्याचार, खेडा, साहित्य, विज्ञान, तकनोलॉजी और सिक्ख्या प्रबंध जिहे गंभीर और महत्वपूर्ण विषयों उत्ते बहुत सारे जिथे नवे प्रोग्रामों की शुरुआत की, उत्थे बहुत सारे इन्हां नाल जुड़िया महान शख्सियतां या मुलवान जिहड़े विचार रखने लिए कोई व्यक्ति सी समाज या इन्हां खेतरां नाल जुड़े वो साडे नाल सामने लेके आए। रेडियो TV इंटरव्यू करता वजों उन्होंने अपनी एक पहचान समाज के स्थापित की। रेडियो उत्ते उन्होंने मिल्खा सिंह, गुरमीत बावत, दलीप कौर टिवाणा वर्गियां वड्डियां शख्सियतां नूं भी अपने रेडियो के माध्यम राਹੀਂ साडे नाल जोड़िया। लेखक वजों उन्होंने 2 पुस्तकां पंजाबी साहित्य की झोली पाई है पाइयां ने। ये आकाशवाणी है, हुण तुसीं खबरां सुनो, ये 2 टाइटल उन्होंने पुस्तकां दे ने। अजकल वो ग्रुप एडिटर वजों कार्यशील ने ग्लोबल TV के उत्ते। इन्हां तो बिना वक्-वक् पत्रिकावां अखबारां च समकाली भाषा के मसलियां ते वो कालम नवीस वजों भी कार्यशील ने। यह ਤਾਂ ਸੀ ਉਹਨਾਂ ਦੀ ਅਹੁਦਿਆਂ ਦੇ ਵਜੋਂ ਪਛਾਣ, ਪਰ ਇੱਕ ਵਿਅਕਤੀ ਦੇ ਤੌਰ ਤੇ ਜਦੋਂ ਅਹੁਦੇ ਨੂੰ ਨਾ ਦੇਖਦੇ ਹੋਏ ਉਹਨਾਂ ਦੇ ਅੰਦਰਲੇ ਗੁਣਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਗੁਣ ਸਾਹਮਣੇ ਆਉਂਦੇ ਨੇ ਜਿਹੜੇ ਉਹਨਾਂ ਨੂੰ ਦੂਜਿਆਂ ਨਾਲੋਂ ਕਿਤੇ ਨਿਖੇੜਦੇ ਨੇ। ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਦਾ ਪ੍ਰੇਮ ਉਹਨਾਂ ਦੀ ਕਵਿਤਾ ਰਾਹੀਂ ਸਾਡੇ ਕੋਲ ਪਹੁੰਚਦਾ ਜ਼ਾਹਿਰ ਹੁੰਦਾ ਜਦੋਂ ਕਹਿੰਦੇ ਨੇ, ਜਦੋਂ ਬਣੂ ਪੰਜਾਬੀ ਸਾਡੇ हर घर विच परिवार की भाषा, आपे ही बन जानी है यह, वेखो फिर सरकार की भाषा। पेंडू पिछोकड़ जड़ा होने करके पेंडू सभ्याचार वाल उन्हां दा झुकाव कोई लुकिया नहीं। जदों कहते हैं कि सोहणिया शहरा सुण वड़ैच की गल, गल नाल पिंड नूं ला लै तूं, वेखी किंज ये लोटू टोला गिदड़ा वांगू भजदा है। इस तो बिना वो चेतन समाजिक प्राणी के तौर पर अपन वक्-वक् भूमिकावां राਹੀਂ साडे नाल सोशल साइट उत्ते मौजूद रहंदे ने। जदों वो कोई भी गलत जिहड़ी चीज़ समाज के आसे पासे वापरदी वेखदे ने तां उहनूं अपनी फेसबुक टिप्पणी या फोटो के जरिए जिहड़ा वो साडे लई नसीहत के तौर पर साझा करदे ने। कोई एक व्यंगकार नहीं, हास व्यंग उन्हां दा बड़ा ही मशहूर, भूआ दी याद, जे मैं सही कह रहा हां तां रब्बा कर सके को बुढ़ापा, ये भी उन्होंने खूबसूरत रंग है उन्होंने शायरी का। सियासी, समाजिक, धार्मिक, नैतिक ते होर बहुत सारे पक्षों तो उन्होंने वक्-वक् मैगजीनों के अपने विचार साडे नाल सदा ही साझे कीते ने। जिहड़ी वक्री गल उन्होंने बहुत वधिया गल असीं मनदे हां वो ने संवेदनशील व्यक्ति। आम तौर पर वड्डे अहुदियां दे उत्ते काम करदे एक कठोरता जिहड़ी वो एक साडा हिस्सा बन जाती है, पर इन्होंने अपने संवेदनशील व्यक्ति को कितने कितने जिउंदा रखिया। जदों वो कहते हैं घुग पए ने वसदे दिल्ली अते लाहौर, बार्डर उत्ते रोज ही बनते ने शमशान। पंजाब बारे सदा फिक्रमंद रहिंदे ने, खास तौर पर खेती संकट के बारे उन्होंने अपनी कविता, अपने लेखों से, अपने जिहड़े विचारां राहीं सानूं बहुत सारियां अपनियां फिक्रां साझियां कीतियां ने। हुण नहीं जट दमामे मारदा, हुण ते जट है तरले मारदा। पंजाब की असली तस्वीर सामने पेश करने का तहैया उन्होंने साडे सामने किया। कुछ समा वो
ਰੇਡੀਓ ਦੇ ਉੱਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਨਵੇਂ ਟੈਲੈਂਟ ਨੂੰ ਉਭਾਰਨ ਲਈ ਵੀ ਕਾਰਜਸ਼ੀਲ ਰਹੇ। ਬੇਰੁਜ਼ਗਾਰੀ ਤੋਂ ਰੁਜ਼ਗਾਰ ਵੱਲ ਲਾਉਣ ਦਾ ਯਤਨ ਹੈ ਜਿਹੜਾ ਉਹਨਾਂ ਦਾ ਇੱਕ ਮਨਪਸੰਦ ਕਾਰਜ ਮੈਂ ਕਹੂੰਗਾ, ਕਿਉਂਕਿ ਕੁਝ ਸਮਾਂ ਮੈਨੂੰ ਵੀ ਉਹਨਾਂ ਦੇ ਅਧੀਨ ਰੇਡੀਓ 'ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਹਦੇ ਵਿੱਚ ਮੇਰਾ ਇਹ ਅਨੁਭਵ ਸੀ ਕਿ ਉਹਨਾਂ ਨੇ ਸਿੱਖਿਆ ਨੂੰ ਲੈ ਕੇ ਜਾਂ ਰੁਜ਼ਗਾਰ ਪ੍ਰਾਪਤੀ ਦੇ ਲਈ ਬਹੁਤ ਸਾਰੀਆਂ ਇੰਟਰਵਿਊ ਸ਼ੁਰੂ ਕਰਵਾਈਆਂ, ਜਿਹਦੇ ਵਿੱਚ ਕੁਮਾਰ ਅਮਿਤ ਜਿਹੜੇ DC ਨੇ ਪਟਿਆਲਾ ਦੇ, ਸਰਦਾਰ ਮਨਦੀਪ ਸਿੱਧੂ ਜਿਹੜੇ ਕਿ SSP ਨੇ, ਜਾਂ ਇੰਸਪੈਕਟਰ ਤਰਨਦੀਪ ਕੌਰ, ਜਿਹੀਆਂ ਬਹੁਤ ਸਾਰੀਆਂ ਉਹ ਸ਼ਖਸੀਅਤਾਂ ਜਿਹੜੀਆਂ ਨੌਜਵਾਨ ਨੇ, ਜਿਹੜੀਆਂ ਪ੍ਰੇਰਨਾ ਦੇ ਸਕਦੀਆਂ ਨੇ ਸਾਡੇ ਨੌਜਵਾਨਾਂ ਨੂੰ, ਉਹਨਾਂ ਨੂੰ ਇੰਟਰਵਿਊ ਕੀਤਾ ਤੇ ਇਹ ਸਿਲਸਿਲਾ ਜਾਰੀ ਰੱਖਿਆ ਤੇ ਬਹੁਤ ਸਾਰੇ ਨਵੇਂ ਅਨਾਉਂਸਰ ਨੂੰ ਰੁਜ਼ਗਾਰ ਹੈ ਜਿਹੜਾ ਉਹ ਦਿੱਤਾ। ਤਾਂ ਇਸ ਤੋਂ ਇਲਾਵਾ ਉਹ ਵਾਤਾਵਰਨ ਪ੍ਰੇਮੀ ਨੇ। ਭੁਚਾਲ ਹੋਵੇ, ਸੋਕਾ, ਖੇਤੀਬਾੜੀ, ਕੀਟਨਾਸ਼ਕਾਂ ਦੀ ਘੱਟ ਵਰਤੋਂ ਹੋਵੇ, ਘਟਦਾ ਪਾਣੀ ਦਾ ਪੱਧਰ ਹੋਵੇ, ਜਾਂ ਸਹਿਕਾਰੀ ਧੰਦੇ ਹੋਣ, ਉਹ ਖੁਦ ਦਿਲਚਸਪੀ ਲੈਂਦੇ ਨੇ ਖੇਤੀਬਾੜੀ ਨਾਲ ਜੁੜੇ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਤੇ ਪੰਜਾਬ ਬਾਰੇ ਫਿਕਰ ਹੋਣ ਕਰਕੇ। ਤਾਂ ਉਹਨਾਂ ਦਾ ਵਾਤਾਵਰਨ ਪ੍ਰੇਮ ਸਾਨੂੰ ਜਗ ਜ਼ਾਹਰ ਹੋ ਜਾਂਦਾ ਹੈ। ਮਿਲਾਪੜੇ ਸੁਭਾਅ ਦੇ ਨੇ, ਹਸਮੁਖ ਨੇ, ਮਿੱਠ ਬੋਲੜੇ ਨੇ, ਪ੍ਰੇਰਨਾਦਾਇਕ ਨੇ, ਸਦਾ ਹੱਲਾਸ਼ੇਰੀ ਦਿੰਦੇ ਨੇ, ਨਵੇਂ ਕੰਮਾਂ ਨੂੰ, ਨਵੇਂ ਕਾਰਜਾਂ ਨੂੰ ਸ਼ੁਰੂਆਤ ਦੇਣ ਲਈ, ਨਵੇਂ ਰਾਹਾਂ ਦੀ ਖੋਜ ਖੁਦ ਵੀ ਖੋਜਦੇ ਨੇ ਤੇ ਆਪਣੇ ਅਧੀਨ ਕੰਮ ਕਰਨ ਵਾਲੇ ਕਰਮੀਆਂ ਨੂੰ ਵੀ ਇਹ ਰਾਹਾਂ ਤੇ ਚੱਲਣ ਦੀ ਪ੍ਰੇਰਨਾ ਦਿੰਦੇ ਨੇ। ਸ਼ਬਦਾਂ ਦੇ ਅਰਥਾਂ ਨੂੰ ਜਿਉਣਾ ਜਾਣਦੇ ਨੇ, ਵਿਗਿਆਨਕ ਦ੍ਰਿਸ਼ਟੀਕੋਣ ਦੇ ਸਦਾ ਹੀ ਧਾਰਨੀ ਨੇ। ਇਹਨਾਂ ਦੇ ਪ੍ਰੋਗਰਾਮਾਂ ਰਾਹੀਂ ਸਾਨੂੰ ਇਹਨਾਂ ਕੋਲ ਸ਼ਬਦਾਵਲੀ ਦਾ ਜੋ ਅਥਾਹ ਭੰਡਾਰ ਹੈ ਉਹਦਾ ਸਾਨੂੰ ਪਤਾ ਲੱਗਦਾ। ਸੋ ਲਾਸਟ ਤੇ ਮੈਂ ਉਹਨਾਂ ਦਾ ਇੱਕ ਹੋਰ ਜਿਹੜਾ ਵਧੀਆ ਗੁਣ ਸਾਡੇ ਸਨਮੁਖ ਹੁੰਦਾ ਉਹ ਹੈ ਕਿ ਸਮਾਜਿਕ ਨਿਜ਼ਾਮ 'ਚ ਦੱਬੇ ਲੋਕਾਂ ਦੇ ਹੱਕਾਂ 'ਚ ਖੜਨ ਦਾ ਉਹ ਦਮਖਮ ਰੱਖਦੇ ਨੇ। ਜਦੋਂ ਉਹ ਕਹਿੰਦੇ ਨੇ ਹਲ ਅਤੇ ਹੱਕ ਰਾਹੀਂ, ਚਾਹੇ ਉਹਨਾਂ ਦੀ ਕਵਿਤਾ ਵਿਕਾਸ ਹੈ ਜਿਹਦੇ 'ਚ ਉਹ ਕਹਿੰਦੇ ਨੇ, ਬਾਰੂ ਸੀਰੀ ਸੀ ਸਾਡੇ ਨਾਲ ਜਦੋਂ ਮੈਂ ਬਾਲ ਹੁੰਦਾ ਸੀ, ਮੈਂ ਵੱਡਾ ਹੋ ਗਿਆ, ਅਫਸਰ ਬਣ ਗਿਆ ਹਾਂ, ਹੁਣ ਬਾਰੂ ਬੁੱਢਾ ਹੋ ਗਿਆ, ਬਾਰੂ ਦਾ ਮੁੰਡਾ ਸਾਡੇ ਨਾਲ ਹੁਣ ਸੀਰੀ ਹੈ। ਇਹ ਤੋਂ ਬਿਨਾਂ ਵੀ ਉਹ ਹੱਕ ਰਾਹੀਂ ਗੱਲ ਕਰਦੇ ਨੇ। ਜਦੋਂ ਹਲਾਂ ਦੇ ਮੁੱਠਿਆਂ ਤੇ ਰੱਖੇ ਹੱਥ ਅਟਣਾ ਤੋਂ ਤੰਗ ਹੋ ਜਾਂਦੇ ਨੇ, ਤਾਂ ਉਹ ਹਲ ਸੁੱਟ ਦਿੰਦੇ ਨੇ ਤੇ ਹਥਿਆਰ ਚੁੱਕ ਲੈਂਦੇ ਨੇ। ਜੋ ਮੁੜ ਕਦੇ ਹਲ ਨਹੀਂ ਫੜਦੇ, ਗਲਮੇ ਫੜਦੇ ਨੇ ਤੇ ਨਾਰਾ ਲਾਉਂਦੇ ਨੇ, ਇਨਕਲਾਬ ਜ਼ਿੰਦਾਬਾਦ। ਹੱਥ ਪਹਿਲਾਂ ਹੱਕ ਮੰਗਦੇ ਨੇ, ਪਰ ਜਦੋਂ ਹੱਕ ਮੰਗਿਆ ਨਹੀਂ ਮਿਲਦੇ ਤਾਂ ਫਿਰ ਖੋਹ ਲਏ ਜਾਂਦੇ ਨੇ। ਸੋ ਅੱਜ ਉਹਨਾਂ ਦਾ ਅਨੁਭਵ ਅਸੀਂ ਖੋਣ ਜਾ ਰਹੇ ਹਾਂ, ਕਿਉਂਕਿ ਇਹ ਹੱਕ ਹੈ ਸਾਡਾ, ਸਾਡੇ ਵਿਦਿਆਰਥੀ ਨੇ, ਸਾਡੇ ਇਸ ਸਮਾਜ ਦੀ ਅਜ਼ੀਮ ਸ਼ਖਸੀਅਤ ਨੇ। ਉਹਨਾਂ ਦਾ ਬਹੁਤ ਬਹੁਤ ਸਵਾਗਤ। ਓਵਰ ਟੂ ਡਾਕਟਰ ਕੁਲਦੀਪ। ਬਹੁਤ ਬਹੁਤ ਧੰਨਵਾਦ ਡਾਕਟਰ ਰੁਪਿੰਦਰ। ਉਹਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਜਿੰਨੇ ਸੋਹਣੇ ਸ਼ਬਦਾਂ ਦੇ ਨਾਲ ਸਾਡੀ ਸ਼ਖਸੀਅਤ ਨੂੰ ਲੈ ਕੇ ਆਉਂਦਾ ਸਾਡੇ ਅੱਗੇ। ਮੈਨੂੰ ਉਮੀਦ ਹੈ ਕਿ ਸਟੂਡੈਂਟ ਸਿਰਫ ਇਹ ਨਹੀਂ ਸਿੱਖਣਗੇ ਕਿ ਵਿਗਿਆਨਿਕ ਤੌਰ ਦੇ ਉੱਤੇ ਰੇਡੀਓ ਦੀ ਫੰਕਸ਼ਨੈਲਿਟੀ ਕਿਸ ਕਿਸਮ ਦੀ ਹੈ ਜਾਂ ਉਹਦੀ ਜਿਹੜੀਆਂ ਟੈਕਨੀਕਲ ਸਪੈਸੀਫਿਕੇਸ਼ਨਸ ਕੀ ਨੇ, ਉਹਦੇ ਨਾਲ ਨਾਲ ਉਹ ਇਹ ਵੀ ਸਿੱਖਣਗੇ ਕਿ ਜਦੋਂ ਅਸੀਂ ਰੇਡੀਓ ਦੇ ਲਈ ਇੱਕ ਪ੍ਰੋਗਰਾਮ ਡਿਜ਼ਾਈਨ ਕਰਦੇ ਹਾਂ ਤਾਂ ਉਹਦੇ ਪਿੱਛੇ ਸਾਡੀ ਵਿਜ਼ਨ ਕੀ ਕੰਮ ਕਰਦੀ ਹੈ। ਅਸੀਂ ਆਪਣੇ ਲੋਕਾਂ ਬਾਰੇ, ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਬਾਰੇ ਜਿਹੜੇ ਬਿਲਕੁਲ ਪੇਂਡੂ ਖੇਤਰਾਂ ਦੇ ਵਿੱਚ ਰਹਿ ਰਹੇ ਨੇ, ਦਿਹਾਤੀ ਖੇਤਰਾਂ ਨਾਲ ਬਿਲੋਂਗ ਕਰਦੇ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਦੇਣ ਲਈ ਆਪਣੇ ਕੋਲ ਕੀ ਹੈ, ਆਪਣੇ ਕੋਲ ਕਿਸ ਕਿਸਮ ਦੀ ਵਿਜ਼ਨ ਹੈ। ਆਪਾਂ ਉਹਨਾਂ ਦੀ ਜਿਹੜੀ ਲਾਈਫ ਹੈ ਉਹਦੇ ਵਿੱਚ ਮਤਲਬ ਚੇਂਜ ਲਿਆਉਣ ਲਈ, ਜਾਂ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮਸ ਨੇ, ਉਹਨਾਂ ਦੀਆਂ ਜਿਹੜੀਆਂ ਇਕਨੋਮਿਕ ਇਨਸਿਕਿਉਰਿਟੀਜ਼ ਨੇ, ਉਹਨਾਂ ਨੂੰ ਐਡਰੈਸ ਕਰਨ ਦੇ ਲਈ ਆਪਾਂ ਕਿਸ ਕਿਸਮ ਨਾਲ ਉਹਨਾਂ ਦੀ ਜਿਹੜੀ ਜ਼ੁਬਾਨ ਬਣ ਕੇ ਰੇਡੀਓ ਦੇ ਉੱਤੇ ਪ੍ਰੋਗਰਾਮ ਪ੍ਰੈਜ਼ੈਂਟ ਕਰ ਸਕਦੇ ਹਾਂ। ਸੋ ਮੈਨੂੰ ਬਹੁਤ ਹੀ ਮਾਣ ਹੈ ਕਿ ਅੱਜ ਅਸੀਂ ਇੱਦਾਂ ਦੀ ਇੱਕ ਸ਼ਖਸੀਅਤ ਦੇ ਨਾਲ ਗੱਲ ਕਰਨ ਜਾ ਰਹੇ ਹਾਂ। ਅਤੇ ਹੁਣ ਮੈਂ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਖੁਸ਼ਵਿੰਦਰ ਕੁਮਾਰ ਜੀ ਨੂੰ ਬੇਨਤੀ ਕਰਾਂਗੀ ਕਿ ਪਲੀਜ਼ ਸਰ ਤੁਸੀਂ ਸਾਡੇ ਨਾਲ ਜੁੜੋ ਅਤੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ऑडियो नहीं आ रही डॉक्टर साहब जी। हरचंद सर तुम्हारी आवाज नहीं आ रही, अनम्यूट कर लो जी। Thank you very much, Dr. Kuldeep and Dr. Rupinder.
ਰੋਹਿਤ ਪਲੀਜ਼ ਚੈੱਕ ਕਰਿਓ, ਵੋਲਿਊਮ ਬਹੁਤ ਘੱਟ ਸੀ ਕੁਲਦੀਪ ਦੇ ਟਾਈਮ ਵੀ ਤੇ ਰੁਪਿੰਦਰ ਦੇ ਟਾਈਮ ਵੀ, ਪਲੀਜ਼ ਚੈੱਕ ਕਰ ਲਿਓ। ਸਰ ਸਰ, ਉਹ ਠੀਕ ਹੋ ਗਿਆ दोनों ਜੀ, ठीक है। ठीक है, बड़ी आवाज प्रॉपर आ रही है सर। ਰਾਈਟ ਜੀ, ਰਾਈਟ, ਥੈਂਕ ਯੂ ਜੀ। ਬੜੀ ਮਾਣ ਭਰੀ ਖੁਸ਼ੀ ਲੈ ਰਹੇ ਹਾਂ ਅੱਜ ਦੇ ਵਕਤਾ ਸਾਡੇ ਆਪਣੇ ਅਮਰਜੀਤ ਸਿੰਘ ਵੜੈਚ ਜੀ ਨੂੰ अच्छा, ਉਹਨਾਂ ਦੇ ਆਪਣੇ ਅਦਾਰੇ ਦੇ ਵਿੱਚ ਜੀ ਆਇਆਂ ਕਹਿਣ ਸਮੇਂ ਮੈਂ ਯਾਦ ਕਰ ਰਿਹਾ ਸੀ ਜਦੋਂ 골ਡਨ ਜੁਬਲੀ ਸਮਾਰੋਹ ਸੀ ਸਾਡੇ, ਉਹਨਾਂ ਦੇ ਵਿੱਚ ਸ਼ਾਮ ਦੇ ਸਮੇਂ ਕਵੀ ਦਰਬਾਰ ਦੇ ਵਿੱਚ ਉਸ ਦਿਨ ਅਸੀਂ ਉਸ ਦੀ ਪ੍ਰਧਾਨਗੀ ਲਈ ਬੇਨਤੀ ਕੀਤੀ ਸੀ ਸੁਰਜੀਤ ਪਾਤਰ ਜੀ ਨੂੰ, ਤੇ ਉਹ ਇੱਕ ਸਰਕਾਰੀ ਪ੍ਰੋਗਰਾਮ ਦੇ ਵਿੱਚ ਆਨੰਦਪੁਰ ਸਾਹਿਬ ਸੀ, ਪਰ ਉਹਨਾਂ ਨੇ ਸਾਨੂੰ ਮਨਾ ਨਹੀਂ ਕੀਤਾ। ਪਰ ਉਹ ਨਾ ਮਨਾ ਕਰਨਾ ਸਾਨੂੰ ਇੰਨਾ ਕੁ ਬਾਅਦ ਦੇ ਵਿੱਚੋਂ ਪਿਆ ਕਿ ਉਹ ਲਗਭਗ 2 ਘੰਟੇ ਲੇਟ ਸਾਡੇ ਕੋਲ ਪਹੁੰਚੇ। ਤੇ ਮੈਨੂੰ ਯਾਦ ਹੈ ਉਸ ਸਮੇਂ ਪ੍ਰੋਫੈਸਰ ਬਲਵੀਰ ਸਿੰਘ ਉਹਨਾਂ ਨੇ ਤੇ ਵੜੈਚ ਸਾਹਿਬ ਉਹਨਾਂ ਨੇ ਜਿਸ ਢੰਗ ਨਾਲ ਸਾਡੇ ਬਾਕੀ ਕਵੀਆਂ ਨੂੰ ਇਨਵੋਲਵ ਰੱਖਿਆ, ਉਸ ਸਮੇਂ ਦੀ ਵਧੀਆ ਢੰਗ ਨਾਲ ਵਰਤੋਂ ਕੀਤੀ, ਉਹ ਆਪਣੇ ਆਪ ਦੇ ਵਿੱਚ ਇੱਕ ਉਮਦਾ ਉਦਾਹਰਨ ਸੀ। ਮੈਂ ਇੱਥੇ ਇਹ ਗੱਲ ਵੀ ਕਬੂਲ ਕਰਾਂ ਕਿ ਵੜੈਚ ਸਾਹਿਬ ਦੇ ਅੰਦਰਲਾ ਕਵੀ ਮੈਂ ਸ਼ਾਇਦ ਉਦੋਂ ਪਹਿਲੀ ਵਾਰ ਦੇਖਿਆ। ਮੈਂ ਇੱਥੇ ਦਾ ਮਤਲਬ ਇਹ ਵੀ ਹੈ ਕਿ ਮੈਂ ਕਾਫੀ ਸਮੇਂ ਤੋਂ ਸ਼ਾਇਦ ਤੁਹਾਡੇ ਪ੍ਰੋਗਰਾਮ ਨਹੀਂ ਸੁਣ ਰਿਹਾ ਸੀ। ਜਿਸ ਸਮੇਂ ਰੁਪਿੰਦਰ ਜਾਣ ਪਹਿਚਾਣ ਕਰਵਾ ਰਿਹਾ ਸੀ ਵੜੈਚ ਸਾਹਿਬ ਦੀ, ਉਹਨਾਂ ਦੇ ਪ੍ਰੋਗਰਾਮਾਂ ਦੀ, ਉਹਨਾਂ ਦੀਆਂ ਕਿਤਾਬਾਂ ਦੀ, ਤਾਂ ਟਾਈਟਲ ਜਿਹੜਾ ਇਹ ਆਕਾਸ਼ਵਾਣੀ ਹੈ, ਇਹ ਸ਼ਬਦ ਇੰਨਾ ਕਹਿਣਾ ਹੀ ਸਾਡੀ ਪੀੜ੍ਹੀ ਦੇ ਰੋਮ ਖੜੇ ਕਰ ਦਿੰਦਾ ਹੈ, ਇਹ ਆਕਾਸ਼ਵਾਣੀ ਹੈ। ਅੱਜ ਦੀ ਜਨਰੇਸ਼ਨ ਨੂੰ ਸ਼ਾਇਦ ਇਹ ਅਜੀਬ ਲੱਗਦਾ ਹੋਵੇ ਕਿ ਰੇਡੀਓ ਕਿਹੜੇ ਸਮੇਂ ਦੀ ਬਾਤ ਹੈ ਤੇ ਕਿਉਂ ਇਹਦੀ ਬਾਤ ਪਾਉਣ ਲੱਗੇ ਨੇ, ਪਰ ਰੁਪਿੰਦਰ ਨੇ ਬਾਖੂਬੀ ਮੇਰਾ ਖਿਆਲ ਉਹ ਥੋੜ੍ਹਾ ਜਿਹਾ ਜਾਣ ਪਛਾਣ ਦੇ ਵਿੱਚ ਹੀ ਦੱਸਿਆ, ਤੇ ਥੋੜ੍ਹੇ ਮਿੰਟਾਂ ਬਾਅਦ ਹੀ ਤੁਹਾਨੂੰ ਟਿਵਾਣਾ ਸਾਹਿਬ ਇਹਦੇ ਤੋਂ ਵਾਬਸਤਾ ਕਰਨਗੇ ਕਿ ਕੋਈ ਵੀ, ਮੈਨੂੰ ਲੱਗਦਾ ਹੈ ਉਹ ਨੇਸ਼ਨ ਜਿਹਦਾ ਜਨ ਸੰਚਾਰ ਮਾਧਿਅਮ ਸਾਰੀਆਂ ਵਲਗਣਾਂ ਵੰਡਾਂ ਵਖਰੇਵਿਆਂ ਨੂੰ ਇੱਕ ਪਾਸੇ ਰੱਖਦਾ ਹੋਇਆ ਜਨ ਸਮੂਹ ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਸਮਾਜਿਕ ਤੇ ਸੱਭਿਆਚਾਰਕ ਮਸਲਿਆਂ ਨੂੰ ਸੁਹਿਰਦ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਲਿਆਉਣ ਲਈ ਦੀਆਂ ਕੋਸ਼ਿਸ਼ਾਂ ਕਰਦਾ ਹੈ, ਤਾਂ ਮੇਰੇ ਖਿਆਲ ਦੇ ਵਿੱਚ ਉਹ ਨੇਸ਼ਨ ਆਪਣੇ ਆਪ ਦੇ ਵਿੱਚ ਇੱਕ ਉਮਦਾ ਉਦਾਹਰਨ ਬਣਦੀ ਹੈ ਡੈਮੋਕ੍ਰੇਸੀ ਦੀ। ਜਾਂ ਇਹ ਕਹਾਂ ਕਿ ਮੈਂ ਕਿ ਕਿਸੇ ਵੀ ਡੈਮੋਕ੍ਰੇਸੀ ਦੇ ਸਿਹਤਮੰਦ ਹੋਣ ਦਾ ਇੱਕ ਪੈਮਾਨਾ ਮੇਰੇ ਖਿਆਲ ਦੇ ਵਿੱਚ ਜਨ ਸੰਚਾਰ ਮਾਧਿਅਮਾਂ ਦਾ ਆਜ਼ਾਦ ਹੋਣਾ, ਨਿਰਪੱਖ ਹੋਣਾ, ਇਹ ਵੀ ਮੇਰੇ ਖਿਆਲ ਦੇ ਵਿੱਚ ਉਸ ਦਾ ਇੱਕ ਪੈਮਾਨਾ ਹੋ ਸਕਦਾ ਹੈ। ਮੈਂ ਇਸ ਵਿਸ਼ੇ ਦਾ ਮਾਹਰ ਨਹੀਂ, ਮੈਂ ਸਿਰਫ ਟਿਵਾਣਾ ਸਾਹਿਬ, ਵੜੈਚ ਸਾਹਿਬ ਸਾਡੇ ਆਪਣੇ ਨੇ, ਮੇਰੇ ਨਾਮ ਯਾਦ ਆ ਰਹੇ ਸੀ ਇੱਕ ਦੋ ਕੁ, ਇੱਥੇ ਹੀ ਰੇਡੀਓ ਸਟੇਸ਼ਨ ਤੋਂ ਤੇ ਕੰਮ ਕਰਦੇ ਰਹੇ ਟਿਵਾਣਾ ਸਾਹਿਬ ਇਹਨਾਂ ਦੇ ਸਹਿਯੋਗੀ ਰਹੇ ਹੈ। ਡਾਕਟਰ ਰੁਪਿੰਦਰ ਜੋ ਸਾਡੀ ਫੈਕਲਟੀ 'ਚ ਨੇ, ਉਹਨਾਂ ਨੇ ਵੀ ਇਹਨਾਂ ਦੇ ਨਾਲ ਕੰਮ ਕੀਤਾ, ਤੇ ਕਿਸੇ ਸਮੇਂ ਜਿਹੜੀ ਮਾਸ ਅਪੀਲ ਹੈ, ਜਨ ਸੰਚਾਰ ਲੋਕਾਂ ਤੱਕ ਪਹੁੰਚਣ ਦਾ ਜਿਹੜਾ ਮਾਧਿਅਮ ਹੈ, ਉਹ ਇਸ ਹੱਦ ਤੱਕ ਸੀ ਰੇਡੀਓ ਕਿ ਮੈਨੂੰ ਯਾਦ ਹੈ ਆਲ ਇੰਡੀਆ ਰੇਡੀਓ ਜਲੰਧਰ ਤੋਂ ਰਸ਼ਮੀ ਖੁਰਾਨਾ ਇੱਕ ਬਹੁਤ ਵੱਡਾ ਨਾਮ ਸੀ, ਜੋ ਸਾਡੀ ਪੀੜ੍ਹੀ ਲਈ ਤੇ ਅੱਜ ਦੀ ਪੀੜ੍ਹੀ ਲਈ ਵੀ ਸਿਲਵਰ ਸਕਰੀਨ ਦੇ ਜਿਹੜੇ ਬਹੁਤ ਵੱਡੇ ਕਿਰਦਾਰ ਜਿਨ੍ਹਾਂ ਨੂੰ ਦੇਖਣਾ ਸ਼ਾਇਦ ਨੌਜਵਾਨ ਪੀੜ੍ਹੀ ਹਮੇਸ਼ਾ ਹੀ ਲੋਚਦੀ ਰਹੀ ਹੈ, ਉਹ ਪੀੜ੍ਹੀ ਲਈ ਕਰੇਜ਼ ਇਹ ਹੁੰਦਾ ਸੀ ਕਿ ਜੀ ਅਸੀਂ ਰੇਡੀਓ ਤੇ ਇੰਟਰਵਿਊ ਕਰਵਾਉਣੀ ਹੈ, ਤੇ ਕਰਵਾਉਣੀ ਤਾਂ ਹੈ ਜੇ ਸਾਡੀ ਇੰਟਰਵਿਊ ਰਸ਼ਮੀ ਖੁਰਾਨਾ ਕਰਨਗੇ। ਮੈਂ ਸੰਬੰਧ ਜੋੜਨ ਦੀ ਕੋਸ਼ਿਸ਼ ਕਰ ਰਿਹਾ ਕਿ ਆਮ ਤੌਰ ਤੇ ਵਿਦਿਆਰਥੀਆਂ ਲਈ ਜਿਹੜੇ ਹੀਰੋ ਬਣ ਕੇ ਉੱਭਰੇ ਹੁੰਦੇ ਨੇ, ਮੈਂ ਹੀਰੋ ਥੋੜਾ ਰਿਜ਼ਰਵੇਸ਼ਨ ਨਾਲ ਕਹਿ ਰਿਹਾ ਹੈਗਾ ਕਿਉਂਕਿ ਸਾਨੂੰ ਸਿੱਖਿਆ ਵਾਲਿਆਂ ਨੂੰ ਕੁਝ ਹੋਰ ਤਰ੍ਹਾਂ ਦੇ ਹੀਰੋ ਜਿਹੜੇ ਹੈ ਤਸੱਵਰ 'ਚ ਜ਼ਿਆਦਾ ਹੁੰਦੇ ਨੇ। ਸਿਹਤਮੰਦ ਸਮਾਜ ਦੀ ਨਿਸ਼ਾਨੀ ਅਸੀਂ ਕੁਝ ਹੋਰ ਤਰ੍ਹਾਂ ਦੇ ਹੀਰੋਆਂ ਨੂੰ ਮੰਨਦੇ ਹਾਂ, ਪਰ ਤਰਾਸਦੀ ਹੈ ਕਿ ਕੁਝ ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ, ਪਰ ਉਹਨਾਂ ਦੇ ਵੀ ਆਪਣੇ ਤੁਹਾਡੇ ਤੱਕ ਪਹੁੰਚਣ ਲਈ ਉਹਨਾਂ ਦੀ ਡਿਪੈਂਡੈਂਸ ਕਾਹਦੇ ਤੇ ਰਹਿੰਦੀ ਹੈ, ਉਹ ਕਿਸੇ ਸਮੇਂ ਰੇਡੀਓ ਮਾਧਿਅਮ ਸੀ, ਤੇ ਸ਼ਾਇਦ ਅੱਜ ਇਹ ਫੇਰ ਪੂਰਾ ਚੱਕਰ ਕੱਟ ਕੇ ਦੁਬਾਰਾ ਫੇਰ ਰੇਡੀਓ ਆਪਣੀ ਉਸ ਤਰ੍ਹਾਂ ਦੀ ਹਾਲਤ ਦੇ ਵਿੱਚ
FM ਰੇਡੀਓ ਦੇ ਤੌਰ ਤੇ ਪ੍ਰਾਈਵੇਟ ਚੈਨਲਸ ਦੇ ਮਾਧਿਅਮ ਰਾਹੀਂ ਪਹੁੰਚ ਰਿਹਾ ਹੈ। सो मैं मेरे जहन च आ रहे सी देहाती प्रोग्राम, फौजी भाइयों के लिए, नाले गल्लां नाले गीत, युवा वाणी, उत्तम खेती, भाव कोई भी अजिहा मेरे ख्याल दे विच खेतर नहीं सी जिस दी प्रफुल्लता दे विच, जिस नूं लोकां तक पहुंचाउण दे विच, जिस दे राहीं लोकां दे अपने खदशे अपनियां उम्मीदां सरकारां तक पहुंचाउण दे विच ਸਮੇਂ ਦੇ ਰੇਡੀਓ ਨੇ ਕੰਮ ਨਾ ਕੀਤਾ ਹੋਵੇ। ਇੱਕ ਗੀਤ ਬੜਾ ਮਕਬੂਲ ਹੋਇਆ ਸੀ ਤੇ ਉਹ ਗੀਤ ਮੈਂ ਇੱਕ ਤਾਂ ਕਿਹਾ ਕਿ ਉਹਨੂੰ ਇੱਕਦਮ ਬੋਲਦੇ ਆ ਸ਼ਾਇਦ ਸਾਰੀ ਅੱਜ ਦੀ ਜਨਰੇਸ਼ਨ ਵੀ ਆਇਡੈਂਟੀਫਾਈ ਕਰੂਗੀ ਉਹਦੇ ਨਾਲ, ਜਦੋਂ ਸਾਡੀ ਨੇਸ਼ਨ ਇੱਕ ਔਖੇ ਸਮੇਂ ਚੋਂ ਲੰਘ ਰਹੀ ਸੀ ਤੇ ਉਹ ਗੀਤ ਵੀ ਸਾਡੇ ਰਾਹੀਂ ਜੇ ਪਹੁੰਚਿਆ ਸੀ, ਉਸ ਸਮੇਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਉਹਨੂੰ ਸੁਣ ਰਹੇ ਸੀ ਤੇ ਇੱਕ ਪਿੰਡ ਦੇ ਵਿੱਚ ਬੈਠਾ ਇੱਕ ਆਮ ਇਨਸਾਨ ਵੀ ਸੁਣ ਰਿਹਾ ਸੀ, ਐ ਮੇਰੇ ਵਤਨ ਕੇ ਲੋਕੋ। ਤੇ ਉਹ ਉਸ ਆਵਾਜ਼ ਵੀ ਤੇ ਉਸ ਅਪੀਲ ਦਾ ਅਸਰ ਸੀ ਕਿ ਸ਼ਾਇਦ ਅੱਜ ਤੱਕ ਵੀ ਜਦੋਂ ਮੈਂ ਇਹ ਗਾਣਾ ਸੁਣਦਾ ਮੇਰੀਆਂ ਅੱਖਾਂ ਸਲਾਬੀਆਂ ਜਾਂਦੀਆਂ ਨੇ। ਸੋ ਇਹ ਅਪੀਲ ਜਨ ਸੰਚਾਰ ਮਾਧਿਅਮ ਦੀ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਜਨ ਟੁੱਟ ਗਿਆ ਜਾਂ ਸੰਚਾਰ ਟੁੱਟ ਗਿਆ ਜਾਂ ਮਾਧਿਅਮ ਸੰਜੀਦਾ ਨਹੀਂ ਰਹੇ, ਵੱਡੇ ਪ੍ਰਸ਼ਨ ਨੇ, ਮਸਲੇ ਨੇ। ਮੈਨੂੰ ਉਮੀਦ ਹੈ ਕਿ ਇਹਨਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵਾਰਤਾ ਦੇ ਵਿੱਚ ਅਮਰਜੀਤ ਸਿੰਘ ਵੜੈਚ ਜੀ ਤੋਂ ਜ਼ਰੂਰ ਮਿਲ ਜਾਣਗੇ। ਮੈਂ ਨਾਲ ਵੜੈਚ ਸਾਹਿਬ ਗੋਲਡਨ ਜੁਬਲੀ ਸਮਾਰੋਹ ਜੀ ਦਾ ਮੈਂ ਜ਼ਿਕਰ ਕਰ ਰਿਹਾ ਸੀ। ਜੇ ਤੁਹਾਨੂੰ ਯਾਦ ਹੈ ਤਾਂ ਆਪਣਾ ਉਸ ਦਿਨ ਦੁਪਹਿਰ ਦਾ, ਸਵੇਰ ਦਾ ਤੇ ਸ਼ਾਮ ਦੇ ਫੰਕਸ਼ਨ ਦੇ ਵਿੱਚ ਕਾਫੀ ਸਾਰਾ ਵਕਫਾ ਸੀ ਤੇ ਉਸ ਸਮੇਂ ਦੇ ਵਿੱਚ ਤੁਸੀਂ ਇੱਕ ਗੱਲ ਸਾਂਝੀ ਕੀਤੀ ਸੀ ਕਿ ਆਪਾਂ ਜਰਨਲਿਜ਼ਮ ਦੇ ਕੋਈ ਕੋਰਸ ਸ਼ੁਰੂ ਕਰਨ ਬਾਰੇ ਕਿਉਂ ਨਹੀਂ ਸੋਚਿਆ। ਤੇ ਮੈਂ ਉਦੋਂ ਹੀ ਤੁਹਾਡੇ ਨਾਲ ਕਿਹਾ ਸੀ ਕਿ ਮੈਨੂੰ ਇਦਾਂ ਦਾ ਹੰਗਾਰਾ ਤੇ ਮੈਂ ਕੋਈ ਉਹ ਭਾਲਦਾ ਸੀ, ਮੈਂ ਤਾਂ ਲੰਬੇ ਸਮੇਂ ਤੋਂ ਚਾਹੁੰਦਾ। ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਕਿ ਡਾਕਟਰ ਕੁਲਦੀਪ ਉਸ ਡਿਪਾਰਟਮੈਂਟ ਨੂੰ ਸਾਂਭ ਰਹੇ ਹੈ। ਭਾਵੇਂ ਉਹ ਜੇ ਕਹਿ ਲਓ ਕਿ ਬੜਾ ਛੋਟਾ ਬੱਚਾ ਹੈ ਸਾਡਾ ਇਹ ਡਿਪਾਰਟਮੈਂਟ, ਭਾਵੇਂ ਅਸੀਂ ਇਹਦੇ ਵਿੱਚ ਸਿਰਫ ਇੱਕ ਇਲੈਕਟਿਵ ਸਬਜੈਕਟ ਦੇ ਤੌਰ ਤੇ BA ਦੇ ਵਿੱਚ ਪੜ੍ਹਾ ਰਹੇ ਹਾਂ ਅਜੇ, ਪਰ ਮੇਰੇ ਖਿਆਲ ਦੇ ਵਿੱਚ ਇਸ ਬਚਪਨ ਦੇ ਵਿੱਚ ਜੋ ਡਿਪਾਰਟਮੈਂਟ ਆ ਉਹਦੀਆਂ ਪ੍ਰਾਪਤੀਆਂ ਮੇਰੇ ਖਿਆਲ ਦੇ ਵਿੱਚ ਕਾਫੀ ਪ੍ਰੌੜਤਾ ਚੱਕ ਜਾ ਚੁੱਕੀਆਂ ਨੇ। ਪਿਛਲੇ ਸਮੇਂ ਦੇ ਵਿੱਚ ਕੋਵਿਡ ਪੀਰੀਅਡ ਦੇ ਵਿੱਚ ਇਹਨਾਂ ਸਾਡੇ ਵਿਦਿਆਰਥੀਆਂ ਨੇ ਬਹੁਤ ਸਾਰੇ ਪ੍ਰੋਗਰਾਮ ਕੀਤੇ, ਬਹੁਤ ਸਾਰੀਆਂ ਇਹਨਾਂ ਨੇ ਆਪਣਾ ਵੀਡੀਓ ਕਵਰੇਜਸ ਵੀ ਕੀਤੀਆਂ। ਸੋ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸਮਾਂ ਮਿਲਿਆ ਤਾਂ ਕੁਲਦੀਪ ਤੁਹਾਨੂੰ ਉਹਨਾਂ ਨਾਲ ਵਾਸਤਾ ਕਰੇਗੀ ਕਿ ਬਹੁਤ ਸਾਰੇ ਵਿਦਿਆਰਥੀ, ਬਲਕਿ ਇੱਕ ਗਰੁੱਪ ਸਾਡਾ ਕੁਝ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਜਿਹੜੇ ਉਹ ਸਿਰਫ ਸਿਲੇਬਸ ਪੜ੍ਹ ਕੇ ਸੰਤੁਸ਼ਟ ਨਹੀਂ ਹੁੰਦੇ, ਉਹ ਕੁਝ ਕਰਨਾ ਲੋਚਦੇ ਨੇ ਤੇ ਉਹਨਾਂ ਦਾ ਕੀਤਾ ਹੋਇਆ ਸਾਡੇ ਪੋਰਟਲ ਤੇ ਅਵੇਲੇਬਲ ਹੈ। ਮੈਂ ਉਸ ਦੇ ਲਈ ਸਾਡੀ ਸਾਰੀ ਫੈਕਲਟੀ ਨੂੰ, ਡਾਕਟਰ ਕੁਲਦੀਪ ਨੂੰ, ਡਾਕਟਰ ਰੁਪਿੰਦਰ ਨੂੰ ਮੁਬਾਰਕਬਾਦ ਦਿੰਦਾ ਤੇ ਨਾਲ ਨਾਲ ਹੁਣ ਮੈਂ ਇਹ ਜ਼ਰੂਰ ਕਹਿ ਸਕਦਾ ਉਸ 2-3 ਸਾਲ ਦੇ ਵਕਫੇ ਤੋਂ ਬਾਅਦ ਕਿ ਸਾਡੇ ਇਸ ਡਿਪਾਰਟਮੈਂਟ ਨੂੰ ਤੁਹਾਡੇ ਜਿਹੇ ਸਾਡੇ ਸੁਹਿਰਦ ਵਿਦਿਆਰਥੀ ਜਿਨ੍ਹਾਂ ਨੇ ਇੱਕ ਮੁਕਾਮ ਹਾਸਲ ਕੀਤਾ ਹੈ ਇਸ ਫੀਲਡ ਦੇ ਵਿੱਚ, ਉਹਨਾਂ ਦੀ ਇਸ ਡਿਪਾਰਟਮੈਂਟ ਨੂੰ ਹਮੇਸ਼ਾ ਤੋਂ ਹੀ ਰਹਿਨੁਮਾਈ ਦੀ ਜ਼ਰੂਰਤ ਰਹੇਗੀ। ਅਸੀਂ ਕੋਸ਼ਿਸ਼ ਕਰਾਂਗੇ। ਇੱਕ ਸਟੇਜ ਤੇ ਸ਼ਾਇਦ ਕੋਵਿਡ ਕਾਰਨ ਸਾਨੂੰ ਰੋਕਣਾ ਪੈ ਗਿਆ ਸੀ, ਜਦੋਂ ਅਸੀਂ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਇਹਨਾਂ ਵਿਦਿਆਰਥੀਆਂ ਨੂੰ ਤੁਹਾਡੇ ਰੇਡੀਓ ਸਟੇਸ਼ਨ ਤੇ ਵਿਜ਼ਿਟ ਕਰਵਾਇਆ ਜਾਵੇ, ਪਰ ਉਹ ਬੜੀ ਜਲਦੀ ਹੀ ਉਸ ਤੋਂ ਬਾਅਦ 'ਚ ਕੋਵਿਡ ਕਾਰਨ ਇਸ ਤਰ੍ਹਾਂ ਦੀ ਮੂਵਮੈਂਟਸ ਰਿਸਟ੍ਰਿਕਟ ਹੋ ਗਈਆਂ। ਉਮੀਦ ਕਰਦੇ ਹਾਂ ਆਉਣ ਵਾਲੇ ਸਮਿਆਂ ਦੇ ਵਿੱਚ ਵੜੈਚ ਸਾਹਿਬ ਨਾਲ ਤੇ ਸਾਡਾ ਅਧਿਕਾਰ ਹੈ, ਉਹਨਾਂ ਦਾ ਅਦਾਰਾ ਹੈ, ਉਹਨਾਂ ਦਾ ਅਦਾਰੇ ਤੇ ਇੱਕ ਅਧਿਕਾਰ ਹੈ, ਪਰ ਅਸੀਂ ਇਸ ਲੈਕਚਰ ਤੋਂ ਬਾਅਦ ਦੇ ਵਿੱਚ ਇਹਨੂੰ ਲੈਕਚਰ ਸੀਰੀ ਬਣਾਉਣ ਦੀ ਤਮੰਨਾ ਰੱਖਾਂਗੇ ਤੇ ਇਹਨਾਂ ਦੇ ਨਾਲ ਅਸੀਂ ਕਿਹੋ ਜਿਹੀਆਂ ਕੋਲੈਬੋਰੇਸ਼ਨਸ ਕਰ ਸਕਦੇ ਹਾਂ ਉਹ ਬਿਲਕੁਲ ਡਾਕਟਰ ਰੁਪਿੰਦਰ ਤੇ ਡਾਕਟਰ ਕੁਲਦੀਪ ਵੀ ਤੁਹਾਡੇ ਤੋਂ ਅਗਵਾਈ ਲੈਂਦੇ ਰਹਿਣਗੇ। ਮੈਂ ਕਾਲਜ ਦੇ ਤੌਰ ਤੇ ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਤਸੱਲੀ ਕਰਵਾਉਣਾ ਹੈ ਤੁਹਾਡੇ ਰਾਹੀਂ ਕਿ ਜਿਹੜੀਆਂ ਵੀ ਕੋਈ ਇਸ ਤਰ੍ਹਾਂ ਦੀਆਂ ਸਾਡੇ ਵਿੱਤੀ ਸਾਧਨਾਂ ਅਨੁਸਾਰ ਸਮਰੱਥਾਵਾਂ ਹੋਣਗੀਆਂ, ਅਸੀਂ ਇਹਨਾਂ ਪ੍ਰੋਗਰਾਮਾਂ ਨੂੰ, ਅਸੀਂ ਇਹਨਾਂ ਪ੍ਰੋਜੈਕਟਸ ਨੂੰ ਉਹਨਾਂ ਦੇ ਵਿੱਚ ਲੈਣਾ ਚਾਹਾਂਗੇ। ਆਖਰੀ ਗੱਲ, ਕੁਲਦੀਪ ਨਾਲ ਮੇਰੀ ਬਹੁਤ ਵਾਰ ਹੁੰਦੀ ਰਹੀ ਹੈ
ਡਾਕਟਰ ਕੁਲਦੀਪ, ਆਪਾਂ ਵੜੈਚ ਸਾਹਿਬ ਤੋਂ ਇਸ ਗੱਲ ਦੇ ਵਿੱਚ ਬਿਲਕੁਲ ਅਸੀਂ ਇਹਨਾਂ ਦੀ ਮਦਦ ਲੈ ਸਕਦੇ ਹਾਂ। ਜਿਹੜੀ ਗੱਲ ਮੈਂ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ ਤੋਂ ਅਗਾਂਹ ਜਾ ਕੇ ਜਾਣ ਦੀ ਹਮੇਸ਼ਾ ਹੀ ਕਰਦਾ ਹਾਂ, ਉਹਦੇ ਵਿੱਚ ਕੁਝ ਜਿਹੜੇ 4-5 ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚੋਂ ਇਹ ਤੁਹਾਡਾ ਡਿਪਾਰਟਮੈਂਟ ਵੀ ਹੈ, ਕਿਉਂਕਿ ਤੁਹਾਡੇ ਵਿਦਿਆਰਥੀ ਆਲਰੇਡੀ ਪ੍ਰੋਜੈਕਟ ਵਰਕ ਜਿਹੜਾ ਕਿ ਕਰਿਕੂਲਮ ਦਾ ਪਾਰਟ ਨਹੀਂ ਸੀ, ਤੁਹਾਡੀ ਅਗਵਾਈ ਦੇ ਅੰਡਰ ਕਰ ਚੁੱਕੇ ਨੇ। ਤੇ ਅਸੀਂ ਇਹ ਵੀ ਡਿਸਾਈਡ ਕੀਤਾ ਹੋਇਆ ਕਿ ਅਸੀਂ ਉਹਨਾਂ ਨੂੰ ਐਡੀਸ਼ਨਲ ਟੂ ਕਰਿਕੂਲਮ ਪ੍ਰੋਜੈਕਟ ਇੱਕ ਕਰਨ ਦੇ ਸਰਟੀਫਿਕੇਟਸ ਦਿੰਨੇ ਆ ਉਹਨਾਂ ਦੀ ਫਾਈਨਲ ਦੀ ਡਿਗਰੀ ਤੱਕ। ਪਰ ਹੁਣ ਮੈਂ ਇਸ ਨੂੰ ਹੋਰ ਫਾਰਮਲਾਈਜ਼ ਕਰਨਾ ਚਾਹੁੰਦਾ ਹਾਂ, ਜਿਹਦੇ ਵਿੱਚ ਅਸੀਂ ਜਿੱਥੋਂ ਤੁਹਾਨੂੰ ਅਗਵਾਈ ਮਿਲੇ ਤੁਸੀਂ ਉਹ ਲਓ, ਤਾਂ ਕਿ ਅਸੀਂ ਫਾਈਨਲ ਤੱਕ ਹਰ ਇੱਕ ਵਿਦਿਆਰਥੀ ਨੂੰ ਇਸ ਦੇ ਵਿੱਚ ਕੋਈ ਇੱਕ ਪ੍ਰੋਜੈਕਟ ਵਰਕ ਸਰਟੀਫਾਈ ਜ਼ਰੂਰ ਕਰੀਏ, ਤਾਂ ਕਿ ਉਹ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਚਾਹੇ ਉਹ ਜਰਨਲਿਜ਼ਮ ਦੇ ਕਿਸੇ ਐਡਵਾਂਸ ਕੋਰਸ 'ਚ ਜਾਣਾ ਚਾਹੁੰਦਾ ਹੈ ਜਾਂ ਜਰਨਲਿਜ਼ਮ ਦੇ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈ, ਤਾਂ ਉਸਦੇ ਕੋਲ ਕੋਈ ਸਰਟੀਫਾਈਡ ਪ੍ਰੋਜੈਕਟ ਉਸਦੇ ਹੱਥ ਦੇ ਵਿੱਚ ਹੋਵੇ ਕਿ ਮੈਂ ਇਹਦੇ 'ਤੇ ਕੰਮ ਕੀਤਾ ਹੈ। ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਮੁਬਾਰਕਬਾਦ ਦਿੰਦਾ ਹੈ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਜੋ ਅੱਜ ਸਾਡੇ ਨਾਲ ਜੁੜੇ ਹੋਏ ਨੇ, ਡਿਪਾਰਟਮੈਂਟ ਨੂੰ, ਡਾਕਟਰ ਕੁਲਦੀਪ ਨੂੰ, ਡਾਕਟਰ ਰੁਪਿੰਦਰ ਨੂੰ, ਤੇ ਨਾਲ ਹੀ ਵੜੈਚ ਸਾਹਿਬ ਨੂੰ ਉਹਨਾਂ ਦੇ ਆਪਣੇ ਅਦਾਰੇ ਵਿੱਚ ਆਉਣ ਤੇ ਜੀ ਆਇਆਂ ਕਹਿੰਦਾ ਹੈ। ਬਹੁਤ ਬਹੁਤ ਜੀ ਆਇਆਂ। ਓਵਰ ਟੂ ਡਾਕਟਰ ਕੁਲਦੀਪ। ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ। ਮੈਂ ਇੱਥੇ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਅਸੀਂ ਆਪਣੇ ਵੱਲੋਂ ਪੂਰੀ ਐਫਰਟ ਕਰਾਂਗੇ ਡਿਪਾਰਟਮੈਂਟ ਦੇ ਤੌਰ ਦੇ ਉੱਤੇ ਕਿ ਜਿਹੜੀਆਂ ਸਾਡੇ ਡਿਪਾਰਟਮੈਂਟ ਤੋਂ ਉਮੀਦਾਂ ਨੇ ਕਾਲਜ ਨੂੰ, ਉਹਨਾਂ 'ਤੇ ਪੂਰੀਆਂ ਉਤਰ ਸਕੀਏ। ਅਤੇ ਦੂਸਰਾ ਸਰ, ਇਹ ਸਾਰਾ ਕੁਛ ਤੁਹਾਡੀ ਅਗਵਾਈ ਤੋਂ ਬਿਨਾਂ ਪੋਸੀਬਲ ਨਹੀਂ ਸੀ ਹੋ ਸਕਦਾ। ਜੋ ਵੀ ਅਸੀਂ ਪਿਛਲੇ ਸਾਲਾਂ ਦੇ ਵਿੱਚ 2 ਸਾਲ ਦੇ ਵਿੱਚ ਅਸੀਂ ਜੋ ਵੀ ਕਰ ਪਾਏ ਹਾਂ ਥੋੜ੍ਹਾ ਬਹੁਤ, ਉਹ ਸਾਰਾ ਤੁਹਾਡੀ ਅਗਵਾਈ ਅਤੇ ਮਤਲਬ ਤੁਹਾਡਾ ਜਿਹੜਾ ਤੁਸੀਂ ਲਗਾਤਾਰ ਸਾਨੂੰ ਮੋਟੀਵੇਟ ਕਰਦੇ ਰਹਿੰਦੇ ਹੋ, ਅਤੇ ਜਿਸ ਕਿਸਮ ਦੀ ਫਰੀਡਮ ਅਸੀਂ ਇੱਥੇ ਮਹਿਸੂਸ ਕਰ ਸਕਦੇ ਹਾਂ ਕਾਲਜ ਕੰਮ ਕਰਦੇ ਹੋਏ, ਉਹਦੇ 'ਚ ਉਸ ਚੀਜ਼ ਦਾ ਬਹੁਤ ਵੱਡਾ ਰੋਲ ਹੈ। ਅਤੇ ਹੁਣ ਮੈਂ ਅਮਰਜੀਤ ਸਰ ਨਾਲ ਮਤਲਬ ਬੇਸਿਕਲੀ ਜਿੰਨੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਉਹਨਾਂ 'ਤੇ ਸ਼੍ਰੀ ਅਮਰਜੀਤ ਸਿੰਘ ਬੜੈਚ ਉਹਨਾਂ ਦੇ ਵਿਚਕਾਰ ਕਾਫੀ ਦੇਰ ਨਾ ਰਹਿੰਦੀ ਹੋਈ ਮੈਂ ਇਹ ਸੈਸ਼ਨ ਓਪਨ ਕਰ ਰਹੀ ਹਾਂ, ਲੈਕਚਰ ਓਪਨ ਕਰ ਰਹੀ ਹਾਂ। ਅਤੇ ਓਵਰ ਟੂ ਸ਼੍ਰੀ ਅਮਰਜੀਤ ਸਿੰਘ। डॉक्टर कुलदीप, बहुत बहुत शुक्रिया। मेरी आवाज़ आ रही है? हाँ जी सर जी। सत्कारयोग प्रिंसिपल साहब डॉक्टर खुशविंदर कुमार जी, डॉक्टर कुलदीप, डॉक्टर रुपिंदर, बाकी टीचर साहबान और प्यारे विद्यार्थियों, पहली गल तो यह मैनू इस गल की बड़ी खुशी है कि मैं जिस फील्ड नू चुनिया जर्नलिज्म नू, उस दी मेरे विच जो कह सकते हैं चिंगारी वेखी है, वो मेरे मोदी कॉलेज के अध्यापक ने ही वेखी सी। मैडम बरजिंदर कौर पंजाबी दे टीचर्स ने, अजकल मैनू पता नहीं कित्थे ने, वो तां उन्होंने एक शब्द बोलिया सी, बेअंत सिंह हुंदे सी, तां उन्होंने मैनू कहा सी कि अमरजीत जिहड़ा तैनू लिखण दा शौक है ना, इहदे लई एक कोर्स हुंदा है जर्नलिज्म दा। सो वो एक टीचर की देखो कितनी वड्डी देन हुंदी है एक विद्यार्थी दे जीवन विच कि उहदे विचों वो पछाण लैंदा कुछ ना कुछ ते उहनूं अगे तोर दिंदा। उहदी एक थापणे मैडम दे ने मैनूं इत्थे पहुंचा दित्ता। और असी मैं कदे उत्थे सोचिया नहीं होना, उदों कॉलेज दे विच पढ़दे अपने आप नूं असी बड़े लो प्रोफाइल स्टूडेंट हुंदे सी, कोई बहुते ज़्यादा नहीं। NSS दे विच आके जरूर थोड़ा बहुता गलबात हो गई, पर उदों कदे सोचिया नहीं होना कि असी कि मैं भी इत्थों इन्नी सिक्ख्या लैके अगे जावांगा, इन्ना तजर्बा लवांगा, मेरा नाम हो जाएगा जिन्ना मैं कर सकिया। इहदे लई मैं अपने मापियां नूं, अपने अध्यापकां नूं ते उन्हां नूं ते सिजदा करदा ही हां, पर इहदे विच मेरे मोदी कॉलेज की बहुत वड्डी देन है। अज मैं जिन्ना कुछ भी है, जो कुछ भी है, जिन्ना तुसीं समझदे हो, रुपिंदर होना ने मेरे बारे बड़ा कुछ दस दिता है, ते बल्कि मेरी जिम्मेवारी वधा दी कि मैं उन्ना कुछ डिलीवर भी कर सकूंगा कि नहीं। पर रुपिंदर होना ने इन्ना डूंगा मेरे बारे कह दिता, कोई बहुत वड्डा तो नहीं हैगा। खैर ਇਹਦਾ सारा क्रेडिट प्रिंसीपल साहब ਤੁਹਾਡੀ ਇਸ सीट ਨੂੰ ਜਾਂਦਾ ਹੈ, क्योंकि इस सीट ते प्रिंसीपल जिंदल बैठते ਹੁੰਦੇ ਸੀ ਜਦੋਂ मैं पढ़िया, ਤੇ ਉਹਨਾਂ ਵਰਗਾ मैं प्रिंसीपल, मैं पिछले समय की गल करदा, ਹੁਣ ਦੀ नहीं गल करदा। उस समय ਅਸੀਂ ਕਿਸੇ ਕਾਲਜ ਦਾ ਕੋਈ ਇਹੋ ਜਿਹਾ प्रिंसीपल इन्ना मतलब जांबाज, दबंग और हिम्मतवान
ਕਮਾਲ ਦੇ ਪ੍ਰਿੰਸੀਪਲ ਸੀ। ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਇਹ ਪ੍ਰੋਗਰਾਮ ਸ਼ੁਰੂ ਕਰਦਾ, ਕਿਉਂਕਿ ਉਹਨਾਂ ਦੀਆਂ ਬਹੁਤ ਕਹਾਣੀਆਂ ਨੇ ਅੱਛੀਆਂ ਅੱਛੀਆਂ ਜੋ ਸਟੂਡੈਂਟਸ ਦੇ ਲਈ ਸੱਚਮੁੱਚ ਬੜੀਆਂ ਇੰਸਪੀਰੇਸ਼ਨਲ ਨੇ। ਖੈਰ, ਉਹਨਾਂ ਦਾ ਕੱਦ ਵੀ 6.5 ਫੁੱਟ ਸੀ ਸਰੀਰਕ ਤੌਰ ਤੇ, ਉਹ ਵਿਦਿਅਕ ਤੌਰ ਤੇ ਵੀ ਬਹੁਤ ਵੱਡੇ ਸੀ ਕੱਦ ਉਹਨਾਂ ਦਾ, ਪ੍ਰਸ਼ਾਸਨਿਕ ਤੌਰ ਤੇ ਵੀ, ਔਰ ਐਜ਼ ਏ ਹਿਊਮਨ ਬੀਇੰਗ ਵੀ ਬਹੁਤ ਵਧੀਆ ਇਨਸਾਨ ਸੀਗੇ। ਉਸ ਤੋਂ ਬਾਅਦ ਵੀ ਪ੍ਰਿੰਸੀਪਲ ਆਏ ਨੇ, ਮੈਂ ਪ੍ਰਿੰਸੀਪਲ ਤਿੱਖਾ ਸਾਹਿਬ ਨਾਲ ਵੀ ਕੰਮ ਕੀਤਾ, ਕਿਉਂਕਿ ਮੇਰੇ ਕਾਲਜ ਨੂੰ ਅਡਾਪਟ ਕੀਤਾ ਹੋਇਆ ਸੀ ਤੁਹਾਡੇ ਪਿੰਡ ਨੇ, ਮੇਰੇ ਪਿੰਡ ਨੂੰ ਤੁਹਾਡੇ ਕਾਲਜ ਨੇ, ਮੋਦੀ ਕਾਲਜ। ਸੋ ਮੈਂ ਸਭ ਤੋਂ ਪਹਿਲਾਂ ਤੇ ਕਾਲਜ ਦਾ ਧੰਨਵਾਦ ਕਰਦਾ ਕਿ ਮੇਰੇ ਲਈ ਤੁਸੀਂ ਇਹ ਅੱਜ ਲੈਕਚਰ ਰੱਖਿਆ। ਇਹ ਸਭ ਕੁਝ ਤੁਹਾਡੀ ਦੇਣ ਹੈ, ਜੋ ਕੁਝ ਵੀ ਅੱਜ ਮੈਂ ਪ੍ਰਾਪਤ ਕਰ ਸਕਿਆ, ਤੇ ਇਹਦੇ ਲਈ ਮੈਂ ਹਮੇਸ਼ਾ ਕਾਲਜ ਦਾ ਰਿਣੀ ਰਵਾਂਗਾ। ਹਰ ਟਾਈਮ ਤੁਸੀਂ ਜਦੋਂ ਮਰਜ਼ੀ ਮੈਨੂੰ ਬਿਨਾਂ ਕਿਸੇ ਫਾਈਨੈਂਸ਼ੀਅਲ ਬਰਡਨ ਦੇ, ਕਦੇ ਨਾ ਸਮਝਣਾ ਕਿ ਉਹਨਾਂ ਨੂੰ ਬੁਲਾਉਣਾ ਹੈ। ਕਈ ਕਾਲਜ ਸੋਚਦੇ ਆ ਜੀ ਤੁਹਾਨੂੰ ਅਸੀਂ ਆ ਦੇਵਾਂਗੇ ਜੀ ਆ, ਬਿਲਕੁਲ ਨਹੀਂ। ਇਸ ਕਾਲਜ ਲਈ ਹਮੇਸ਼ਾ ਤੱਕ ਮੈਂ ਜਦੋਂ ਤੱਕ ਸਾਹ ਨੇ ਤੁਹਾਡੇ ਨਾਲ ਆ ਸੀ। ਦੂਸਰੀ ਗੱਲ ਕਿ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਰੇਡੀਓ ਦੀ, ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਕਹਾਂ ਕਿ ਅੱਜ ਕੱਲ੍ਹ ਬਹੁਤ ਕ੍ਰਾਈਸਿਸ ਦੇ ਵਿੱਚ ਦੁਨੀਆ, ਹਿਊਮੈਨਿਟੀ ਹੈ। ਕੋਵਿਡ ਚੱਲ ਰਿਹਾ, ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਉਹ ਇਸ ਟਾਈਮ ਆਉਣ ਵਾਲੇ ਸਮੇਂ ਵਿੱਚ ਵੱਡੇ ਰਿਸਕ ਵਿੱਚ ਨੇ। ਕਾਰਨ ਇਹ ਹੈ, ਰਿਸਕ ਇਸ ਕਰਕੇ ਨਹੀਂ ਕਿ ਕਰੋਨਾ ਦਾ ਖਤਰਾ ਹੈ, ਕਾਰਨ ਇਹ ਹੈ ਕਿ ਨੌਜਵਾਨ ਅਣਗਹਿਲੀ ਕਰਦੇ ਆ, ਲਾਪਰਵਾਹ ਨੇ। ਸੋ ਤੁਸੀਂ ਇਹ ਸੁਨੇਹਾ ਆਪਣੇ ਸਾਥੀਆਂ ਤੱਕ ਵੀ ਪਹੁੰਚਾਉਣਾ ਹੈ, ਤੇ ਨਾਲ ਦੀ ਨਾਲ ਤੁਸੀਂ ਆਪ ਵੀ ਆਪਣੇ ਆਪ ਨੂੰ ਵਿਚਾਰ ਰੱਖਣਾ ਹੈ ਕਿ ਘਰਾਂ ਚੋਂ ਬਾਹਰ ਲੋੜ ਪੈਣ ਤੋਂ ਬਿਨਾਂ ਨਾ ਨਿਕਲੋ, ਮਾਸਕ ਪਾ ਕੇ ਰੱਖੋ, ਭੀੜ ਵਾਲੀਆਂ ਥਾਵਾਂ ਤੇ ਨਾ ਜਾਵੋ, ਸਾਫ਼ ਸਫਾਈ ਦਾ ਬਹੁਤ ਧਿਆਨ ਰੱਖੋ, ਔਰ ਮੂੰਹ ਨੂੰ ਹੱਥ ਨੱਕ ਨੂੰ ਲਾਉਣਾ ਹੈ ਸਫਾਈ ਕਰਕੇ ਲਾਵੋ। ਬਹੁਤ ਤਕੜੇ ਕ੍ਰਾਈਸਿਸ ਦੇ ਵਿੱਚ ਸਾਡਾ ਦੇਸ਼ ਫਸ ਗਿਆ ਹੋਇਆ, ਕਿਉਂਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੇ 1 ਸਾਲ ਐਵੇਂ ਹੀ ਲੰਘਾ ਦਿੱਤਾ, ਤਿਆਰੀ ਨਹੀਂ ਕੀਤੀ। ਹੁਣ ਜਦੋਂ ਅੱਗ ਲੱਗੀ ਹੈ ਤਾਂ ਖੂਹ ਫੁੱਟਣ ਲੱਗੇ ਹੋਏ ਆ। ਸੋ ਸਾਡੀਆਂ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਸਾਰਿਆਂ ਨਾਲ, ਤੰਦਰੁਸਤ ਰਹੋ ਤੁਸੀਂ। ਹੁਣ ਗੱਲ ਕਰਦੇ ਹਾਂ ਰੇਡੀਓ ਤੇ। ਰੇਡੀਓ ਇਸ ਵਕਤ ਦੁਨੀਆ ਦਾ, ਅਸੀਂ ਅਕਸਰ ਲੋਕਾਂ ਦੇ ਵਿੱਚ ਇਹ ਹੁੰਦਾ ਹੈ ਕਿ ਦੇਖੋ ਜੀ ਰੇਡੀਓ ਤੇ ਬਹੁਤ ਪਿੱਛੇ ਰਹਿ ਗਿਆ, ਕੌਣ ਸੁਣਦਾ ਸੀਗਾ ਰੇਡੀਓ। ਪਰ ਜਦੋਂ ਅਸੀਂ ਫੈਕਟਸ ਤੇ ਗੱਲ ਕਰਦੇ ਹਾਂ ਤਾਂ ਫਿਰ ਪਤਾ ਲੱਗਦਾ, ਆਪਾਂ ਉਹਦੀ ਗੱਲ ਕਰਾਂਗੇ। ਭਾਵੇਂ ਇਸ ਵਕਤ ਮੀਡੀਆ ਬਹੁਤ ਪਾਵਰਫੁਲ ਹੋ ਗਿਆ, ਟੀਵੀ, ਵਿਜ਼ੂਅਲ ਮੀਡੀਆ, ਉਹ YouTube ਤੇ ਆ ਗਿਆ, ਫੇਸਬੁੱਕ ਤੇ ਆ ਗਿਆ, ਇੰਸਟਾਗ੍ਰਾਮ ਤੇ ਆ ਗਿਆ, ਤੁਹਾਡੇ ਕੋਲ ਟਿਕਟੌਕ, ਬਹੁਤ ਕੁਝ ਆ ਗਿਆ ਹੋਇਆ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਦੁਨੀਆ ਦੀ ਪਾਪੂਲੇਸ਼ਨ ਨੂੰ ਆਪਣੇ ਇੰਡੀਆ ਦੇ ਕਨਸੈਪਟ ਉਹਦੇ ਵਿੱਚ ਗੱਲ ਕਰ ਲਈਏ, ਤਾਂ ਤੁਸੀਂ ਦੇਖੋ ਕਿ ਟੀਵੀ ਕਿੰਨਿਆਂ ਲੋਕਾਂ ਤੱਕ ਪਹੁੰਚ ਰਿਹਾ। ਸ਼ਹਿਰੀ ਆਬਾਦੀ ਤੱਕ ਤੇ ਅਸੀਂ ਮੰਨਿਆ ਸਾਰਾ ਪਹੁੰਚ ਰਿਹਾ, ਲੇਕਿਨ ਜਿਹੜੀ ਸਾਡੀ 70% ਆਬਾਦੀ ਪਿੰਡਾਂ ਦੇ ਵਿੱਚ ਹੈ ਔਰ ਦੂਰ ਦੁਰਾਡੇ ਇਲਾਕਿਆਂ ਵਿੱਚ ਰਹਿੰਦੀ ਹੈ, ਉਹਨਾਂ ਤੱਕ ਹਾਲੇ ਬਹੁਤ ਸਾਰੇ ਲੋਕਾਂ ਤੱਕ ਬਿਜਲੀ ਨਹੀਂ ਪਹੁੰਚੀ। ਟੀਵੀ ਤਾਂ ਕਿਵੇਂ ਚੱਲੂਗਾ। ਸੋ ਉਹ ਲੋਕ ਰੇਡੀਓ ਰਾਹੀਂ ਕਮਿਊਨੀਕੇਸ਼ਨ ਉਹਨਾਂ ਤੱਕ ਪਹੁੰਚ ਰਿਹਾ, ਕਿਉਂਕਿ ਤੁਸੀਂ ਸੁਣਿਆ ਹੋਣਾ ਕਮਿਊਨਿਟੀ ਰੇਡੀਓ ਨਵਾਂ ਕਨਸੈਪਟ ਹੈ। ਕਮਿਊਨਿਟੀ ਰੇਡੀਓ ਖਾਸ ਤੌਰ ਤੇ ਪਿੰਡਾਂ ਵਗੈਰਾ ਇਲਾਕਿਆਂ ਦੇ ਵਿੱਚ, ਕਬਾਇਲੀ ਇਲਾਕਿਆਂ ਦੇ ਵਿੱਚ, ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਚੱਲ ਰਿਹਾ। ਔਰ ਦੁਨੀਆ ਦੇ ਵਿੱਚ ਸਾਰੇ ਮੁਲਕ ਸਾਡੇ ਵਰਗੇ ਨੇ, ਸਾਡੇ ਤੋਂ ਬਹੁਤ ਮੁਲਕ ਗਰੀਬ ਨੇ। ਅਫਰੀਕਨ ਕੰਟਰੀਜ਼ ਤੁਸੀਂ ਦੇਖ ਲਓ, ਨਿਗਾਹ ਮਾਰ ਲਓ, ਇਥੋਪੀਆ, ਖਾਨਾ ਔਰ ਜਾਰਡਨ, ਸੁਡਾਨ, ਉੱਥੇ ਤਾਂ ਲੋਕੀ ਮਤਲਬ ਹਾਲੇ ਉਹਨਾਂ ਨੂੰ ਵਿਚਾਰਿਆਂ ਨੂੰ ਕੱਖ ਵੀ ਪਤਾ ਨਹੀਂ ਹੈ। ਉੱਥੇ ਸਿਰਫ ਰੇਡੀਓ ਜਾ ਰਿਹਾ, ਔਰ ਯੂਨਾਈਟਿਡ ਨੇਸ਼ਨਸ ਵਾਲੇ ਰੇਡੀਓ ਖੋਲ ਰਹੇ ਨੇ, ਜਾ ਕੇ ਦੂਸਰੇ ਦੇਸ਼ ਖੋਲ ਰਹੇ ਨੇ। ਸੋ ਰੇਡੀਓ ਦੀ ਇੰਪੋਰਟੈਂਸ ਬਹੁਤ ਹੈ। ਜਦੋਂ ਅਸੀਂ ਸਮਝਦੇ ਹਾਂ ਇਹਨੂੰ, ਫੈਕਟਸ ਨੂੰ ਐਨਾਲਿਸਿਸ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਰੇਡੀਓ ਦੀ ਇੰਪੋਰਟੈਂਸ ਬਹੁਤ ਹੈਗੀ। ਜਦੋਂ ਸਾਡੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਮੈਂ ਬਹੁਤੇ ਫੈਕਟਸ ਦੇ ਵਿੱਚ ਨਹੀਂ ਜਾਵਾਂਗਾ, ਅੰਕੜਿਆਂ ਦੇ ਵਿੱਚ, ਬਸ ਤੁਹਾਡੀ ਯਾਦਦਾਸ਼ਤ ਲਈ ਕਿ 1923 ਦੇ ਵਿੱਚ ਭਾਰਤ ਦੇ ਵਿੱਚ 1923 ਜੂਨ ਤੋਂ ਨਵੰਬਰ ਦੇ ਵਿੱਚ ਡੇਟਾ ਨਹੀਂ ਫਿਕਸ ਹੈਗੀਆਂ ਉਹਦੇ ਵਿੱਚ, ਪਰ ਜੂਨ ਨਵੰਬਰ ਦੇ ਵਿੱਚ ਬੰਬੇ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਕਲੱਬ ਬਣਾਇਆ ਸੀ, ਤੇ ਉਹਦੇ ਵਿੱਚ ਕੋਈ ਵਿਅਕਤੀ ਬਾਹਰ ਗਿਆ ਸੀ, ਉੱਥੋਂ ਟਰਾਂਸਮਿਟਰ ਲੈ ਕੇ ਆਇਆ ਸੀ, ਉਹਨੇ ਰੇਡੀਓ ਸ਼ੁਰੂ ਕੀਤਾ ਸੀ ਆਪਣਾ ਇੱਕ, ਔਰ ਉਹ ਥੋੜੇ ਜਿਹੇ ਇਲਾਕੇ ਦੇ ਵਿੱਚ ਉਹਦਾ ਪ੍ਰਸਾਰਣ ਹੁੰਦਾ ਸੀ, ਕਿਉਂਕਿ ਉਸ ਵਕਤ ਬ੍ਰਿਟਿਸ਼ ਗਵਰਨਮੈਂਟ ਸੀਗੀ ਤੇ ਬਹੁਤਾ ਜ਼ਿਆਦਾ ਉਹਦਾ ਪ੍ਰਸਾਰਿਤ ਵੀ ਨਹੀਂ ਸੀ ਕਰ ਸਕਦੇ। ਸੋ ਉਹ ਸ਼ੁਰੂਆਤ ਹੈ 1923 ਦੀ। ਉਸ ਤੋਂ ਬਾਅਦ ਕਲਕੱਤਾ ਦੇ ਵਿੱਚ ਕਲੱਬ ਬਣਿਆ, ਛੋਟੇ ਛੋਟੇ ਕਲੱਬ ਬਣੇ, ਪਰ ਰੇਡੀਓ ਇੱਕ ਆਰਗੇਨਾਈਜ਼ਡ ਸਿਸਟਮ ਦੇ ਨਾਲ ਨਹੀਂ ਚੱਲ ਸਕਿਆ, ਉਹਨਾਂ ਨੂੰ ਜ਼ਬਤ ਵੀ ਕਰ ਲਿਆ ਗਿਆ। ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ। ਖੈਰ ਅਲਟੀਮੇਟਲੀ ਬ੍ਰਿਟਿਸ਼ ਗਵਰਨਮੈਂਟ ਵੇਲੇ
23 ਜੁਲਾਈ 1927 ਤੋਂ ਸਾਡੇ ਭਾਰਤ ਵਿੱਚ ਪਹਿਲਾ ਰੇਡੀਓ ਸਟੇਸ਼ਨ ਔਨ 에ਅਰ ਆਇਆ, ਉਹ ਸੀ ਬੰਬੇ ਦਾ। ਬੰਬੇ ਦੇ ਵਿੱਚ ਪਹਿਲਾ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਇੱਕ ਬਣਾਈ ਗਈ, ਉਹਦੇ ਵੱਲੋਂ ਰੇਡੀਓ ਸਟੇਸ਼ਨ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਬੜੀਆਂ ਚੇਂਜਸ ਆਉਂਦੀਆਂ ਰਹੀਆਂ। ਮੀਡੀਅਮ ਵੇਵ ਤੇ ਚੱਲਦਾ ਸੀ ਪਹਿਲਾਂ, ਟੈਕਨੋਲੋਜੀ ਜਿਹੜਾ ਸਿਰਫ ਤੁਸੀਂ ਆਪਣੇ ਦੇਸ਼ ਵਿੱਚ ਹੀ ਸੁਣ ਸਕਦੇ ਸੀ, ਔਰ ਚੱਲਦਾ ਚੱਲਦਾ 1936 ਦੇ ਵਿੱਚ ਆ ਕੇ ਇਹਦਾ ਨਾਂ ਆਲ ਇੰਡੀਆ ਰੇਡੀਓ ਰੱਖਿਆ ਗਿਆ, ਆਕਾਸ਼ਵਾਣੀ ਰੱਖਿਆ। ਆਕਾਸ਼ਵਾਣੀ ਪਹਿਲਾਂ ਸੀਗਾ, ਔਰ ਆਲ ਇੰਡੀਆ ਰੇਡੀਓ ਨਾਮ 1936 ਦੇ ਵਿੱਚ, ਜੂਨ 1936 ਦੇ ਵਿੱਚ ਇਹਦਾ ਨਾਂ ਰੱਖਿਆ ਗਿਆ। ਆਜ਼ਾਦੀ ਤੋਂ ਪਹਿਲਾਂ ਰੇਡੀਓ ਕਿਉਂਕਿ ਸਿੱਧਾ ਪੂਰੇ ਤੌਰ ਦੇ ਉੱਤੇ ਗਵਰਨਮੈਂਟ ਦੇ ਅੰਡਰ ਸੀ, ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਸੀਗੇ, ਔਰ ਇਸ ਕਰਕੇ ਸਰਕਾਰ ਦੀ ਹੀ ਬਹੁਤੀ ਗੱਲ ਹੁੰਦੀ ਸੀਗੀ। ਟੈਕਨੋਲੋਜੀ ਵੀ ਨਹੀਂ ਸੀ ਉਸ ਵਕਤ, ਲੋਕਾਂ ਕੋਲੇ ਰੇਡੀਓ ਵੀ ਨਹੀਂ ਸੀ, ਲਾਇਸੈਂਸ ਲੈਣਾ ਪੈਂਦਾ ਸੀ ਰੇਡੀਓ ਦਾ। ਔਰ ਇੰਟਰਸਟਿੰਗ ਗੱਲ ਇਹਦੇ 'ਚ ਤੁਹਾਨੂੰ ਦੱਸਾਂ ਕਿ ਅੱਜ ਕੱਲ੍ਹ ਵੀ ਸਾਡੇ ਲੋਕਾਂ ਦੀ ਆਦਤ ਹੁੰਦੀ ਹੈ ਨਾ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਈ ਜਾਣੀ, ਤੇ ਫਿਰ ਜਦੋਂ ਫੜੇ ਜਾਂਦੇ ਆ ਫਿਰ ਉਹਦਾ ਫਾਈਨ ਹੁੰਦਾ। ਉਦੋਂ ਵੀ ਰੇਡੀਓ ਲੋਕੀ ਬਿਨਾਂ ਲਾਇਸੈਂਸ ਤੋਂ ਚਲਾ ਨਹੀਂ ਸੀ ਸਕਦੇ, ਤੇ ਉਹ ਲੱਭਣ ਦੇ ਲਈ ਇੱਕ ਉਹਨਾਂ ਕੋਲੇ ਵਹੀਕਲ ਹੁੰਦਾ ਸੀ, ਉਹਨੂੰ ਕਹਿੰਦੇ ਸੀ ਫ੍ਰੀਕੁਐਂਸੀ ਟਰੈਕਰ, ਰੇਡੀਓ ਫ੍ਰੀਕੁਐਂਸੀ ਟਰੈਕਰ, ਗਵਰਨਮੈਂਟ ਦਾ ਸੀਗਾ ਉਹ। ਸੋ ਉਹ ਇਲਾਕਿਆਂ 'ਚ ਕਿਉਂਕਿ ਲੋਕੀ ਰੇਡੀਓ ਤੇ ਖਰੀਦ ਲੈਂਦੇ ਸੀ ਪਰ ਲਾਇਸੈਂਸ ਨਹੀਂ ਸੀ ਲੈਂਦੇ, ਉਹ ਰੇਡੀਓ ਟਰੈਕਟਰ ਦੇ ਨਾਲ ਨਾ ਜਾ ਕੇ ਪਤਾ ਲੱਗ ਜਾਂਦਾ ਸੀ ਕਿ ਇਸ ਸਿਗਨਲ ਇਸ ਏਰੀਏ ਦੇ ਵਿੱਚ ਕੋਈ ਰੇਡੀਓ ਚੱਲ ਰਿਹਾ ਹੈ, ਤੇ ਉਹ ਫਿਰ ਫੜ ਲਿਆ ਜਾਂਦਾ ਸੀ, ਉਹਨਾਂ ਨੂੰ ਲਾਇਸੈਂਸ ਫੀਸ ਲਾ ਦਿੱਤੀ ਜਾਂਦੀ ਸੀ, ਜੁਰਮਾਨੇ ਕੀਤੇ ਜਾਂਦੇ ਸੀਗੇ। ਬ੍ਰਿਟਿਸ਼ ਯੂਨਾਈਟਿਡ ਕਿੰਗਡਮ ਦੇ ਵਿੱਚ ਹਾਲੇ ਵੀ ਤੁਸੀਂ BBC ਬਾਰੇ ਜਾਣਦੇ ਹੋ, ਹਾਲੇ ਵੀ BBC ਲਈ ਸੁਣਨ ਲਈ ਉੱਥੇ ਲੋਕੀ ਲਾਇਸੈਂਸ ਫੀਸ ਦਿੰਦੇ ਆ। ਜਿਹੜੇ BBC ਦੀਆਂ ਆਪਣੀਆਂ ਡੋਮੈਸਟਿਕ ਸੇਵਾ ਨੇ ਉਹਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਇਸੇ ਕਰਕੇ ਉਹ ਲਾਇਸੈਂਸ ਫੀਸ ਲੈਂਦੇ ਆ। ਪਬਲਿਕ ਬ੍ਰੌਡਕਾਸਟਿੰਗ ਦਾ ਖਰਚਾ ਉੱਥੋਂ ਨਿਕਲਦਾ, ਐਡਵਰਟਾਈਜ਼ਮੈਂਟ ਦਾ ਜਾਂ ਉਹਨਾਂ ਦਾ ਰੈਵਨਿਊ ਜਿਹੜਾ ਉਹ ਐਕਸਟਰਨਲ ਸਰਵਿਸ ਤੋਂ ਆ। ਜਿਵੇਂ ਅਸੀਂ BBC ਵੇਖਦੇ ਹਾਂ ਬਾਹਰ, ਜਾਂ ਕਈ ਕੰਟਰੀਜ਼ ਨੂੰ ਕੰਟੈਂਟ ਦੇ ਰਹੇ ਨੇ, ਡਾਕੂਮੈਂਟਰੀਜ਼ ਬਣਾ ਦੇ ਕੇ ਦੇ ਰਹੇ ਨੇ, ਕਈ ਬ੍ਰੌਡਕਾਸਟਿੰਗ ਸਰਵਿਸਿਜ਼ ਉਹਨਾਂ ਕੋਲੋਂ ਕੰਟੈਂਟ ਲੈ ਰਹੀਆਂ ਨੇ। ਸੋ ਉਸ ਵੇਲੇ ਦੀ ਗੱਲ ਹੈ। ਹੁਣ ਜੋ ਬ੍ਰੌਡਕਾਸਟਿੰਗ ਹੈ BBC ਉਹ ਪੈਸਾ ਇੰਜ ਕਮਾ ਰਹੀ ਹੈ, ਪਰ ਉਸ ਵੇਲੇ ਸਰਕਾਰ ਦੇ ਅੰਡਰ ਹੁੰਦਾ ਸੀ, ਸੋ ਲਾਇਸੈਂਸ ਲੈਣਾ ਪੈਂਦਾ ਸੀ। ਬਾਅਦ ਚ ਲਾਇਸੈਂਸ ਗਵਰਨਮੈਂਟ ਨੇ ਖਤਮ ਕਰ ਦਿੱਤਾ ਕਿ ਫ੍ਰੀ ਕਰ ਦਿਓ, ਕਿਉਂਕਿ ਇਟ ਇਜ਼ ਏ ਪਬਲਿਕ ਬ੍ਰੌਡਕਾਸਟਿੰਗ, ਸੋ ਪਬਲਿਕ ਬ੍ਰੌਡਕਾਸਟਿੰਗ ਦੇ ਉੱਤੇ ਪੈਸਾ ਨਹੀਂ ਹੋਣਾ ਚਾਹੀਦਾ। ਆਜ਼ਾਦੀ ਤੋਂ ਬਾਅਦ ਸਾਡੇ ਹਿੱਸੇ 6 ਰੇਡੀਓ ਸਟੇਸ਼ਨ ਆਏ, 3 ਰੇਡੀਓ ਸਟੇਸ਼ਨ ਪਾਕਿਸਤਾਨ ਦੇ ਹਿੱਸੇ ਆਏ, ਔਰ ਉਸ ਤੋਂ ਬਾਅਦ ਸਾਡੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਸੀ ਆਜ਼ਾਦੀ ਤੋਂ ਬਾਅਦ ਕਿ ਲੋਕਾਂ ਤੱਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਕਿਵੇਂ ਪਹੁੰਚਾਈਆਂ ਜਾਣ। ਉਹਦੇ ਲਈ ਰੇਡੀਓ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਤੁਹਾਡੇ ਵਿੱਚੋਂ ਪੜ੍ਹਿਆ ਹੋਣਾ ਸਾਰਿਆਂ ਨੇ ਕਿ ਦੇਸ਼ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਸਾਡੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਾਹਮਣੇ, ਉਹ ਇਹ ਸੀ ਕਿ ਜਿਹੜੀ ਸਾਡੀ ਆਬਾਦੀ ਹੈ, ਕਿਉਂਕਿ ਵੱਡੀ ਆਬਾਦੀ ਸਾਡੇ ਕੋਲੇ ਰਹਿ ਗਈ ਸੀ ਉਸ ਵਕਤ, 35 ਕਰੋੜ ਦੀ ਆਬਾਦੀ ਸਾਡੇ ਕੋਲੇ ਸੀਗੀ, ਵੀ ਇਸ ਆਬਾਦੀ ਨੂੰ ਖੁਰਾਕ ਕਿਵੇਂ ਦੇਣੀ ਹੈ, ਕਿਉਂਕਿ ਫਿਊਚਰ ਵਿੱਚ ਮਲਟੀਪਲਾਈ ਹੋਣੀ ਸੀ ਆਬਾਦੀ, ਤੇ ਸਾਡੇ ਕੋਲੇ ਨਾ ਰਿਸੋਰਸਿਸ ਸੀਗੇ, ਨਾ ਸਾਡੇ ਕੋਲੇ ਇਲੈਕਟ੍ਰਿਸਿਟੀ ਸੀ, ਨਾ ਸਾਡੇ ਕੋਲੇ ਮਸ਼ੀਨਰੀ ਸੀ, ਟੈਕਨੋਲੋਜੀ ਨਹੀਂ ਸੀ ਹੈਗੀ, ਔਰ ਸਭ ਤੋਂ ਵੱਡੀ ਸਮੱਸਿਆ ਸੀ ਖੁਰਾਕ ਦੀ। ਔਰ ਉਹਦੇ ਲਈ ਸਾਡੀ ਅਮਰੀਕਾ ਨੇ ਮਦਦ ਵੀ ਕੀਤੀ ਹੈ। ਡਾਕਟਰ ਬੋਰਲੌਗ ਨੇ ਸਾਨੂੰ ਵੀਟ ਦੇ ਵਿੱਚ ਜਿਹੜਾ ਉਹ ਨਵੀਆਂ ਵੈਰਾਈਟੀਜ਼ ਦਿੱਤੀਆਂ। ਫਿਰ ਉਹਦੇ ਲਈ ਇੰਡੀਅਨ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ, ਐਗਰੀਕਲਚਰ ਪਾਲਿਸੀ, ਜਿਹਨੂੰ ਤੁਸੀਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ। ਸੋ ਉਸ ਸਾਰੇ ਸਿਸਟਮ ਨੂੰ, ਉਸ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਕਿਸਾਨਾਂ ਤੱਕ ਲੈ ਕੇ ਜਾਣ ਵਾਸਤੇ ਸਿਰਫ ਤੇ ਸਿਰਫ ਉਸ ਵਕਤ ਰੇਡੀਓ ਨੇ ਜਿਹੜਾ ਰੋਲ ਅਦਾ ਕੀਤਾ। ਮੈਂ ਤੁਹਾਨੂੰ ਇਸ ਕਰਕੇ ਇੱਕ ਛੋਟੀ ਜਿਹੀ ਸੁਣਾ ਰਿਹਾ ਗੱਲ ਕਿ ਰੇਡੀਓ ਨੇ ਉਸ ਵਕਤ ਕ੍ਰਾਈਸਿਸ ਦੇ ਵਿੱਚ ਕਿੰਨਾ ਵੱਡਾ ਕੰਮ ਕੀਤਾ, ਜਦੋਂ ਕਿ ਲੋਕਾਂ ਤੱਕ ਉਹ ਜਾਣਕਾਰੀ ਬਹੁਤ ਜ਼ਰੂਰੀ ਸੀ ਪਹੁੰਚਾਉਣੀ ਕਿ ਸੀਡਸ ਨਵੇਂ ਆ ਰਹੇ ਨੇ, ਕਿਹੜੇ ਕਿਹੜੇ ਸੀਡਸ ਨੇ, ਕਿਵੇਂ ਬੀਜਣੇ ਆ, ਕਿਹੜੀ ਖਾਦ ਪਾਉਣੀ ਹੈ, ਕਦੋਂ ਬੀਜਣੇ ਆ, ਕਦੋਂ ਕੱਟਣੇ ਆ, ਕਿਹੜੀ ਬਿਮਾਰੀ ਆ ਸਕਦੀ ਆ, ਕਿਹੜੇ ਕੀੜੇ ਆ ਸਕਦੇ ਆ, ਕਿਸ ਢੰਗ ਨਾਲ ਇਹਦੀ ਹਾਰਵੈਸਟਿੰਗ ਕਰਨੀ ਆ, ਮੰਡੀਆਂ 'ਚ ਕਿਵੇਂ ਜਾਣਾ। ਔਰ ਜਿਹਦੇ ਬਾਰੇ ਅੱਜ ਕੱਲ੍ਹ ਤੁਸੀਂ ਸੁਣ ਰਹੇ ਹੋ ਕਿਸਾਨ ਅੰਦੋਲਨ, ਉਹਦੇ ਵਿੱਚ 2 ਗੱਲਾਂ ਹੋ ਰਹੀਆਂ ਨੇ, 3 ਕਾਲੇ ਕਾਨੂੰਨਾਂ ਦੀ ਗੱਲ ਹੋ ਰਹੀ ਹੈ, ਨਾਲ MSP ਦੀ ਗੱਲ ਹੋ ਰਹੀ ਹੈ ਵੀ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਲੀਗਲਾਈਜ਼ ਕਰ ਦਿਓ। ਇਹਦੇ ਬਾਰੇ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਐਗਰੀਕਲਚਰ ਦੇ ਵਿੱਚ ਪਾਲਿਸੀ ਬਣੀ ਸੀ ਗ੍ਰੀਨ ਰੈਵੋਲੂਸ਼ਨ ਲਈ, 1970s ਦੀ ਗੱਲ ਹੈਗੀ ਆ ਇਹ, ਤਾਂ ਉਸ ਵਕਤ ਗਵਰਨਮੈਂਟ ਨੇ ਉਸ ਪਾਲਿਸੀ ਦਾ ਹਿੱਸਾ ਸੀ ਕਿ ਕਿਸਾਨ ਜਿੰਨੀ ਫਸਲ ਪੈਦਾ ਕਰਨਗੇ, ਸਰਕਾਰ ਉਨੀ ਹੀ ਫਸਲ ਜੇ ਬਾਹਰ ਨਹੀਂ ਉਹਨਾਂ ਦੀ ਵਿਕਦੀ ਤਾਂ ਉਹ MSP ਤੇ ਖਰੀਦੇਗੀ। ਇਹ MSP ਬੜੀ ਪੁਰਾਣੀ ਹੈ, ਇਹ ਹੁਣ ਨਹੀਂ ਕਿਸਾਨ ਮੰਗ ਰਹੇ,
ਇਹ ਤੇ ਬਹੁਤ ਪੁਰਾਣੀ ਚੱਲ ਰਹੀ, ਹੁਣ ਤਾਂ ਸਰਕਾਰ ਭੱਜ ਰਹੀ ਹੈ ਇਹਦੇ ਤੋਂ ਬਲਕਿ। ਔਰ ਉਸ ਵਕਤ ਰੇਡੀਓ ਨੇ ਜੋ ਰੋਲ ਅਦਾ ਕੀਤਾ ਉਹ ਇਹ ਸੀ ਕਿ ਕਿਸਾਨਾਂ ਤੱਕ ਜਾਣਕਾਰੀ ਆਪਣੇ ਪ੍ਰੋਗਰਾਮਾਂ ਰਾਹੀਂ ਦਿੱਤੀ। ਨਵੇਂ ਪ੍ਰੋਗਰਾਮ ਸ਼ੁਰੂ ਹੋਏ। ਆਲ ਇੰਡੀਆ ਰੇਡੀਓ ਜਲੰਧਰ ਤੋਂ ਇੱਕ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲਾਂ ਦਾ ਸੀ, ਉਹ 47 ਤੋਂ ਬਾਅਦ ਦਾ ਸੀ, ਪਰ ਵਿਸ਼ੇਸ਼ ਤੌਰ ਤੇ ਇਹਦਾ ਰੋਲ ਇੰਨਾ ਵੱਡਾ ਰਿਹਾ ਕਿ ਜਿਹੜੇ ਕਿਸਾਨ ਮਾਹਿਰ, ਖੇਤੀ ਦੇ ਮਾਹਿਰ ਆ ਕੇ ਉੱਥੇ ਜਾਣਕਾਰੀ ਦਿੰਦੇ ਸੀ, ਔਰ ਉਹਨਾਂ ਦਿਨਾਂ ਵਿੱਚ ਸਭ ਤੋਂ ਵੱਡੀ ਦੌੜ ਲੱਗੀ ਹੁੰਦੀ ਸੀ ਕਿ ਨਵੇਂ ਬੀਜ ਕਿਹੜੇ ਆ ਰਹੇ ਨੇ, ਉਹ ਲੈਣੇ ਆ। ਤਾਂ ਕਿਸਾਨਾਂ ਦੇ ਵਿੱਚ ਜੋ ਬੀਜ ਨੇ ਉਸ ਵਕਤ ਸਰਕਾਰ ਨੇ ਦਿੱਤੇ, ਕਣਕ ਦੇ ਬੀਜ, ਉਹਨੂੰ ਰੇਡੀਓ ਬੀਜ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਵੀ ਰੇਡੀਓ ਬੀਜ ਚਾਹੀਦੇ ਆ ਜੀ ਸਾਨੂੰ। ਰੇਡੀਓ ਦੀ ਉਸ ਵਕਤ ਇੰਨੀ ਪਪੂਲੈਰਿਟੀ ਹੋ ਗਈ ਸੀ। ਉਸ ਦੇ ਨਾਲ ਤੁਹਾਨੂੰ ਯਾਦ ਹੈ ਸਾਡੇ ਨਾਲ 2 ਜੰਗਾਂ ਲੱਗੀਆਂ ਹੋਈਆਂ ਨੇ, 1965 ਦੀ ਹੈਗੀ ਹੈ ਪਾਕਿਸਤਾਨ ਦੀ, 68 ਦੀ ਚੀਨ ਦੀ ਹੈ, ਫਿਰ 71 ਵਿੱਚ ਫਿਰ ਜਿਹੜੀ ਆ ਸਾਡੀ ਪਾਕਿਸਤਾਨ ਨਾਲ ਹੈਗੀ ਹੈ ਜਦੋਂ ਬੰਗਲਾਦੇਸ਼ ਬਣਿਆ, ਫਿਰ ਉਸ ਤੋਂ ਬਾਅਦ ਕਾਰਗਿਲ ਵੀ ਆ ਜਾਂਦੀ ਹੈ, ਹੋਰ ਬੜੇ ਵਿੱਚ ਸਮੇਂ ਨੇ। ਇਸ ਵਕਤ ਰੇਡੀਓ ਨੇ ਕਿੱਡਾ ਵੱਡਾ ਰੋਲ ਅਦਾ ਕੀਤਾ, ਇਹਦੀ ਡਿਟੇਲ 'ਚ ਨਹੀਂ ਆਪਾਂ ਜਾਣਦੇ। ਗੀਤ ਲੱਗਦੇ ਹੁੰਦੇ ਸੀਗੇ, ਵਾਰਾਂ ਲੱਗਣੀਆਂ ਉੱਥੇ, ਫਿਰ ਉੱਥੇ ਉਹਨਾਂ ਨੇ ਢੱਡ ਸਰਾਗੀ ਚਲਾਉਣੀ ਔਰ ਲੋਕਾਂ 'ਚ ਜੋਸ਼ ਭਰਨਾ ਆਪਣੇ ਦੇਸ਼ ਭਗਤੀ ਵਾਸਤੇ। ਆਲ ਇੰਡੀਆ ਰੇਡੀਓ ਨੇ ਪੂਰੇ ਦੇਸ਼ ਨੂੰ ਇੱਕ ਮਾਲਾ ਦੇ ਵਿੱਚ ਕਿਵੇਂ ਪਰੋਇਆ, ਵੇਖੋ। ਪਹਿਲੀ ਗੱਲ ਕਿ ਪੂਰੇ ਦੇਸ਼ ਦੇ ਕਲਚਰ ਨੂੰ ਡਿਵੈਲਪ ਕੀਤਾ ਇਹਨੇ। ਇੱਥੋਂ ਦੇ ਲੋਕ ਗੀਤ, ਇੱਥੋਂ ਦੀਆਂ ਕਲਾਵਾਂ, ਇੱਥੋਂ ਦੇ ਕਲਾਕਾਰ, ਅੱਜ ਜਿਹੜੇ ਤੁਸੀਂ ਕਲਾਕਾਰ ਪੁਰਾਣਿਆਂ ਦੇ ਨਾਮ ਸੁਣਦੇ ਹੋ, ਜਿਹਦੇ ਵਿੱਚ ਮੁਹੰਮਦ ਸਦੀਕ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਰਣਜੀਤ ਕੌਰ, ਹੰਸਰਾਜ ਹੰਸ, ਇਹ ਸਾਰੇ ਲੋਕ ਆਲ ਇੰਡੀਆ ਰੇਡੀਓ ਨੇ ਪ੍ਰਮੋਟ ਕੀਤੇ। ਇਹ ਕਲਚਰ ਹੈ ਉਹਦਾ, ਉਹ ਉਹਨਾਂ ਨੇ ਇੱਕ ਟ੍ਰੈਡੀਸ਼ਨ ਬਣਾਈ। ਸੋ ਕਲਚਰ ਨੂੰ ਪ੍ਰਮੋਟ ਕੀਤਾ, ਐਗਰੀਕਲਚਰ ਨੂੰ ਪ੍ਰਮੋਟ ਕੀਤਾ, ਐਜੂਕੇਸ਼ਨ ਨੂੰ ਪ੍ਰਮੋਟ ਕੀਤਾ। ਸਪੈਸ਼ਲ ਪ੍ਰੋਗਰਾਮ ਚੱਲੇ, ਸਕੂਲ ਬ੍ਰੌਡਕਾਸਟ, ਰੇਡੀਓ ਨੇ ਲੋਕਾਂ ਤੱਕ ਲੈਸਨ ਵੀ ਲੈ ਕੇ ਗਏ ਐਜੂਕੇਸ਼ਨ ਦੇ ਵਿੱਚ। ਫਿਰ ਨਾਲ ਦੀ ਨਾਲ ਹੈਲਥ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਪੋਲੀਓ ਦੀ ਜਿਹੜੀ ਕੰਪੇਨ ਚੱਲੀ ਸੀ 1985 ਦੇ ਵਿੱਚ, ਪੋਲੀਓ ਬਾਰੇ ਕੰਪੇਨ ਸ਼ੁਰੂ ਹੋ ਚੁੱਕੀ ਹੋਈ ਸੀ ਵਰਲਡ ਲੈਵਲ ਤੇ। ਉਸ ਵੇਲੇ ਰੇਡੀਓ ਨੇ ਘਰ ਘਰ ਮੈਸੇਜ ਪਹੁੰਚਾਇਆ, ਰੇਡੀਓ ਨੇ ਇੰਟਰਵਿਊਜ਼ ਕੀਤੀਆਂ, ਫੀਚਰਸ ਬਣਾਏ, ਟਾਕਸ ਕਰਾਈਆਂ, ਫੀਲਡ ਬੇਸਡ ਪ੍ਰੋਗਰਾਮ ਕੀਤੇ, ਲੋਕਾਂ ਨਾਲ ਇੰਟਰਵਿਊਜ਼ ਕੀਤੀਆਂ, ਔਰ ਲੋਕਾਂ ਨੂੰ ਪੋਲੀਓ ਬਾਰੇ ਇੰਨੀ ਇਨਫੋਰਮੇਸ਼ਨ ਦੇ ਦਿੱਤੀ ਕਿ ਅੱਜ ਨੋ ਡਾਊਟ ਬਾਕੀ ਮੀਡੀਆ ਦਾ ਵੀ ਹੁਣ ਰੋਲ ਰਿਹਾ ਬਹੁਤ ਵੱਡਾ ਉਹਦੇ ਵਿੱਚ, ਪਰ ਰੇਡੀਓ ਦਾ ਬੜਾ ਵੱਡਾ ਰਿਹਾ ਕਿਉਂਕਿ ਪਿੰਡਾਂ ਵਿੱਚ ਰੇਡੀਓ ਸੁਣਿਆ ਜਾਂਦਾ ਸੀਗਾ। ਤੋਂ ਅੱਜ ਸਾਡੇ ਦੇਸ਼ ਵਿੱਚ ਪੋਲੀਓ ਖਤਮ ਹੋਏ ਨੂੰ ਵੀ ਮੇਰੇ ਖਿਆਲ 10-11 ਸਾਲ ਹੋ ਚੁੱਕੇ ਹੋਏ ਆ, ਕੋਈ ਪੋਲੀਓ ਦਾ ਕੇਸ ਨਹੀਂ ਆਇਆ। ਮੀਡੀਆ ਦਾ ਇੰਨਾ ਵੱਡਾ, ਉਹ ਇਹ ਰੇਡੀਓ ਦਾ ਇਸ ਸਮੇਂ ਦੇ ਵਿੱਚ ਇੰਨਾ ਵੱਡਾ ਰੋਲ ਰਿਹਾ ਹੋਇਆ। ਔਰ ਇਹਦੇ ਨਾਲ ਦੂਸਰੇ ਵੀ ਖੇਤਰ ਨੇ। ਬਲਾਈਂਡ ਪਾਪੂਲੇਸ਼ਨ ਬਾਰੇ ਮੈਂ ਦੱਸਾਂ, ਲੋਕੀ ਕਹਿ ਦਿੰਦੇ ਜੀ ਰੇਡੀਓ ਕੌਣ ਸੁਣਦਾ। ਜਿੰਨੇ ਸਾਡੇ ਕੁਦਰਤੀ ਤੌਰ ਤੇ ਬਲਾਈਂਡ ਜਾਂ ਐਕਸੀਡੈਂਟ ਕਰਕੇ ਬਲਾਈਂਡ ਹੋ ਗਿਆ ਜਾਂ ਕਿਸੇ ਹੋਰ ਕਾਰਨ ਕਰਕੇ ਅੱਖਾਂ ਤੋਂ ਜਿਹੜੇ ਆ ਉਹ ਹੋ ਜਾਂਦੇ ਨਬੀਨੇ, ਉਹ ਟੀਵੀ ਨਹੀਂ ਵੇਖ ਸਕਦੇ, ਸਿਰਫ ਸੁਣ ਸਕਦੇ ਆ। ਇਸ ਟਾਈਮ ਵਰਲਡ ਦੀ ਜਿਹੜੀ 20% ਬਲਾਈਂਡ ਪਾਪੂਲੇਸ਼ਨ ਹੈ ਉਹ ਇੰਡੀਆ ਦੇ ਵਿੱਚ ਹੈ। ਸ਼ਾਇਦ ਤੁਹਾਨੂੰ ਇਹ ਅੰਕੜੇ ਸੁਣ ਕੇ ਬੜੀ ਅਚੰਭਾ ਲੱਗਦਾ ਹੋਗਾ ਵੀ ਇੰਨੀ ਪਾਪੂਲੇਸ਼ਨ ਬਲਾਈਂਡ ਹੈ। ਬਿਲਕੁਲ, ਵਰਲਡ ਦੀ 20% ਪਾਪੂਲੇਸ਼ਨ ਲੋਡ ਜੋ ਹੈ ਬਲਾਈਂਡ ਦਾ ਇੰਡੀਆ 'ਚ। ਔਰ ਫਿਰ ਇਹਦੀ ਇਹ ਵੱਖਰੀ ਕਿਸਮ ਦੇ ਕੁਝ ਬੱਚੇ ਵੀ ਨੇ, ਦਰਮਿਆਨੇ ਵੀ ਨੇ, ਔਰ ਬਜ਼ੁਰਗ ਨੇ। ਖਾਸ ਬਜ਼ੁਰਗ ਜੋ ਇੱਕ 60 ਸਾਲ ਤੋਂ ਉਮਰ ਜ਼ਿਆਦਾ ਹੋ ਜਾਂਦੀ ਹੈ, ਬਹੁਤ ਸਾਰੇ ਲੋਕ ਜੋ ਹੈ ਉਹ ਟੀਵੀ ਵੇਖਣਾ ਹੀ ਪਸੰਦ ਨਹੀਂ ਕਰਦੇ, ਉਹਨਾਂ ਨੂੰ ਅੱਛਾ ਨਹੀਂ ਲੱਗਦਾ। ਉਹ ਸਾਰੇ ਲੋਕ ਰੇਡੀਓ ਸੁਣਦੇ ਆ। ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ 60 ਸਾਲਾਂ ਤੋਂ ਉੱਪਰ, ਕੋਈ 70 ਹੈ, 75 80 ਸਾਲ ਵਾਲੇ ਲੋਕ ਜਿਹੜੇ ਆ ਰਿਲੀਜੀਅਸ ਪ੍ਰੋਗਰਾਮ ਸੁਣਦੇ ਆ, ਜਨਰਲ ਪ੍ਰੋਗਰਾਮ ਸੁਣਦੇ ਆ। ਸੋ ਬੜੀ ਵੱਡੀ ਪਾਪੂਲੇਸ਼ਨ ਹੈ ਇੱਕ ਤਾਂ ਉਹ ਜੋ ਰੇਡੀਓ ਸੁਣਦੇ ਆ। ਨੰਬਰ 2, ਪਿੰਡਾਂ ਦੇ ਵਿੱਚ ਹਾਲੇ ਵੀ ਜਦੋਂ ਖੇਤਾਂ ਦੇ ਵਿੱਚ ਜਾਣਾ ਤਾਂ ਟੀਵੀ ਤਾਂ ਚੁੱਕ ਕੇ ਲਿਜਾ ਨਹੀਂ ਸਕਦੇ, ਰੇਡੀਓ ਨਾਲ ਜਾਂਦਾ। ਰਿਕਸ਼ੇ ਵਾਲਿਆਂ ਦੇ ਤੁਸੀਂ ਦੇਖਿਆ ਹੋਣਾ, ਰਿਕਸ਼ਾ ਵਾਲਿਆਂ ਨੇ ਰੇਡੀਓ ਆਪਣੇ ਹੈਂਡਲਾਂ ਤੇ ਬੰਨੇ ਹੁੰਦੇ ਆ। ਜਿਹੜੇ ਮੋਚੀ ਨੇ ਉਹਨਾਂ ਨੇ ਸਾਈਡ ਤੇ ਰੱਖੇ ਹੁੰਦੇ ਆ। ਪਾਨ ਵਾਲਿਆਂ ਦੇ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਰੇਡੀਓ ਚੱਲਦਾ ਪਿਆ। ਇਸੇ ਤਰ੍ਹਾਂ ਹੋਰ ਵੀ ਤੁਸੀਂ ਲੱਭਣ ਲੱਗੋਗੇ ਤਾਂ ਲੋਕਾਂ ਵੀ ਰੇਡੀਓ ਤੇ ਬਹੁਤ ਸੁਣਿਆ ਜਾਂਦਾ। ਔਰ ਰੇਡੀਓ ਦੀ ਚੇਂਜ ਕਿੰਨੀ ਹੋਈ ਕਿ ਪਹਿਲਾਂ ਰੇਡੀਓ ਦਾ ਇੱਕ ਕਨਸੈਪਟ ਸੀ, ਮੈਂ ਤੁਹਾਨੂੰ ਮੈਂ ਦੇਖਦੇ ਉਹਦੇ ਫੋਟੋ ਵਿਖਾਉਣਾ ਕਿ ਪਹਿਲਾਂ ਰੇਡੀਓ ਇਸ ਸ਼ੇਪ ਦੇ ਵਿੱਚ ਹੁੰਦੇ ਸੀ,
ਤੁਹਾਡੇ ਵਿੱਚੋਂ ਨਵੀਂ ਪੋਪੂਲੇਸ਼ਨ ਨੇ ਤਾਂ ਵੇਖੇ ਹੋਣੇ ਆ। ਇਹ ਤਾਂ ਬਹੁਤ ਛੋਟਾ ਹੈ। ਜੇਕਰ ਤੁਸੀਂ ਆਲ ਇੰਡੀਆ ਰੇਡੀਓ ਦੇ ਹੈੱਡਕੁਆਟਰ ਸਾਡੇ ਦਿੱਲੀ ਜਾਓ ਤਾਂ ਉੱਥੇ ਐਗਜ਼ੀਬਿਸ਼ਨ ਲੱਗੀ, ਇੱਕ ਮਿਊਜ਼ੀਅਮ ਬਣਾਇਆ ਹੋਇਆ, ਉੱਥੇ 8-8 ਫੁੱਟ ਦੇ ਰੇਡੀਓ ਨੇ, 4-4 ਫੁੱਟ ਚੌੜੇ, 8 ਫੁੱਟ ਉੱਚੇ, ਜਿਹੜੇ ਪੁਰਾਣੇ ਰੇਡੀਓ ਸੀ ਬਹੁਤ ਜ਼ਿਆਦਾ। ਸੋ ਰੇਡੀਓ ਦਾ ਕਨਸੈਪਟ ਸੀ, ਜਿਵੇਂ ਕਿਸੇ ਇੱਕ ਜ਼ਮਾਨੇ ਦੇ ਵਿੱਚ ਅਸੀਂ ਟੀਵੀ ਨੂੰ ਆਪਣੇ ਡਰਾਇੰਗ ਰੂਮ ਵਿੱਚ ਰੱਖ ਕੇ ਸਜਾ ਕੇ ਉੱਤੇ ਕੱਪੜਾ ਪਾ ਕੇ, ਤੇ ਜਦੋਂ ਕੋਈ ਗੈਸਟ ਆਉਂਦਾ ਸੀ ਤੇ ਅਸੀਂ ਉਹਨੂੰ ਸਪੈਸ਼ਲ ਉੱਥੇ ਬਿਠਾਉਂਦੇ ਸੀ ਵੀ ਸਾਡੇ ਘਰੇ ਟੀਵੀ ਹੈ। ਕਿਸੇ ਵਕਤ ਰੇਡੀਓ ਵੀ ਇੱਕ ਸਟੇਟਸ ਸਿੰਬਲ ਸੀ। ਉਹ ਜ਼ਮਾਨਾ ਸੀ ਜਦੋਂ ਸਾਈਕਲ ਦੇਣਾ ਦਾਜ ਦੇ ਵਿੱਚ ਕੁੜੀ ਨੂੰ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਰੇਡੀਓ ਦੇਣਾ ਇੱਕ ਬਹੁਤ ਵੱਡੀ ਸਟੇਟਸ ਸਿੰਬਲ ਮੰਨਿਆ ਜਾਂਦਾ ਸੀ। ਘੜੀ ਦੇਣੀ ਬੜੀ ਵੱਡੀ ਸਿੰਬਲ ਹੁੰਦੀ ਸੀ। ਰੇਡੀਓ ਨੇ ਵੀ ਉਹ ਜ਼ਮਾਨਾ ਵੇਖਿਆ ਹੋਇਆ ਹੈ। ਬਹੁਤ ਵਧੀਆ ਜ਼ਮਾਨਾ ਸੀ ਉਹ। ਲੇਕਿਨ ਰੇਡੀਓ ਹਾਲੇ ਵੀ ਤੁਹਾਡੇ ਨਾਲ ਚੱਲ ਰਿਹਾ। ਰੇਡੀਓ ਨੇ ਰੂਪ ਬੜੇ ਬਦਲਿਆ। ਪਹਿਲਾਂ ਤੁਹਾਡੇ ਟੇਬਲ ਤੇ ਸੀਗਾ, ਫਿਰ ਤੁਹਾਡੇ ਬੈੱਡ ਤੇ ਆ ਗਿਆ ਇਹ ਛੋਟਾ ਜਿਹਾ ਸੈੱਟ ਬਣ ਕੇ, ਫਿਰ ਤੁਹਾਡੀ ਪਾਕਟ 'ਚ ਆ ਗਿਆ, ਪਾਕਟ ਰੇਡੀਓ ਵੀ ਆ ਗਏ। ਔਰ ਹੁਣ ਤੇ ਮਲਟੀਮੀਡੀਆ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਰੇਡੀਓ ਦਾ ਕਨਸੈਪਟ ਘਰੇ ਰੱਖਣ ਵਾਲਾ, ਸਾਈਡ ਤੇ ਰੱਖਣ ਵਾਲਾ ਖਤਮ ਹੋ ਗਿਆ। ਤੁਹਾਡੇ ਮੋਬਾਈਲ ਤੇ ਸਾਰਾ ਮੀਡੀਆ ਆ ਚੁੱਕਿਆ ਹੋਇਆ, ਔਰ ਉਹਦੇ ਵਿੱਚ ਰੇਡੀਓ ਵੀ ਆ ਚੁੱਕਿਆ ਹੋਇਆ। ਇੰਡੀਅਨ ਗਵਰਨਮੈਂਟ ਤੇ ਕੰਪਨੀਜ਼ ਨਾਲ ਕੋਲੈਬੋਰੇਸ਼ਨ ਕਰ ਰਹੀ ਹੈ, ਕਿਉਂਕਿ ਰੇਡੀਓ ਜਿਹੜਾ ਇਸ ਵਕਤ ਤੁਸੀਂ ਸੁਣਦੇ ਹੋ ਆਪਣੇ ਸੈੱਟ ਦੇ ਉੱਤੇ, ਉਹ ਸਿਰਫ ਤੁਸੀਂ ਥਰੂ ਨੈਟ ਸੁਣ ਸਕਦੇ ਹੋ, ਥਰੂ ਨੈਟ ਸੁਣ ਸਕਦੇ ਹੋ। ਜਾਂ ਬਹੁਤ ਪਹਿਲਾਂ ਇੱਕ ਨੋਕੀਆ ਦਾ ਸੈੱਟ ਆਇਆ ਸੀ, ਜਾਂ ਇੱਕ ਦੋ ਸੈੱਟ ਆ ਰਿਹਾ, ਉਹਦੇ ਵਿੱਚ ਸਿਗਨਲ ਲੱਗਿਆ, ਤੁਸੀਂ ਲੋਕਲ FM ਚੈਨਲ ਜਿਹੜਾ ਉਹ ਸੁਣ ਸਕਦੇ ਹੋ। ਪਰ ਗਵਰਨਮੈਂਟ ਆਫ ਇੰਡੀਆ ਕੋਲੈਬੋਰੇਸ਼ਨ ਕਰ ਰਹੀ ਹੈ ਪ੍ਰਸਾਰ ਭਾਰਤੀ ਕੁਝ ਕੰਪਨੀਜ਼ ਨਾਲ, ਕਿ ਇਸ ਤਰ੍ਹਾਂ ਦਾ ਕੁਝ ਸਿਸਟਮ ਹਰ ਫੋਨ ਦੇ ਵਿੱਚ ਹੋ ਜਾਵੇ ਕਿ ਉਹਨੂੰ ਨੈਟ ਦਾ ਡਾਟਾ ਨਾ ਯੂਜ਼ ਕਰਨਾ ਪਵੇ। ਮੀਡੀਅਮ ਵੇਵ ਉਸ ਏਰੀਏ ਦੇ ਜਿਹੜੇ ਆ ਉਹ ਡਾਟਾ ਉਸ ਸਿਗਨਲ ਦੇ ਨਾਲ ਹੀ ਉਹ ਸੁਣਿਆ ਜਾ ਸਕੇ। ਜਿਵੇਂ ਤੁਸੀਂ ਆਪਣੇ ਸਿਗਨਲ ਏਰੀਅਲ ਕੱਢ ਕੇ ਤੇ ਪੁਰਾਣੇ ਛੋਟੇ ਰੇਡੀਓ, ਪਾਕਟ ਰੇਡੀਓ ਜਿਹੜੇ ਅਸੀਂ ਸੁਣ ਲੈਂਦੇ ਹੁੰਦੇ ਸੀ। ਸੋ ਰੇਡੀਓ ਦੀ ਜਿਹੜੀ ਉਹ ਚੇਂਜ ਹੈ, ਟਰਾਂਸਫੋਰਮੇਸ਼ਨ ਹੈ, ਮੀਡੀਅਮ ਵੇਵ ਤੋਂ ਉਹ FM ਤੇ ਆਇਆ, FM ਤੋਂ ਉਹ ਡੈਬ ਤੇ ਆਇਆ। ਡੈਬ ਇੱਕ ਨਵਾਂ ਕਨਸੈਪਟ ਹੈ ਬ੍ਰੌਡਕਾਸਟਿੰਗ ਦੇ ਵਿੱਚ, ਜੋ FM ਤੋਂ ਵੀ ਐਡਵਾਂਸ ਟੈਕਨੋਲੋਜੀ ਹੈ। ਕਿਉਂਕਿ ਮੀਡੀਅਮ ਵੇਵ ਦੇ ਵਿੱਚ ਤਾਂ ਅਸੀਂ ਜਿਹੜੇ ਆ ਉਹ ਪ੍ਰੋਗਰਾਮ ਨਹੀਂ ਸੁਣ ਸਕਦੇ FM ਦੇ, ਲੇਕਿਨ FM ਦੀ ਕੁਆਲਿਟੀ ਬਹੁਤ ਵਧੀਆ ਹੈ। ਸੋ ਡਿਜੀਟਲ ਆਡੀਓ ਬ੍ਰੌਡਕਾਸਟ ਕਹਿੰਦੇ ਆ ਉਹਨੂੰ, ਡੈਬ, ਡਿਜੀਟਲ ਆਡੀਓ ਬ੍ਰੌਡਕਾਸਟ। ਇਹ ਨਵੇਂ ਟਰਾਂਸਮੀਟਰ ਲੱਗਣੇ ਸ਼ੁਰੂ ਹੋ ਗਏ। ਜਲੰਧਰ ਲੱਗ ਚੁੱਕਿਆ ਹੋਇਆ, ਅਸਾਮ ਦੇ ਵਿੱਚ ਵੀ ਲੱਗ ਚੁੱਕੇ ਆ, ਪ੍ਰੀਤਮਪੁਰਾ ਦਿੱਲੀ 'ਚ ਲੱਗ ਚੁੱਕੇ ਆ, ਟੈਸਟਿੰਗ ਚੱਲ ਰਹੀ ਹੈ। ਪਰ ਉਹਦੇ ਰਿਸੀਵਰ ਬਹੁਤ ਮਹਿੰਗੇ ਨੇ, ਲੇਕਿਨ ਉਹਦੇ ਵਿੱਚ ਕੁਆਲਿਟੀ ਉਹ FM ਤੋਂ ਵੀ ਵਧੀਆ ਆਇਆ ਕਰੇਗੀ। ਔਰ ਉਹਦਾ ਫਾਇਦਾ ਇਹ ਹੈ ਕਿ ਉਹ ਬਹੁਤ ਦੂਰ, FM ਤਾਂ ਤੁਸੀਂ 40-50 ਕਿਲੋਮੀਟਰ ਤੱਕ ਹੀ ਸੁਣ ਸਕਦੇ ਹੋ, ਲੇਕਿਨ ਜਿਹੜਾ ਮੀਡੀਅਮ ਵੇਵ ਪੁਰਾਣੇ ਸੀਗੇ ਉਹ ਤੁਸੀਂ 300-300 ਕਿਲੋਮੀਟਰ ਤੱਕ ਰੇਡੀਓ ਸੁਣ ਸਕਦੇ ਸੀ। ਸੋ ਡਿਜੀਟਲ ਆਡੀਓ ਬ੍ਰੌਡਕਾਸਟ ਡੈਬ ਦੇ ਟਰਾਂਸਮੀਟਰ ਵੀ ਇਸ ਤਰ੍ਹਾਂ ਦੇ ਆ ਗਏ ਆ ਕਿ ਬਹੁਤ ਦੂਰ ਤੱਕ ਤੁਸੀਂ ਆਪਣਾ ਸਿਗਨਲ ਇੱਕੋ ਟਾਈਮ ਪਹੁੰਚਾ ਸਕਦੇ ਹੋ। ਪਰ ਉਹਦੇ ਰਿਸੀਵਰ ਬੜੇ ਮਹਿੰਗੇ ਨੇ ਹਲੇ, ਉਹ ਰਿਸੀਵਰ ਆਮ ਬੰਦਾ ਨਹੀਂ ਲੈ ਸਕਦਾ। ਸੋ ਉਹ ਵੀ ਚੱਲ ਰਹੀ ਹੈ ਗੱਲ ਕਿ ਉਸ ਨੂੰ ਕਿਵੇਂ FM ਦੇ ਉੱਤੇ ਲਿਆਂਦਾ ਜਾਣਾ। ਸੋ ਟੈਕਨੋਲੋਜੀ ਹੈ। ਹੁਣ ਜਦੋਂ ਕਿ ਰੇਡੀਓ ਬਿਲਕੁਲ ਹੀ ਚੇਂਜ ਹੋ ਗਿਆ, ਤੁਹਾਡੀਆਂ ਕਾਰਾਂ 'ਚ ਆ ਗਿਆ ਰੇਡੀਓ, ਬੱਸਾਂ 'ਚ, ਤੁਹਾਡੇ ਦਫ਼ਤਰਾਂ 'ਚ, ਤੁਹਾਡੇ ਮੋਬਾਈਲ ਦੇ ਉੱਤੇ ਆ ਗਿਆ ਹੋਇਆ। ਔਰ ਮੋਬਾਈਲ ਦੇ ਉੱਤੇ ਤੁਸੀਂ ਦੁਨੀਆ ਦੇ ਸਾਰੇ ਰੇਡੀਓ ਸਟੇਸ਼ਨ ਸੁਣ ਸਕਦੇ ਹੋ। ਜਿਹੜੇ ਯੂਥ ਹੈ ਉਹਨਾਂ ਨੂੰ ਤਾਂ ਪਤਾ ਹੈ, ਹਰ ਕਿਸਮ ਦਾ ਮਿਊਜ਼ਿਕ ਚੱਲ ਰਿਹਾ ਉੱਥੇ, ਫੋਕ ਚੱਲ ਰਿਹਾ, ਲਾਈਟ ਚੱਲ ਰਿਹਾ, ਵੈਸਟਰਨ ਮਿਊਜ਼ਿਕ ਚੱਲ ਰਿਹਾ, ਕਲਾਸਿਕ ਚੱਲ ਰਿਹਾ, ਕਿਤੇ ਸ਼ਬਦ ਕੀਰਤਨ ਚੱਲ ਰਿਹਾ, ਭਜਨ ਚੱਲ ਰਿਹਾ। ਸੋ ਬਹੁਤ ਕਿਸਮ ਦਾ ਤੁਹਾਡੇ ਕੋਲ ਇਸ ਟਾਈਮ ਕੰਟੈਂਟ ਆਨਲਾਈਨ ਤੁਹਾਨੂੰ ਮਿਲ ਰਿਹਾ, ਲੇਕਿਨ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਸਾਰਾ ਸੁਣ ਸਕੋ, ਸਿਲੈਕਟ ਕਰ ਸਕੋ। ਜਿਵੇਂ ਕਿਸੇ ਨੇ ਇੱਕ ਰੇਡੀਓ ਗਾਰਡਨ ਐਪ ਵੀ ਹੈ, ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹੋਣਗੇ। ਉਹਦੇ ਉੱਤੇ ਵਰਲਡ ਦੇ ਤਕਰੀਬਨ ਆ ਰਹੀ ਵੀ ਹੈ। ਦੇ ਵਿੱਚ ਕਰੀਅਰ ਸਾਡਾ ਕਿੰਨਾ ਹੈ, ਅੱਜ ਕੱਲ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪ ਹੀ ਆਪਣਾ ਰੇਡੀਓ ਐਪ ਜਿਹੜੀ ਹੈ ਉਹ ਪਲੇ ਸਟੋਰ ਦੇ ਉੱਤੇ ਰਜਿਸਟਰ ਕਰਵਾ ਕੇ ਬਣਾ ਕੇ ਚਲਾ ਸਕਦੇ ਹੋ। ਬਹੁਤ ਸਾਰੇ ਸਾਡੇ ਸਟੂਡੈਂਟਸ ਨੇ ਜਿਹੜੇ ਆਪਣਾ ਰੇਡੀਓ ਆਪ ਚਲਾ ਰਹੇ ਨੇ, ਔਰ ਉਹਦੇ ਵਿੱਚ ਉਹ ਟਾਕ ਸ਼ੋਅ ਰੱਖੇ ਹੋਏ ਆ ਉਹਨਾਂ ਨੇ, ਫੋਨ ਇਨ ਪ੍ਰੋਗਰਾਮ ਰੱਖੇ ਹੈ, ਮਿਊਜ਼ਿਕ ਚੱਲਦਾ ਹੈ, ਉਹਦੇ ਵਿੱਚ ਫੀਚਰ ਚੱਲਦੇ ਨੇ, ਇੰਟਰਵਿਊਜ਼ ਚੱਲਦੀਆਂ ਨੇ ਨਾਲ ਦੀ ਨਾਲ, ਕਿਉਂਕਿ ਵਰਲਡ ਵਾਈਡ ਹੈ। ਸੋ ਉਹਦੇ ਵਿੱਚ ਐਡ ਵੀ ਆਉਣੀ ਸ਼ੁਰੂ ਹੋ ਗਈ ਹੈ। ਰੇਡੀਓ ਦੀ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਜਿਹੜਾ ਸੈੱਟ ਰੇਡੀਓ ਚੱਲਦਾ, ਉਹਦੇ ਦੋ ਫਾਇਦੇ ਹੋ ਗਏ। ਤੁਸੀਂ ਸੁਣ ਵੀ ਰਹੇ ਹੋ,
ਨਾਲ ਦੀ ਨਾਲ ਤੁਹਾਡੇ ਸਕਰੀਨ ਤੇ ਜਿਹੜੀ ਕੰਪਨੀ ਦੀ ਐਡ ਚੱਲ ਰਹੀ ਹੈ ਉਹ ਐਡ ਦਾ ਨਾਲ ਦੀ ਨਾਲ ਪੋਸਟਰ ਵੀ ਆ ਰਿਹਾ। ਦੇਖੋ ਕਮਾਲ ਹੋ ਗਈ ਹੈ ਕਿ ਰੇਡੀਓ ਦੇ ਵਿੱਚ ਨਵੀਂ ਚੀਜ਼ ਇਹ ਐਡ ਹੋ ਗਈ, ਜਿਹੜਾ ਆਨਲਾਈਨ ਰੇਡੀਓ। ਸੋ ਤੁਸੀਂ ਕਮਾਈ ਕਰ ਸਕਦੇ ਹੋ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੇ ਜਿਨ੍ਹਾਂ ਨੂੰ ਅੱਛੇ ਐਂਕਰ ਨਹੀਂ ਮਿਲ ਰਹੇ, ਅੱਛੇ ਪ੍ਰੈਜ਼ੈਂਟਰ ਨਹੀਂ ਮਿਲ ਰਹੇ, ਪ੍ਰੋਡਿਊਸਰ ਨਹੀਂ ਮਿਲ ਰਹੇ, ਸਕ੍ਰਿਪਟ ਰਾਈਟਰਸ ਨਹੀਂ ਮਿਲ ਰਹੇ। ਅਸੀਂ ਜਦੋਂ ਇਹਨਾਂ ਦਾ ਐਨਾਲਿਸਿਸ ਕਰਦੇ ਹਾਂ ਪ੍ਰੋਗਰਾਮਾਂ ਦਾ, ਤਾਂ ਸਾਨੂੰ ਲੱਗਦਾ ਹੁੰਦਾ ਕਿ ਬਹੁਤ ਰਾਹ ਹੈਂਡਡ ਲੋਕ ਜਿਹੜੇ ਨੇ ਉਹ ਰੇਡੀਓ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਟੈਂਟ ਦੇ ਵਿੱਚ ਬੜੀ ਕਮਜ਼ੋਰੀ ਹੈ। ਉਹ ਤੁਹਾਡੇ ਲਈ ਓਪਰਚੁਨਿਟੀ ਹੈ, ਜਿਹੜੇ ਬੱਚੇ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਐਡਵਾਂਸ ਕੋਰਸ ਕਰ ਸਕਦੇ ਆ ਜਰਨਲਿਜ਼ਮ ਦੇ ਵਿੱਚ। ਮਾਸਟਰਸ ਡਿਗਰੀ ਹੈ, ਮਾਸਟਰ ਡਿਗਰੀ ਤੋਂ ਕਰਕੇ ਤੁਸੀਂ, ਤੁਹਾਡੇ ਲਈ ਬਹੁਤ ਫੀਲਡ ਹੈ ਅੱਗੇ ਰੇਡੀਓ ਕਿਉਂਕਿ ਰੇਡੀਓ ਦੇ ਵਿੱਚ ਬਹੁਤੀ ਭੀੜ ਨਹੀਂ ਹੈਗੀ ਇਸ ਟਾਈਮ, ਤੁਹਾਡੇ ਕੋਲ ਜਾਣ ਦਾ ਬਹੁਤ ਵਧੀਆ ਢੰਗ ਹੈ। ਉਹਦੇ ਲਈ 2-3 ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ ਕਿ ਮੀਡੀਆ ਕੋਈ ਵੀ ਹੋਵੇ, ਉਹਦੇ ਵਿੱਚ ਸਭ ਤੋਂ ਵੱਡਾ ਹਥਿਆਰ ਹੈ ਤੁਹਾਡੇ ਕੋਲ ਲੈਂਗੁਏਜ। ਲੈਂਗੁਏਜ ਤੁਹਾਡੀ ਬਿਲਕੁਲ, ਤੁਹਾਨੂੰ ਇੱਕ ਤੋਂ ਵੱਧ ਲੈਂਗੁਏਜਸ ਆਉਣੀਆਂ ਚਾਹੀਦੀਆਂ ਨੇ। ਇਹ ਵੀ ਗੱਲ ਹੈ, ਹੁਣ ਆਉਣ ਵਾਲਾ ਸਮਾਂ ਜਿਹੜਾ ਇਹ ਵੀ ਦੱਸ ਰਿਹਾ ਕਿ ਤੁਹਾਨੂੰ ਤੁਹਾਡੀ ਭਾਸ਼ਾ, ਮਾਤਰ ਭਾਸ਼ਾ ਤੇ ਆਉਣੀ ਚਾਹੀਦੀ ਹੈ। ਨਾਲ ਦੀ ਨਾਲ ਤੁਹਾਨੂੰ ਜੇ ਇੰਡੀਆ ਚੋਂ ਤਾਂ ਤੁਹਾਡੀ ਨੈਸ਼ਨਲ ਭਾਸ਼ਾ ਜੋ ਹਿੰਦੀ ਭਾਸ਼ਾ ਹੈ, ਤੁਹਾਡਾ ਉਹਦੇ ਤੇ ਵੀ ਕੰਟਰੋਲ ਹੋਣਾ ਚਾਹੀਦਾ, ਔਰ ਨਾਲ ਦੀ ਨਾਲ ਇੰਗਲਿਸ਼ ਭਾਸ਼ਾ। ਇਹ 3 ਲੈਂਗੁਏਜਸ ਆਉਣੀਆਂ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਕਿਸੇ ਵੀ ਮੀਡੀਆ 'ਚ ਜਾਣਾ, ਚਾਹੇ ਰੇਡੀਓ ਹੈ, ਚਾਹੇ ਟੀਵੀ ਹੈ, ਚਾਹੇ ਆਨਲਾਈਨ ਮੀਡੀਆ ਹੈ, ਚਾਹੇ ਕੋਈ ਵੀ ਹੈ, ਨਿਊਜ਼ਪੇਪਰ ਹੈ, ਚਾਹੇ ਆਪਣਾ ਮੈਗਜ਼ੀਨ ਕੱਢਣਾ ਤੁਸੀਂ। ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਹੈ ਕਿ ਲੈਂਗੁਏਜ ਦੀ ਵੋਕੈਬਲਰੀ, ਉਹਦੇ ਸੈਂਟੈਂਸਸ, ਉਹਦੇ ਨਾਲ ਜੁੜੀਆਂ ਕਹਾਣੀਆਂ, ਉਹਦੇ ਮੁਹਾਵਰੇ, ਉਹਦੀਆਂ ਅਖੌਤਾਂ, ਉਹਦੇ ਖਾਣ ਪੀਣ ਦੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਮ, ਕੱਪੜਿਆਂ ਦੇ ਨਾਮ, ਤੁਹਾਡੇ ਔਜ਼ਾਰਾਂ ਦੇ ਨਾਮ, ਪਿੰਡਾਂ ਸ਼ਹਿਰਾਂ ਇਲਾਕਿਆਂ ਦੇ ਨਾਮ, ਉਸ ਦੇ ਹਿਸਟੋਰੀਅਨਸ, ਉਸ ਦੇ ਜੋ ਬਹੁਤ ਵਧੀਆ ਵਧੀਆ, ਜਿਵੇਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਸੂਫੀ ਸਾਡੀ ਜਿਹੜਾ ਸਾਹਿਤ ਆ ਉਹ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ, ਸਿੱਖ ਸਮੁਦਾਇ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ, ਹਿੰਦੂ ਮੈਥੋਲੋਜੀ ਦਾ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ, ਈਸਾਈ ਬਾਰੇ, ਮੁਹੰਮਡਨਸ ਬਾਰੇ। ਭਾਵ ਕਿ ਰੇਡੀਓ ਦੇ ਵਿੱਚ ਜਿੰਨੀ ਜਾਣਕਾਰੀ ਤੁਸੀਂ ਰੱਖੋਗੇ ਮੀਡੀਆ ਦੇ ਵਿੱਚ, ਉਹ ਤੁਹਾਡੇ ਲਈ ਘੱਟ ਹੈ। ਪਤਾ ਨਹੀਂ ਤੁਹਾਨੂੰ ਕਿੱਥੇ ਕਿਹਦਾ ਰੈਫਰੈਂਸ ਦੇਣਾ ਪੈ ਜਾਵੇ। ਜਿੰਨੀ ਜ਼ਿਆਦਾ ਜਾਣਕਾਰੀ ਹੋਏਗੀ ਉਨਾ ਕੰਟੈਂਟ ਤੁਹਾਡਾ ਸਟਰੋਂਗ ਹੋਏਗਾ, ਉਨਾ ਤੁਹਾਨੂੰ ਜ਼ਿਆਦਾ ਸੁਣਿਆ ਜਾਏਗਾ। ਪਹਿਲੀ ਗੱਲ ਸੀ ਲੈਂਗੁਏਜ ਦੀ। ਲੈਂਗੁਏਜ ਦੇ ਵਿੱਚ ਫਿਰ ਅੱਗੇ ਤੁਹਾਡੀ ਜਾਣਕਾਰੀ, ਤੁਹਾਨੂੰ ਦੁਨੀਆ ਦੀ ਜਾਣਕਾਰੀ ਵੀ ਪਤਾ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਕਿਸੇ ਭਾਸ਼ਾ ਦੇ ਵਿੱਚ ਪ੍ਰੋਗਰਾਮ ਕਰਦੇ ਹੋ ਤਾਂ ਉਸ ਵਕਤ ਤੁਹਾਨੂੰ ਦੁਨੀਆ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਆਪਣੇ ਲਿਸਨਰ ਨੂੰ ਦੁਨੀਆ ਨਾਲ ਜੋੜਨਾ ਹੈ। ਇਹ ਨਹੀਂ ਕਿ ਤੁਸੀਂ ਆਪਣਾ ਕਲਚਰ, ਆਪਣੀ ਲੈਂਗੁਏਜ, ਆਪਣਾ ਹਿਸਟਰੀ, ਆਪਣੀ ਚੀਜ਼ ਨੂੰ ਦੁਨੀਆ ਨੂੰ ਦੇਣਾ, ਨਹੀਂ। ਤੁਸੀਂ ਦੁਨੀਆ ਤੋਂ ਬਹੁਤ ਕੁਝ ਲੈ ਕੇ ਆਪਣੇ ਸੱਭਿਆਚਾਰ ਦੇ ਵਿੱਚ ਵੀ ਸ਼ਾਮਲ ਕਰਨਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲੇ ਭਾਸ਼ਾ ਹੋਵੇ, ਤੁਹਾਨੂੰ ਤੁਹਾਡੇ ਸੱਭਿਆਚਾਰ ਦਾ ਪਤਾ ਹੋਵੇ, ਧਰਮਾਂ ਦਾ ਪਤਾ ਹੋਵੇ, ਆਲੇ ਦੁਆਲੇ ਦਾ ਪਤਾ ਹੋਵੇ, ਦੁਨੀਆ ਦਾ ਪਤਾ ਹੋਵੇ। ਦੂਸਰੀ ਗੱਲ ਹੈ ਤੁਹਾਡੀ ਪ੍ਰੈਜੈਂਟੇਸ਼ਨ। ਤੁਸੀਂ ਜਦੋਂ ਬੋਲਦੇ ਹੋ ਤਾਂ ਤੁਹਾਡੀ ਆਵਾਜ਼ ਬਿਲਕੁਲ ਸਾਫ਼ ਸੁਣਨੀ ਚਾਹੀਦੀ ਹੈ ਕਿ ਤੁਸੀਂ ਕੀ ਬੋਲ ਰਹੇ ਹੋ। ਅਸੀਂ ਵੈਸੇ ਹੁੰਦਾ ਕਿ ਸਾਡਾ ਸਲੈਂਗ ਹੁੰਦਾ ਜਦੋਂ, ਉਦੋਂ ਸਾਨੂੰ ਬਹੁਤ ਸਾਰੇ ਸ਼ਬਦ ਦੂਸਰਾ ਬੰਦਾ ਸਮਝ ਹੀ ਨਹੀਂ ਸਕਦਾ, ਪਰ ਮੀਡੀਆ ਵਿੱਚ ਸਲੈਂਗ ਨਹੀਂ ਵਰਤਣਾ। ਮੀਡੀਆ ਦੇ ਵਿੱਚ ਤੁਹਾਡੀ ਭਾਸ਼ਾ ਸਟੈਂਡਰਡਾਈਜ਼ ਹੋਣੀ ਚਾਹੀਦੀ ਹੈ, ਉਹਦੇ ਸ਼ਬਦ ਵੀ ਸਟੈਂਡਰਡ ਹੋਣੇ ਚਾਹੀਦੇ ਆ। ਪਰ ਜੇਕਰ ਤੁਸੀਂ ਕਦੇ ਕਿਸੇ ਲੋਕਲ ਭਾਸ਼ਾ ਦਾ ਸ਼ਬਦ ਵਰਤਦੇ ਹੋ, ਜਿਵੇਂ ਪੰਜਾਬੀ ਦੇ ਵਿੱਚ, ਮੈਂ ਤੁਹਾਨੂੰ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਕਿ ਅਸੀਂ ਕਈ ਵਾਰੀ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਵਰਤਦੇ ਹਾਂ ਤੇ ਆਪਣੀ ਭਾਸ਼ਾ ਦੇ ਉਸ ਸ਼ਬਦ ਦਾ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਵੀ ਸਾਡੇ ਕੋਲੇ ਵੀ ਉਹ ਸ਼ਬਦ ਹੈਗਾ। ਜਿਵੇਂ ਇੱਕ ਸ਼ਬਦ ਹੈ ਲੁੱਚੀ। ਲੁੱਚੀ ਸ਼ਬਦ ਦਾ ਮਤਲਬ ਹੈ ਉਸ ਫੀਮੇਲ ਕਰੈਕਟਰ ਨੂੰ ਕਹਿੰਦੇ ਆ, ਔਰਤ ਨੂੰ ਕਹਿੰਦੇ ਆ ਜਿਹਦਾ ਕਰੈਕਟਰ ਠੀਕ ਨਾ ਹੋਵੇ, ਉਹ ਲੜਾਕੀ ਹੋਵੇ, ਉਹਦੀ ਬੋਲਬਾਣੀ ਮਾੜੀ ਹੋਵੇ, ਉਹਨੂੰ ਸਾਰੇ ਨਫ਼ਰਤ ਕਰਦੇ ਹੋਣ, ਉਹ ਸਾਰਿਆਂ ਨਾਲ ਲੜਦੀ ਹੋਵੇ, ਇਸ ਤਰ੍ਹਾਂ ਦੀ ਉਹ ਲੁੱਚੀ ਸ਼ਬਦ ਹੈ। ਲੇਕਿਨ ਲਾਹੌਲ ਸਪੀਤੀ ਹਿਮਾਚਲ ਦੇ ਵਿੱਚ ਲੁੱਚੀ ਸ਼ਬਦ ਜੋ ਹੈ ਉਹਦਾ ਮਤਲਬ ਇੱਕ ਬਹੁਤ ਸਿਆਣੀ ਔਰਤ ਨੂੰ ਕਿਹਾ ਜਾਂਦਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਕਿਸੇ ਦੂਸਰੀ ਭਾਸ਼ਾ ਦਾ ਸ਼ਬਦ ਆਪਣੀ ਭਾਸ਼ਾ 'ਚ ਲਿਆਉਣਾ ਚਾਹੁੰਦੇ ਹੋ ਤਾਂ ਕਿਤੇ ਤੁਹਾਡੇ ਕੋਲੇ ਪਹਿਲਾਂ ਉਹਦਾ ਸ਼ਬਦ ਪਿਆ ਤਾਂ ਨਹੀਂ ਹੋਇਆ, ਉਹਦਾ ਕੋਈ ਬਦਲ ਤਾਂ ਨਹੀਂ ਤੁਹਾਡੇ ਕੋਲ ਹੈਗਾ। ਕੋਸ਼ਿਸ਼ ਕਰੋ ਕਿ ਆਪਣੀ ਭਾਸ਼ਾ ਦੇ ਵੱਧ ਤੋਂ ਵੱਧ ਸ਼ਬਦ ਜਾਣੋ, ਲੇਕਿਨ ਕੋਈ ਵਾਟਰ ਟਾਈਟ ਕੰਪਾਰਟਮੈਂਟ ਬਣਾ ਕੇ ਨਹੀਂ ਬਹਿਣਾ ਚਾਹੀਦਾ। ਬਹੁਤ ਸਾਰੇ ਲੋਕ ਨਾ ਬਹੁਤ ਕੱਟੜ ਨੇ, ਆਹ ਤਾਂ ਜੀ ਪੰਜਾਬੀ ਕਿੱਥੇ ਹੈ ਜੀ, ਇਹ ਤੁਸੀਂ ਪੰਜਾਬੀ ਦਾ ਸ਼ਬਦ ਕਿੱਥੇ ਬੋਲਿਆ।
ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਲੈਂਦੇ ਰਹਿਣਾ ਚਾਹੀਦਾ। ਤੁਹਾਡੀ ਭਾਸ਼ਾ ਅਮੀਰ ਹੋਏਗੀ, ਉਹਦੇ ਵਿੱਚ ਤੁਹਾਡੀ ਭਾਸ਼ਾ ਅਮੀਰ ਹੋਏਗੀ, ਤੁਹਾਡਾ ਕੰਟੈਂਟ ਅਮੀਰ ਹੋਏਗਾ, ਤੁਹਾਨੂੰ ਲੋਕ ਸੁਣਨਗੇ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਬਾਹਰਲੀਆਂ ਭਾਸ਼ਾਵਾਂ ਚੋਂ ਸਾਡੇ ਕੋਲੇ ਆ ਗਏ ਹੋਏ ਨੇ, ਤੇ ਅਸੀਂ ਉਹਨਾਂ ਨੂੰ ਜਦੋਂ ਵਰਤਦੇ ਆ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਪੰਜਾਬੀ ਹੈ ਕਿ ਅਰਬੀ ਦਾ ਹੈ, ਇੰਗਲਿਸ਼ ਦਾ ਹੈ ਕਿ ਹਿੰਦੀ ਦਾ। ਹੁਣ ਰੇਡੀਓ ਸ਼ਬਦ ਹੈ, ਸਾਡੇ ਕੋਲੇ ਰੇਡੀਓ ਸ਼ਬਦ ਤੇ ਇੰਗਲਿਸ਼ ਦਾ ਸ਼ਬਦ ਹੈ, ਕਿਉਂਕਿ ਰੇਡੀਓ ਦੀ ਇਨਵੈਂਸ਼ਨ ਹੀ ਨਹੀਂ ਜਦੋਂ ਪੰਜਾਬ 'ਚ ਹੋਈ, ਤਾਂ ਅਸੀਂ ਇਹਦਾ ਸ਼ਬਦ ਕਿੱਥੋਂ ਲਿਆਵਾਂਗੇ? ਉਹਨੂੰ ਉਸੇ ਤਰ੍ਹਾਂ ਹੀ ਸ਼ਬਦ ਅਸੀਂ ਲੈ ਲਿਆ। ਇਸੇ ਤਰ੍ਹਾਂ ਰਿਕਸ਼ਾ ਸ਼ਬਦ ਹੈ, ਟਾਈਮ ਹੈ, ਟਾਈਮ ਟੇਬਲ ਸ਼ਬਦ ਅਸੀਂ ਵਰਤਦੇ ਹਾਂ। ਤੁਸੀਂ ਸਮਝ ਜਾਂਦੇ ਹੋ ਕਮਿਊਨੀਕੇਸ਼ਨ ਦਾ ਜਿਹੜਾ ਸਭ ਤੋਂ ਪਹਿਲਾ ਮਕਸਦ ਹੁੰਦਾ ਹੈ, ਉਹ ਹੁੰਦਾ ਹੈ ਕਿ ਤੁਸੀਂ ਆਪਣੀ ਜੋ ਗੱਲ ਕਹਿਣੀ ਚਾਹੁੰਦੇ ਹੋ ਉਹ ਕੀ ਦੂਸਰੇ ਨੂੰ ਸਮਝ ਆ ਰਹੀ ਹੈ, ਪਹਿਲਾ ਪਰਪਸ ਇਹ ਹੈ। ਔਰ ਉਸ ਪਰਪਸ ਨੂੰ ਪੂਰਾ ਕਰਨ ਲਈ ਤੁਹਾਡੇ ਕੋਲੇ ਤੁਹਾਡੀ ਹੈ ਭਾਸ਼ਾ। ਜੇਕਰ ਤੁਹਾਡਾ ਸਾਹਮਣਾ ਵਿਅਕਤੀ ਬੈਠਾ ਭਾਸ਼ਾ ਸਮਝ ਰਿਹਾ ਹੈ ਤਾਂ ਤੁਹਾਡਾ ਮਕਸਦ ਪੂਰਾ ਹੋ ਰਿਹਾ, ਸ਼ਬਦ ਜਿਹੜੇ ਮਰਜ਼ੀ ਵਰਤ ਰਹੇ। ਪਰ ਜੇਕਰ ਤੁਸੀਂ ਸ਼ਬਦ ਇਹੋ ਜਿਹੇ ਵਰਤ ਲਏ ਸਾਹਮਣੇ ਦੇ ਉੱਤੋਂ ਦੀ ਲੰਘ ਉਹਨੂੰ ਸਮਝ ਨਾ ਆਏ, ਤਾਂ ਫਿਰ ਉਹ ਗਿਆਨ ਬੜਾ ਖਤਰਨਾਕ ਹੁੰਦਾ, ਕਿਉਂਕਿ ਅੱਧ ਚੱਦ ਗੱਲ ਸੁਣ ਕੇ ਜਾਂਦਾ। ਸੋ ਮੈਂ ਭਾਸ਼ਾ ਦਾ ਇਸ ਕਰਕੇ ਤੁਹਾਨੂੰ ਜ਼ੋਰ ਦਿੱਤਾ। ਦੂਸਰੀ ਗੱਲ ਹੈਗੀ ਪ੍ਰੈਜੈਂਟੇਸ਼ਨ ਦੀ। ਪ੍ਰੈਜੈਂਟੇਸ਼ਨ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਤੁਹਾਨੂੰ ਉਸ ਭਾਸ਼ਾ ਦੀ ਵਿਆਕਰਨ ਜਿਹੜੀ ਆ ਉਹ ਪੂਰੀ ਆਉਂਦੀ ਹੋਣੀ ਚਾਹੀਦੀ। ਸੋ ਵਿਆਕਰਨ ਸਾਨੂੰ ਅਸੀਂ ਕੁਦਰਤੀ ਸਿੱਖ ਜਾਂਦੇ ਹਾਂ ਜਦੋਂ ਆਪਣੇ ਮਾਂ ਨਾਲ, ਪਿਓ ਨਾਲ, ਭਰਾਵਾਂ ਭੈਣਾਂ ਨਾਲ ਬਾਜ਼ਾਰ ਜਾ ਕੇ ਕੰਮ ਗੱਲਾਂ ਕਰਦੇ ਹਾਂ, ਤਾਂ ਵਿਆਕਰਨ ਤਾਂ ਉੱਥੇ ਪਈ ਹੋਈ ਹੈ ਤੁਹਾਡੇ ਕੋਲ। ਸੋ ਵਿਆਕਰਨ ਦੀ ਕੋਈ ਬਹੁਤੀ ਸਮੱਸਿਆ ਨਹੀਂ ਹੁੰਦੀ। ਪਰ ਅਸੀਂ ਵੇਖਿਆ ਕਿ ਬਹੁਤ ਸਾਰੇ ਸਾਡੇ ਪੰਜਾਬੀ ਦੇ, ਅਸੀਂ ਕਈ ਵਾਰੀ ਮਾਫ ਕਰਨਾ, ਕਈ ਟੀਚਰਸ ਵੀ ਅੰਗਰੇਜ਼ੀ ਪੰਜਾਬੀ ਸ਼ਬਦ ਜਿਹੜੇ ਆ ਉਹ ਗਲਤ ਬੋਲ ਜਾਂਦੇ ਆ। ਉਹਦਾ ਕਾਰਨ ਹੁੰਦਾ ਕਿ ਉਹਨਾਂ ਨੂੰ ਨਾ ਤਾਂ ਟੋਕਿਆ ਹੁੰਦਾ ਕਿਸੇ ਨੇ ਤੇ ਨਾ ਹੀ ਸੁਧਾਰਿਆ ਹੁੰਦਾ ਕਿਸੇ ਨੇ। ਸੋ ਜਦੋਂ ਤੁਸੀਂ ਕਿਸੇ ਨੂੰ ਪੰਜਾਬੀ ਗਲਤ, ਤੁਹਾਨੂੰ ਕੋਈ ਵੀ ਬੰਦਾ ਗਲਤ ਪੰਜਾਬੀ ਬੋਲਦਾ ਲੱਗਦਾ ਹੈ ਕਿ ਉਹਨੇ ਸ਼ਬਦ ਦਾ ਉਚਾਰਨ ਗਲਤ ਕੀਤਾ, ਅਗਰ ਉਹ ਠੀਕ ਹੈਗਾ ਤਾਂ ਉਹਨੂੰ ਦੱਸ ਦਿੱਤਾ ਜਾਣਾ ਚਾਹੀਦਾ, ਕੋਈ ਗਲਤ ਨਹੀਂ ਹੈਗਾ। ਕਿਉਂਕਿ ਉਹ ਵਾਰ-ਵਾਰ ਉਹੀ ਸ਼ਬਦ ਗਲਤ ਬੋਲੇ, ਤੇ ਇਸ ਨਾਲੋਂ ਚੰਗਾ ਕਿ ਉਹਨੂੰ ਮਾਫੀ ਮੰਗ ਕੇ ਕਹੋ ਜੀ ਇਹ ਸ਼ਬਦ ਇਸ ਤਰ੍ਹਾਂ ਦਾ ਹੈ। ਉਹਦੇ ਨਾਲ ਤੁਸੀਂ ਭਾਸ਼ਾ ਦਾ ਫਾਇਦਾ ਕਰ ਰਹੇ ਹੋ, ਉਹਦਾ ਪ੍ਰਚਾਰ ਕਰ ਰਹੇ ਹੋ। ਸੋ ਇਹ ਤਾਂ ਮੇਨ ਸੀਗਾ ਕਿ ਰੇਡੀਓ ਦੀ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਲਈ, ਉਹਦੇ ਕੰਟੈਂਟ ਦੀ ਗੱਲ ਕਰਦੇ ਹਾਂ, ਰੋਲ ਉਹਦਾ ਕੀ ਰਿਹਾ ਸਾਡੇ। ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਦੇਖੋ ਕੋਵਿਡ ਦੀ ਜਿਹੜੀ ਮਾਰ ਹੈ, ਇਹਦੇ ਲਈ ਸਾਰਾ ਮੀਡੀਆ ਇੰਨਾ ਕੰਮ ਕਰ ਰਿਹਾ ਹੈ। ਪਰ ਇਸ ਵਕਤ ਤੁਹਾਡੇ ਲਈ 2-3 ਚੈਲੰਜ ਬੜੇ ਇਕੱਠੇ ਹੋ ਗਏ ਨੇ ਮੀਡੀਆ ਨੂੰ ਤੁਸੀਂ ਜਦੋਂ ਐਨਾਲਿਸਿਸ ਕਰਦੇ ਹੋ। ਇੱਕ ਤਾਂ ਪਬਲਿਕ ਬ੍ਰੌਡਕਾਸਟਰ ਹੈ, ਪ੍ਰਸਾਰ ਭਾਰਤੀ, ਜਿਹਦੇ ਅੱਗੇ ਵਿੰਗ ਨੇ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ, ਇਹਨਾਂ ਦੇ ਆਪਣੇ ਵੱਖਰੇ ਵੱਖਰੇ ਚੈਨਲਸ ਨੇ। ਦੂਸਰੇ ਪਾਸੇ ਇੱਕ ਟੋਟਲੀ ਪ੍ਰਾਈਵੇਟ ਮੀਡੀਆ, ਉਹਦੇ ਵਿੱਚ ਟੀਵੀ ਚੈਨਲਸ ਬਹੁਤ ਨੇ, ਰੇਡੀਓ ਵੀ ਬਹੁਤ ਹੈ, ਨਿਊਜ਼ਪੇਪਰਸ ਨੇ। ਔਰ ਤੀਸਰਾ ਜਿਹੜਾ ਮੀਡੀਆ ਡਿਵੈਲਪ ਹੋਇਆ, ਦੈਟ ਇਜ਼ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਬਹੁਤ ਪਾਵਰਫੁਲ ਹੈ, ਬਹੁਤ ਪਾਵਰਫੁਲ ਹੈ, ਮਤਲਬ ਤੁਸੀਂ ਮੰਨ ਨਹੀਂ ਸਕਦੇ ਕਿੰਨਾ ਪਾਵਰਫੁਲ ਹੈ। ਲੇਕਿਨ ਇਹਦੀ ਪਾਵਰ ਨੂੰ ਮਿਸ ਜਿਹੜਾ ਯੂਜ਼ ਕੀਤਾ ਜਾ ਰਿਹਾ। ਸੋਸ਼ਲ ਮੀਡੀਆ ਨੇ ਇਸ ਟਾਈਮ ਪੂਰੀ ਦੁਨੀਆ ਨੂੰ ਜੋੜ ਕੇ ਰੱਖ ਦਿੱਤਾ। ਘਟਨਾ ਵਾਪਰਦੀ ਹੈ ਨਾਲ ਦੀ ਨਾਲ ਤੁਹਾਨੂੰ ਦੁਨੀਆ 'ਚ ਪਹਿਲਾਂ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਉਹਨੇ ਟੀਵੀ ਪ੍ਰਾਈਵੇਟ ਚੋਂ ਲੰਘਣਾ ਹੈ ਜਾਂ ਰੇਡੀਓ ਚੋਂ ਲੰਘਣਾ ਹੈ ਜਾਂ ਦੂਰਦਰਸ਼ਨ ਜਾਂ ਰੇਡੀਓ ਤੇ ਆਉਣੀ ਹੈ, ਤਾਂ ਉਸ ਇਨਫੋਰਮੇਸ਼ਨ ਦੀ ਪਹਿਲਾਂ ਸਕਰੂਟਨੀ ਹੋਣੀ ਹੈ ਕਿ ਕਿਹੜੀ ਇਨਫੋਰਮੇਸ਼ਨ ਔਨ 에ਅਰ ਜਾਣੀ ਵੀ ਚਾਹੀਦੀ ਹੈ ਕਿ ਨਹੀਂ ਜਾਣੀ ਚਾਹੀਦੀ। ਫਿਰ ਜੇ ਜਾਣੀ ਚਾਹੀਦੀ ਹੈ ਤਾਂ ਉਹਦਾ ਰੂਪ ਕਿਹੜਾ ਹੋਣਾ ਚਾਹੀਦਾ, ਤਾਂ ਫਿਰ ਉਹਦੇ ਲਈ ਵਰਡਿੰਗ ਕਿਹੜੀ ਯੂਜ਼ ਹੋਣੀ ਚਾਹੀਦੀ ਹੈ ਔਰ ਕਿਸ ਫਾਰਮੈਟ ਦੇ ਵਿੱਚ ਜਾਏਗੀ ਉਹ। ਲੇਕਿਨ ਇਸ ਬਾਰੇ ਨਾ ਤਾਂ ਪ੍ਰਾਈਵੇਟ ਮੀਡੀਆ ਸੋਚਦਾ, ਨਾ ਹੀ ਇਸ ਬਾਰੇ ਸੋਸ਼ਲ ਮੀਡੀਆ ਸੋਚਦਾ, ਕਿਉਂਕਿ ਕੋਈ ਕੰਟਰੋਲ ਨਹੀਂ ਹੈਗੇ, ਕੋਈ ਐਥਿਕਸ ਨਹੀਂ ਹੈਗੇ ਸੋਸ਼ਲ ਮੀਡੀਆ ਦੇ। ਇਸੇ ਕਰਕੇ ਬਹੁਤ ਸਾਰੀਆਂ ਸੋਸ਼ਲ, ਹੈਲਥ, ਪੋਲੀਟੀਕਲ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ। ਔਰ ਤੁਸੀਂ ਜਾਣਦੇ ਹੋ, ਸਾਰੇ ਨਵੀਂ ਪੀੜ੍ਹੀ ਨੂੰ ਤਾਂ ਪਤਾ ਹੈ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੋ ਤੁਹਾਨੂੰ ਦਿਖ ਰਿਹਾ ਹੈ, ਬਹੁਤ ਵਾਰੀ ਹੁੰਦਾ ਕਿ ਉਹ ਹੁੰਦਾ ਹੀ ਨਹੀਂ ਹੈਗਾ। ਡਬਿੰਗ ਕਰਕੇ ਉਹਦੇ ਪਿੱਛੇ ਆਡੀਓ ਹੋਰ ਪਾ ਦਿੱਤੀ ਜਾਂਦੀ ਹੈ, ਤੁਹਾਡੇ ਫੇਸਿਸ ਹੀ ਬਦਲ ਦਿੱਤੇ ਜਾਂਦੇ ਆ, ਪਲੇਸਿਸ ਬਦਲ ਦਿੱਤੀਆਂ ਜਾਂਦੀਆਂ ਨੇ, ਇਨਫੋਰਮੇਸ਼ਨ ਨੂੰ ਤੋੜ ਮਰੋੜ ਕੇ ਦਿੱਤਾ ਜਾਂਦਾ ਹੈ। ਸੋ ਸੋਸ਼ਲ ਮੀਡੀਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਇਹਦੇ ਉੱਤੇ ਹੋਲਡ ਵੀ ਲੱਗੇ, ਇਹਦੇ ਲਈ ਕੁਝ ਐਥਿਕਸ ਗਾਈਡਲਾਈਨਸ ਵੀ ਬਣ ਜਾਣ। ਪਰ ਇਹ 3 ਮੀਡੀਆਜ਼ ਕੋਵਿਡ ਦੇ ਦੌਰਾਨ ਆਲ ਇੰਡੀਆ ਰੇਡੀਓ, ਵੈਸੇ ਮੈਂ ਰਿਟਾਇਰ ਹੋ ਗਿਆ ਹੋਇਆ, ਹੁਣ ਮੇਰੇ ਤੇ ਪਾਬੰਦੀ ਕੋਈ ਨਹੀਂ ਵੀ ਮੈਂ, ਅਸੀਂ ਨਾ ਇੱਕ ਸ਼ਬਦ ਬੋਲਦੇ ਅਕਸਰ, ਸਾਡੇ ਲੋਕ ਗੱਲ ਕਰਦੇ ਆ ਕਿ ਜੀ ਤੁਸੀਂ ਨਾ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦੇ, ਤੁਸੀਂ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਇਹ ਵਰਡ ਹੀ ਬਿਲਕੁਲ ਗਲਤ ਹੈ।
ਇਸ ਨੂੰ ਇੰਜ ਨਹੀਂ ਸਮਝਣਾ ਚਾਹੀਦਾ ਕਿ ਮੈਂ ਕਿਸੇ ਦੇ ਖਿਲਾਫ ਬੋਲਣਾ। ਗੱਲ ਇਹ ਹੈ ਕਿ ਤੁਹਾਨੂੰ ਜਿੱਥੇ ਕੁਝ ਗਲਤ ਲੱਗਦਾ ਹੈ ਉਹਦੇ ਪ੍ਰਤੀ ਆਵਾਜ਼ ਉਠਾਉਣੀ, ਕਿਸੇ ਦੀ ਖਿਲਾਫਤ ਕਰਨੀ ਨਹੀਂ ਹੁੰਦੀ। ਹੁਣ ਜੇ ਆਲ ਇੰਡੀਆ ਰੇਡੀਓ ਦੇ ਵਿੱਚ ਕੋਈ ਗਲਤੀ ਹੋ ਰਹੀ ਹੈ ਜਾਂ ਸਰਕਾਰ ਕੋਈ ਗਲਤੀ ਕਰਦੀ ਪਈ ਹੈ ਤੇ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਉਹ ਖਿਲਾਫਤ ਨਹੀਂ ਹੈਗੀ, ਉਹ ਮੀਡੀਆ ਦਾ ਹਿੱਸਾ ਹੈ ਬਲਕਿ। ਲੇਕਿਨ ਸਾਡੇ ਲੋਕ ਕਹਿਣਗੇ ਤੁਸੀਂ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦੇ, ਲੇਕਿਨ ਮੇਰੇ 30-32 ਸਾਲਾਂ ਦੇ ਇਤਿਹਾਸ ਦਾ ਮੇਰਾ ਰੇਡੀਓ ਦਾ ਹੈਗਾ ਕਿ ਅਸੀਂ ਜਿੱਥੇ ਕਿਤੇ ਗਵਰਨਮੈਂਟ ਦੇ ਕਿਸੇ ਡਿਪਾਰਟਮੈਂਟ ਦੀ ਕੋਈ ਗਲਤੀ ਹੁੰਦੀ ਸੀ ਉਹ ਵੀ ਪ੍ਰੋਗਰਾਮ ਕਰਦੇ ਰਹੇ ਹਾਂ। ਪੁਲਿਸ ਵਾਲੇ ਸਾਡੇ ਕੋਲੇ ਜਿਹੜੇ ਲਾਈਵ ਪ੍ਰੋਗਰਾਮ ਕਰਦੇ ਰਹੇ, SSP ਲੈਵਲ ਦੇ ਪ੍ਰੋਗਰਾਮ ਕਰਦੇ ਰਹੇ ਨੇ ਆ ਕੇ ਸਾਡੇ ਕੋਲੇ, ਉਹਨਾਂ ਦੇ ਵਿੱਚ ਲੋਕ ਸ਼ਿਕਾਇਤਾਂ ਕਰਦੇ ਰਹੇ ਨੇ, ਅਸੀਂ ਵੀ ਉਹਨਾਂ ਨੂੰ ਦੱਸਦੇ ਰਹੇ ਕਿ ਜੀ ਫਲਾਣੀ ਥਾਂ ਤੇ ਆ ਹੋ ਰਿਹਾ, ਫਲਾਣੀ ਥਾਂ ਤੇ ਆ। ਇਹ ਖਿਲਾਫਤ ਨਹੀਂ ਹੈਗੀ। ਖਿਲਾਫਤ ਤੇ ਉਹ ਜਦੋਂ ਤੁਸੀਂ ਬਸ ਸੋਚ ਕੇ ਕਿ ਹਾਂ ਜੀ ਫਲਾਣਾ ਤੇ ਜਿਹੜਾ ਨਾ ਜੀ ਉਹ ਤੇ ਬੰਦਾ ਬਿਲਕੁਲ ਹੀ ਗਲਤ ਹੈ ਜੀ, ਆਲ ਇੰਡੀਆ ਰੇਡੀਓ ਤੇ ਜੀ ਬਿਲਕੁਲ ਇਹਨੂੰ ਤਾਂ ਸੁਣਨਾ ਹੀ ਨਹੀਂ ਚਾਹੀਦਾ ਜੀ, ਇਹ ਹੈ ਖਿਲਾਫਤ। ਲੇਕਿਨ ਜਦੋਂ ਤੁਸੀਂ ਉਹਦੇ, ਮੈਂ ਕਹਾਂਗਾ ਕਿ ਹਾਂ ਠੀਕ ਹੈ, ਰੇਡੀਓ ਹੈ, ਮੀਡੀਆ ਹੈ, ਇਹਦੇ ਉੱਤੇ ਕੰਟਰੋਲ ਹੈ, ਮਾਂ ਪਿਓ ਦਾ ਵੀ ਆਪਣੇ ਬੱਚਿਆਂ ਉੱਤੇ ਕੰਟਰੋਲ ਹੁੰਦਾ, ਪ੍ਰਾਈਵੇਟ ਮੀਡੀਆ ਜਿਹੜਾ ਉਹਦੇ ਓਨਰਸ ਦਾ ਵੀ ਉਹਦੇ ਉੱਤੇ ਕੰਟਰੋਲ ਹੈ। ਸੋ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉੱਥੋਂ ਦੀਆਂ ਕੁਝ ਨਾ ਕੁਝ ਤੇ ਕੰਟਰੋਲ ਪਾਵਰਸ ਜਿਹੜੀਆਂ ਨੇ, ਕੰਟਰੋਲਿੰਗ ਪਾਵਰਸ ਨੇ, ਉਹ ਤੁਹਾਨੂੰ ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ। ਪਰ ਇਹ ਹੈ ਕਿ ਇਸ ਟਾਈਮ ਪ੍ਰਾਈਵੇਟ ਮੀਡੀਆ ਨੇ ਤੇ ਬਸ ਕੀਤੀ ਪਈ ਹੈ। ਪਿਛਲੇ ਸਮੇਂ ਦੇ ਤੁਸੀਂ ਦੇਖ ਚੁੱਕੇ ਹੋਏ ਹੋ, ਖਾਸ ਤੌਰ ਤੇ ਜਦੋਂ ਕਿਸਾਨ ਦਾ ਅੰਦੋਲਨ ਚੱਲਿਆ ਸੀ ਔਰ ਜਦੋਂ ਕੋਵਿਡ ਆਈ ਸੀ, ਸਰਕਾਰ ਨੇ ਲੋਕਾਂ ਦੇ ਧਿਆਨ ਭਟਕਾਉਣ ਵਾਸਤੇ ਅਜੀਬ ਕਿਸਮ ਦੇ ਪ੍ਰੋਗਰਾਮ ਸ਼ੁਰੂ ਕੀਤੇ ਆ। ਮੈਨੂੰ ਤਾਂ ਹੈ ਉਹ ਹੀਰੋਇਨ ਤੇ ਹੀਰੋ ਦੇ ਨਾਮ ਹੀ ਨਹੀਂ ਪਤਾ, ਜੋ ਬੰਬੇ ਦੇ ਵਿੱਚ ਉਹ ਇੱਕ ਕੀ ਸੀਗਾ, ਸੁਸ਼ਾਂਤ ਰਾਜਪੂਤ, ਫਿਰ ਇੱਕ ਦੋ ਹੀਰੋਇਨਸ ਨੇ, ਉਹਨਾਂ ਦੇ ਉੱਤੇ ਮਤਲਬ ਮੀਡੀਆ 'ਚ ਲੱਗਦਾ ਸੀ ਵੀ ਹਿੰਦੁਸਤਾਨ 'ਚ ਕੁਝ ਹੋ ਹੀ ਨਹੀਂ ਰਿਹਾ, ਕੋਵਿਡ ਆਈ ਨਹੀਂ ਕਿਤੇ। ਔਰ ਦੂਸਰੇ ਪਾਸੇ ਕੁਝ ਮੀਡੀਆ ਇਹੋ ਜਿਹਾ ਵੀ ਸੀ ਜਿਹੜਾ ਲਗਾਤਾਰ ਤੁਹਾਨੂੰ ਸੁਚੇਤ ਕਰਦਾ ਆ ਰਿਹਾ ਸੀ, ਔਰ ਉਹ ਹੁਣ ਅੱਜ ਪਤਾ ਲੱਗ ਰਿਹਾ। ਮੈਂ ਅੱਜ ਤੋਂ 1 ਸਾਲ ਪਹਿਲਾਂ BBC ਦੇ ਉੱਤੇ ਇਹ ਡਾਕੂਮੈਂਟਰੀ ਵੇਖ ਲਈ ਹੋਈ ਸੀ, ਜਿਹਦੇ ਵਿੱਚ BBC ਨੇ ਇਹ ਗੱਲ ਕਹੀ ਸੀ ਕਿ ਕੋਵਿਡ ਦੇ ਦੌਰਾਨ ਦੁਨੀਆ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਉਹ ਕਹਿਰ ਵਰਤਣਾ ਹੈ। ਔਰ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਦੇ ਵਿੱਚ ਕੋਵਿਡ ਆਉਣ ਤੋਂ ਲੈ ਕੇ ਅਗਲੇ 3-4 ਸਾਲਾਂ ਦੇ ਵਿੱਚ 20 ਲੱਖ ਬੰਦਾ ਮਰਨਾ। ਕਿਸੇ ਸਾਡੇ ਮੀਡੀਆ ਨੇ ਨਹੀਂ ਦੱਸਿਆ, ਕਿਉਂਕਿ ਇਸ ਦੀ ਗ੍ਰੈਵਿਟੀ ਨੂੰ ਵੇਖਿਆ ਹੀ ਨਹੀਂ ਗਿਆ, ਮੀਡੀਆ ਨੇ ਲੁਕੋ ਕੇ ਰੱਖਿਆ। ਔਰ ਅੱਜ ਤੁਸੀਂ ਸਥਿਤੀ ਵੇਖੋ, ਸਾਲ ਬਾਅਦ ਸਾਡੀ ਉਹੀ ਸਥਿਤੀ ਬਣਦੀ ਜਾ ਰਹੀ ਹੈ ਜੋ BBC ਨੇ ਪ੍ਰੈਡਿਕਟ ਕੀਤੀ ਸੀ। ਔਰ ਉਹਨਾਂ ਨੇ ਐਕਸਪਰਟਸ ਦੇ ਨਾਲ ਗੱਲ ਕਰਕੇ ਕੀਤੀ ਸੀ, ਗਰਾਊਂਡ ਰਿਐਲਿਟੀਜ਼ ਉਹਨਾਂ ਨੇ ਦੇਖੀਆਂ ਸੀ ਕਿ ਸਾਡੀ ਹਸਪਤਾਲਾਂ ਦੀ ਕਿੰਨੀ ਤਿਆਰੀ ਹੈ, ਸਾਡੀ ਆਕਸੀਜਨ ਦੀ ਕਿੰਨੀ ਤਿਆਰੀ ਹੈ, ਸਾਡਾ ਮੀਡੀਆ ਕਿੰਨਾ ਸਟਰੋਂਗ ਹੈ, ਸਾਡੀ ਗਵਰਨਮੈਂਟ ਕੋਲੇ ਕੀ ਰਿਸੋਰਸਿਸ ਨੇ ਤੇ ਸਾਡੇ ਕੋਲੇ ਨੈਟਵਰਕ ਕੀ ਹੈ, ਔਰ ਸਾਡੇ ਲੋਕਾਂ ਦੀ ਅਵੇਅਰਨੈਸ ਲੈਵਲ ਕਿੰਨਾ ਹੈ। ਇਹ ਪਿਛਲਾ ਇਤਿਹਾਸ ਦੱਸਦਾ ਹੈ। ਸੋ ਉਹਨਾਂ ਨੇ ਗੱਲ ਕਹੀ ਸੀ, ਸਾਡੇ ਕਿਸੇ ਮੀਡੀਆ ਨੇ ਸਾਨੂੰ ਇਸ ਢੰਗ ਨਾਲ ਵਾਰਨਿੰਗ ਨਹੀਂ ਸੀ ਦਿੱਤੀ, ਔਰ ਉਹ ਦੱਬੀ ਗਈ ਹੈ। ਤੁਸੀਂ ਅੱਜ ਵੀ BBC ਦੀ ਰਿਪੋਰਟ ਕੱਢ ਕੇ ਉਹਨਾਂ ਦੇ ਨੈਟ ਤੋਂ ਵੇਖ ਸਕਦੇ। ਲੇਕਿਨ ਅੱਜ ਸਥਿਤੀ ਉਹ ਬਣ ਗਈ ਹੈ ਕਿਉਂਕਿ ਮੀਡੀਆ ਨੇ ਇਸ ਸਮੇਂ ਦੇ ਦੌਰਾਨ ਉਹ ਰੋਲ ਨਹੀਂ ਅਦਾ ਕੀਤਾ ਜੋ ਕਰਨਾ ਚਾਹੀਦਾ ਸੀ। ਇੱਕ ਸੱਚੀ ਤਸਵੀਰ ਗਵਰਨਮੈਂਟ ਦੇ ਤੇ ਵਿਰੋਧ ਚ ਪ੍ਰਾਈਵੇਟ ਮੀਡੀਆ ਤਾਂ ਬੋਲਿਆ ਹੀ ਨਹੀਂ ਨਾ, ਸਰਕਾਰੀ ਨੇ ਤਾਂ ਬੋਲਣਾ ਹੀ ਕੀ ਹੈ। ਅੱਜ ਅਨਾਉਂਸਮੈਂਟਸ ਹੋ ਰਹੀਆਂ ਨੇ ਕਿ ਜੀ ਇਫਕੋ ਵਾਲੇ ਜਿਹੜੇ ਆ ਉਹ ਇੰਨੇ ਟਨ ਦਾ ਪਲਾਂਟ ਲਾਉਣਗੇ, 30 ਮਈ ਤੱਕ ਚਾਲੂ ਹੋ ਜਾਊਗਾ, ਬੰਬੇ ਦੇ ਵਿੱਚ ਪਲਾਂਟ ਲੱਗ ਜਾਊਗਾ, ਆਕਸੀਜਨ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਗਈ ਹੈ। ਇਹ ਉਹ ਸਥਿਤੀ ਹੈ ਕਿ ਅੱਗ ਲੱਗੀ ਹੈ, ਹੁਣ ਅਸੀਂ ਖੂਹ ਪੱਟਣ ਲੱਗੇ ਹਾਂ ਪਾਣੀ ਤਿਆਰ ਕਰਨ। 1 ਸਾਲ ਅਸੀਂ ਸੁੱਤੇ ਰਹੇ। 1 ਸਾਲ ਪਹਿਲਾਂ ਇਹ ਤਿਆਰੀਆਂ ਕਿਉਂ ਨਹੀਂ ਕੀਤੀਆਂ? ਅੱਜ ਬੈੱਡ ਨਹੀਂ ਮਿਲ ਰਹੇ, ਅੱਜ ਹਸਪੀਟਲ ਨਹੀਂ ਮਿਲ ਰਹੇ, ਅੱਜ ਆਕਸੀਜਨ ਨਹੀਂ ਮਿਲ ਰਹੀ, ਔਰ ਕਿੰਨੀ ਵੱਡੀ ਸਮੱਸਿਆ। ਇਹ ਮੀਡੀਆ ਦਾ ਰੋਲ ਇਹ ਸੀ ਜਿਹੜਾ ਪਿਛਲੇ 1 ਸਾਲ ਦੇ ਵਿੱਚ ਨਿਭਾਉਣਾ ਚਾਹੀਦਾ ਸੀ, ਪਰ ਮੀਡੀਆ ਨੇ ਕੀ ਰੋਲ ਅਦਾ ਕੀਤਾ ਹੈ ਤੁਸੀਂ ਵੇਖ ਚੁੱਕੇ ਹੋ। ਸਰਕਾਰ ਸਿਰਫ ਅੰਕੜਿਆਂ ਨਾਲ, ਮੈਂ ਤੁਹਾਡੇ ਨਾਲ ਗੱਲ ਅੰਕੜਿਆਂ ਦੀ ਗੱਲ ਇਸ ਕਰਕੇ ਹੈ ਕਿ ਸਰਕਾਰਾਂ ਵੱਲੋਂ ਜਾਂ ਅਦਾਰਿਆਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਜਦੋਂ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਦੀਆਂ ਨੇ ਤਾਂ ਉਹ ਅੰਕੜਿਆਂ ਨਾਲ ਬੜੇ ਢੰਗ ਨਾਲ ਟਵਿਸਟ ਕਰਦੇ ਨੇ, ਡ੍ਰਿਬਲਿੰਗ ਕਰਦੇ ਨੇ ਉਹਨਾਂ ਦੀ। ਜਦੋਂ ਕੋਵਿਡ ਸ਼ੁਰੂ ਹੋਇਆ ਸੀ ਤਾਂ ਉਦੋਂ ਸਿਰਫ ਤੇ ਸਿਰਫ ਇਹ ਦੱਸਿਆ ਜਾਂਦਾ ਸੀ ਕਿ ਸਾਡੀ ਇੰਨੀ ਵੱਡੀ ਪਾਪੂਲੇਸ਼ਨ ਹੈ ਪਰ ਸਾਡੇ ਬਹੁਤ ਥੋੜੇ ਜਿਹੇ ਲੋਕ ਨੇ ਜਿਨ੍ਹਾਂ ਨੂੰ ਕੋਵਿਡ ਹੋਇਆ। ਲੇਕਿਨ ਜਿਉਂ-ਜਿਉਂ ਅੰਕੜੇ ਵਧਣ ਲੱਗੇ ਫਿਰ ਪਰਸੈਂਟੇਜ ਤੇ ਆ ਗਏ, ਕਿਉਂਕਿ ਪਰਸੈਂਟ ਛੋਟੀ ਲੱਗਦੀ ਹੈ, ਹੁਣ ਫਿਰ ਉਹੀ ਹੋ ਰਿਹਾ। ਹੁਣ ਫਿਰ ਦੱਸੇ 13 ਕਰੋੜ ਲੋਕਾਂ ਨੂੰ ਇੰਜੈਕਸ਼ਨ ਲੱਗ ਗਿਆ। ਦੇਖੋ ਇਹਦੇ ਚ ਵੇਖਣਾ ਮੀਡੀਆ ਨੇ ਕਿ ਮੀਡੀਆ ਨੇ ਗੱਲ ਕਿਵੇਂ ਪਹੁੰਚਾਉਣੀ ਹੈ।
13 ਕਰੋੜ ਬਹੁਤ ਵੱਡਾ ਅੰਕੜਾ ਹੈ। ਲੇਕਿਨ ਜਦੋਂ ਇਹਨੂੰ ਅਸੀਂ ਇੰਡੀਆ ਦੀ ਪਾਪੂਲੇਸ਼ਨ ਚ ਪਰਸੈਂਟੇਜ ਵਾਈਜ਼ ਕੱਢਦੇ ਹਾਂ ਤਾਂ 1% ਵੀ ਨਹੀਂ ਬਣਦਾ। ਇਹ ਅੰਕੜਾ ਨਹੀਂ ਦੱਸਿਆ ਜਾ ਰਿਹਾ, 13 ਕਰੋੜ ਦੱਸਿਆ ਜਾ ਰਿਹਾ। ਸੋ ਸੰਸਥਾਵਾਂ ਇਸ ਢੰਗ ਨਾਲ ਅਦਾਰਿਆਂ ਨੂੰ, ਰੇਡੀਓ, ਆਲ ਇੰਡੀਆ ਰੇਡੀਓ ਔਰ ਟੀਵੀ ਦੇ, ਦੂਰਦਰਸ਼ਨ ਦੇ ਤਾਂ ਇਸ ਤਰ੍ਹਾਂ ਦੇ ਅੰਕੜੇ ਆ ਰਹੇ ਨੇ ਹੁਣ ਵੀ। ਔਰ ਉਹਨਾਂ ਨੇ ਜਦੋਂ ਲੋਕਡਾਊਨ ਲੱਗਿਆ ਸੀ, ਮਜ਼ਦੂਰਾਂ ਬਾਰੇ ਗੱਲ ਹੀ ਨਹੀਂ ਹੋਈ ਕਿਤੇ। ਕਿੰਨੇ ਲੋਕ ਪੈਦਲ ਚੱਲ ਕੇ ਗਏ, ਕਿੰਨੇ ਲੋਕ ਮਰ ਗਏ, ਬਿਲਕੁਲ ਨਹੀਂ ਗੱਲ ਹੁੰਦੀ। ਇਸ ਵਕਤ ਰੇਡੀਓ ਤੇ ਦੂਰਦਰਸ਼ਨ ਦਾ, ਕਿਉਂਕਿ ਉਹ ਗਵਰਨਮੈਂਟ ਦਾ ਮੀਡੀਆ, ਉਹਨਾਂ ਨੇ ਆਪਣੀ ਗੱਲ ਕਰਨੀ ਹੈ। ਹਾਲੇ ਕੋਈ ਇਨਫੋਰਮੇਸ਼ਨ ਬੜੀ ਦੇ ਰਹੇ ਨੇ ਕੋਵਿਡ ਬਾਰੇ ਵੀ, ਬਾਕੀ ਉਹਦੇ ਬਾਰੇ। ਖੈਰ ਆਪਾਂ ਕੋਵਿਡ ਤੇ ਜ਼ਿਆਦਾ ਨਹੀਂ ਗੱਲ ਕਰਨੀ, ਆਪਾਂ ਰੇਡੀਓ ਤੇ ਹੀ ਆ ਰਹੇ ਹਾਂ। ਸੋ ਇਸ ਵਕਤ ਤੁਹਾਨੂੰ ਯਾਦ ਹੋਏਗਾ, ਮੈਂ ਕਲਚਰ ਦੀ ਗੱਲ ਕੀਤੀ ਸੀ ਕਿ ਦੇਸ਼ ਨੂੰ ਪਰੋ ਕੇ ਰੱਖਣ, ਇੱਕ ਮਾਲਾ ਪਰੋ ਕੇ ਵਿੱਚ ਰੱਖਣ ਦਾ ਕਿੱਡਾ ਵੱਡਾ ਰੋਲ ਹੈ। ਇੱਕ ਸੈਂਟੈਂਸ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਸੀ, ਹੈ ਮੇਰੇ ਵਤਨ ਕੇ ਲੋਗੋ, ਉਸ ਵਕਤ ਜਦੋਂ ਸਾਡੀ ਚਾਈਨਾ ਦੇ ਨਾਲ ਲੜਾਈ ਲੱਗੀ ਸੀ, ਉਦੋਂ ਉਹ ਗੀਤ ਲਤਾ ਮੰਗੇਸ਼ਕਰ ਨੇ ਗਾਇਆ ਸੀ। ਤੇ ਜਦੋਂ ਉਹ ਗੀਤ ਨੂੰ ਤੁਸੀਂ ਬੈਠ ਕੇ ਵਿਜ਼ੂਅਲਾਈਜ਼ ਕਰਦੇ ਹੋ ਨਾ, ਉਸ ਵਕਤ ਤੁਹਾਡਾ ਗਲ ਭਰ ਆਉਂਦਾ, ਅੱਖਾਂ ਭਰ ਜਾਂਦੀਆਂ ਕਿ ਮਿਊਜ਼ਿਕ ਦੇ ਵਿੱਚ ਪਾਵਰ ਕਿੰਨੀ ਹੈ। ਤੁਸੀਂ ਸੁਣ ਕੇ ਹੀ ਉਹਨੂੰ ਵਿਜ਼ੂਅਲਾਈਜ਼ ਕਰਦੇ ਹੋ ਔਰ ਦੇਸ਼ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਤੇ ਤੁਹਾਡੇ ਅੰਦਰ ਜੋਸ਼ ਭਰਦਾ ਹੈ। ਉਸ ਤੋਂ ਬਾਅਦ ਇੱਕ ਹੋਰ ਗੀਤ ਆਇਆ ਸੀ, ਉਹ ਤੁਸੀਂ ਸਾਰਿਆਂ ਨੂੰ ਯਾਦ ਹੋਊਗਾ, ਮਿਲੇ ਸੁਰ ਮੇਰਾ ਤੁਮਹਾਰਾ। ਰੇਡੀਓ ਤੇ ਵੀ ਚੱਲਿਆ, ਫਿਲਮਾਇਆ ਵੀ ਗਿਆ। ਉਹਦੇ ਵਿੱਚ ਦੇਸ਼ ਦੇ ਕਲਾਸੀਕਲ ਮਿਊਜ਼ਿਕ ਤੇ ਫੋਕ ਸਾਰੀਆਂ, ਇੱਕ ਇੱਕ ਸੈਂਟੈਂਸ ਇੱਕ ਇੱਕ ਭਾਸ਼ਾ ਚੋਂ ਲਿਆ ਗਿਆ। ਮਤਲਬ ਹੈ ਸਾਰਾ ਉਹ ਸੀ, ਮਿਲੇ ਸੁਰ ਮੇਰਾ ਤੁਮਾਰਾ, ਲੇਕਿਨ ਉਹ ਕਦੇ ਪੰਜਾਬੀ ਚ ਆ ਜਾਂਦਾ ਸੀ, ਗੁਜਰਾਤੀ ਚ ਆ ਜਾਂਦਾ ਸੀ, ਉੜੀਆ ਚ ਆ ਜਾਂਦਾ ਸੀ, ਕੰਨੜ ਚ ਆ ਜਾਂਦਾ ਸੀ, ਅਸਮੀਆ ਚ ਆ ਜਾਂਦਾ ਸੀ। ਉਹ ਪੂਰੇ ਦੇਸ਼ ਦੇ ਵਿੱਚ ਇੰਨਾ ਵਧੀਆ ਗੀਤ ਚੱਲਿਆ। ਉਹ ਸਾਨੂੰ ਦੇਸ਼ ਭਗਤੀ ਚ ਪਰੋ ਕੇ ਰੱਖਦਾ, ਉਹ ਦੇਸ਼ ਨੂੰ ਇੱਕ ਮਾਲਾ ਚ ਪਰੋ ਕੇ ਰੱਖਦਾ। ਸਾਡੇ ਉਹ ਸੁਣਦੇ ਸਾਰੇ ਸਾਡੇ ਅੰਦਰ ਮਨਾਂ ਦੇ ਵਿੱਚ ਨਾ ਗੂੰਜਣਾ ਸ਼ੁਰੂ ਹੋ ਜਾਂਦਾ। ਆਲ ਇੰਡੀਆ ਰੇਡੀਓ ਦਾ ਇਹ ਬਹੁਤ ਵੱਡਾ ਰੋਲ ਰਿਹਾ ਹੈ ਕਿ ਇਹਨੂੰ ਭਾਵੇਂ ਸਾਡੀ ਕਿੰਨੀ ਵਿਭਿੰਨਤਾ ਹੈ, ਕਿੰਨੇ ਧਰਮ ਨੇ, ਕਿੰਨੀਆਂ ਜ਼ਾਤਾਂ ਨੇ, ਕਿੰਨੇ ਇਲਾਕੇ ਨੇ, ਕਿੰਨੀਆਂ ਬੋਲੀਆਂ ਨੇ, ਪਰ ਆਲ ਇੰਡੀਆ ਰੇਡੀਓ ਤੋਂ ਜਦੋਂ ਪ੍ਰੋਗਰਾਮ ਬ੍ਰੌਡਕਾਸਟ ਹੁੰਦੇ ਆ ਤਾਂ ਸਾਰੇ ਹਿੰਦੁਸਤਾਨ ਵਿੱਚ ਇੱਕੋ ਸਮੇਂ ਸੁਣੇ ਜਾਂਦੇ ਆ, ਇੱਕੋ ਮੈਸੇਜ ਆ ਰਿਹਾ ਹੁੰਦਾ, ਇੱਕੋ ਤਰ੍ਹਾਂ ਦੀ ਉੱਥੇ ਗੱਲ ਕੀਤੀ ਜਾਂਦੀ ਹੈ। ਸੋ ਇਹਨੂੰ ਪਰੋ ਕੇ ਰੱਖਣ ਦੀ ਗੱਲ ਹੈ। ਭਾਰਤ ਨੂੰ, ਇਸ ਦੀ ਵਿਭਿੰਨਤਾ ਨੂੰ ਇੱਕ ਬਣਾ ਕੇ ਰੱਖਣ ਦਾ ਆਲ ਇੰਡੀਆ ਰੇਡੀਓ ਦਾ ਇੰਨਾ ਵੱਡਾ ਜਿਹੜਾ ਉਹ ਰੋਲ ਰਿਹਾ ਹੈਗਾ। ਸੋ ਡਾਕਟਰ ਸਾਹਿਬ ਮੈਨੂੰ ਦੱਸ ਦੇਣਾ, ਮੇਰੇ ਕੋਲ ਹੈ ਬਹੁਤ ਕੁਝ ਹੈ ਕਹਿਣ ਨੂੰ, ਮੈਂ ਤਾਂ 2-3 ਘੰਟੇ ਬੋਲ ਸਕਦਾ, ਕਿੰਨਾ ਕੁ ਟਾਈਮ ਮੈਨੂੰ ਦੱਸ ਦੇਣਾ ਸਾਡੇ ਜੀ। ਕੋਲ 10 ਮਿੰਟ ਹਲੇ ਹੋਰ ਨੇ, ਫਿਰ ਤੁਸੀਂ ਜੀ ਜੀ। ਸੋ ਇਸ ਵਕਤ ਹੁਣ ਆਪਾਂ ਛੋਟੀ ਜਿਹੀ ਗੱਲ ਕਰ ਲਈਏ, ਕਿਉਂਕਿ ਡਾਕਟਰ ਕੁਲਦੀਪ ਨੇ ਮੈਨੂੰ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਵੀ ਰੇਡੀਓ ਬਾਰੇ ਆਪਾਂ ਜਿਹੜੀ ਆ ਉਹ ਗੱਲ ਕਰ ਲਈਏ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਟਾਈਮ ਰੇਡੀਓ ਦਾ ਜੋ ਟਰਾਂਸਮੀਟਰਸ ਤੇ ਅਵੇਲੇਬਲ ਹੀ ਹੈ, ਜਿਹਨੂੰ ਟੈਰੇਸਟਰੀਅਲ ਸਿਗਨਲ ਕਹਿੰਦੇ ਆ। ਟਰਾਂਸਮੀਟਰ ਤੋਂ ਤੁਹਾਡੇ ਤੱਕ ਸਿਗਨਲ ਆਉਂਦਾ, FM ਦਾ ਆ ਰਿਹਾ, ਮੀਡੀਅਮ ਵੇਵ ਦਾ ਤੁਹਾਡੇ ਕੋਲੇ ਆ ਰਿਹਾ, ਸ਼ਾਰਟ ਵੇਵ ਦਾ ਆ ਰਿਹਾ। ਲੇਕਿਨ ਇਸ ਟਾਈਮ ਵਰਲਡ ਦੇ ਵਿੱਚ ਸਿਨੈਰੀਓ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਟੈਰੇਸਟਰੀਅਲ ਰੇਡੀਓ ਜਿਹੜਾ ਉਹ ਤਾਂ ਖਤਮ ਨਹੀਂ ਹੋਣਾ, ਕਿਉਂਕਿ ਦੂਰ ਦਰਾਡੇ ਲੋਕਾਂ ਤੱਕ ਸਿਗਨਲ ਪਹੁੰਚਾਉਣ ਦਾ, ਜਿੱਥੇ ਹਾਲੇ ਇੰਟਰਨੈਟ ਨਹੀਂ ਪਹੁੰਚਦਾ, ਕਿਉਂਕਿ ਗਵਰਨਮੈਂਟ ਦੀਆਂ ਜਿਹੜੀਆਂ ਹੈਗੀਆਂ ਨੇ ਏਜੰਸੀਆਂ ਜਾਂ ਗਵਰਨਮੈਂਟ ਦੇ ਜਿਹੜੇ ਮਾਫ ਕਰਨਾ ਜਿਹੜੇ ਮੋਬਾਈਲ ਟਾਵਰਸ ਵਗੈਰਾ ਨੇ, ਉਹ ਸਿਰਫ ਉੱਥੇ ਤੱਕ ਹੀ ਟਾਵਰ ਲਾਉਂਦੇ ਆ ਜਿੱਥੋਂ ਤੱਕ ਉਹਨਾਂ ਨੂੰ ਜ਼ਿਆਦਾ ਪੈਸਾ ਮਿਲਣਾ। ਹਾਲੇ ਦੂਰ ਦਰਾਡੇ ਇਲਾਕਿਆਂ ਵਿੱਚ ਰੇਡੀਓ ਦਾ ਸਿਗਨਲ ਟੈਰੇਸਟਰੀਅਲੀ ਪਹੁੰਚ ਰਿਹਾ, ਹਾਲੇ ਤਾਂ ਇਹ ਖਤਮ ਨਹੀਂ ਹੁੰਦਾ, ਹਿੰਦੁਸਤਾਨ 'ਚ ਤਾਂ ਨਹੀਂ ਹੁੰਦਾ, ਪਰ ਬਾਹਰਲੇ ਮੁਲਕਾਂ ਦੇ ਵਿੱਚ ਸ਼ੁਰੂ ਹੋ ਗਿਆ ਹੋਇਆ। ਨਾਰਵੇ ਨੇ ਆਪਣੇ ਸਾਰੇ ਰੇਡੀਓ ਸਟੇਸ਼ਨ FM ਜਿਹੜੇ ਆ ਉਹ ਅੱਜ ਤੋਂ 2 ਸਾਲ ਪਹਿਲਾਂ ਹੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਸੀ, ਕਿਉਂਕਿ ਉਹ ਸਭ ਕੁਝ ਡਿਜੀਟਲ ਆ ਰਹੇ ਨੇ। ਇਸੇ ਤਰ੍ਹਾਂ BBC ਨੇ ਵੀ ਸ਼ੁਰੂ ਕਰ ਦਿੱਤਾ। BBC ਨੇ ਇੰਗਲੈਂਡ ਦੇ ਵਿੱਚ ਤੇ ਡੈਬ ਸ਼ੁਰੂ ਕਰ ਦਿੱਤੀ ਹੈ, ਪਰ ਵਰਲਡ ਦੇ ਵਿੱਚ ਉਹ ਪ੍ਰੋਗਰਾਮ ਕਰਦੇ ਸੀਗੇ ਟਰਾਂਸਮੀਟਰਸ ਦੇ ਉੱਤੇ ਆ ਕੇ। ਸਾਨੂੰ ਮੀਡੀਅਮ ਵੇਵ ਤੇ ਮਿਲਦਾ ਸੀ, ਸ਼ਾਰਟ ਵੇਵ ਤੇ ਮਿਲਦੇ ਸੀ। BBC ਨੇ ਉਹ ਵੀ ਬੰਦ ਕਰ ਦਿੱਤਾ। BBC ਨੇ ਪਿਛਲੇ ਸਮੇਂ ਦੇ ਵਿੱਚ ਇੱਕ ਰੇਡੀਓ ਸ਼ੁਰੂ ਕੀਤਾ ਸੀ, ਡਿਜੀਟਲ ਰੇਡੀਓ ਆਨਲਾਈਨ, ਉਹ ਉਹਨਾਂ ਦਾ ਚੱਲਦਾ ਹੈ, ਪਰ ਹੁਣ ਉਹ YouTube ਦੇ ਉੱਤੇ ਲਾਈਵ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਤਾਂ ਤੁਸੀਂ BBC ਦੇ ਪ੍ਰੋਗਰਾਮ ਸ਼ਾਮ ਨੂੰ 7:30 ਤੋਂ 8 ਵਜੇ ਤੱਕ ਜਿਹੜਾ ਉਹਨਾਂ ਦਾ ਡੇਲੀ ਦਿਨ ਭਰ BBC ਦਿਨ ਭਰ ਪ੍ਰੋਗਰਾਮ ਆਉਂਦਾ, ਉਹ ਤੁਸੀਂ ਸ਼ਾਮ ਨੂੰ 7 ਤੋਂ 7:30 ਵੇਖ ਲਓ। ਤੁਹਾਨੂੰ ਕੋਈ ਅਖਬਾਰ, ਕੋਈ TV, ਕੋਈ ਰੇਡੀਓ, ਕੋਈ ਮੋਬਾਈਲ ਦੇਖਣ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਪੂਰੀ ਦੁਨੀਆ ਨਾਲ ਜੋੜ ਦਿੰਦਾ। ਸੋ ਟੈਕਨੋਲੋਜੀ ਨਾਲ ਚੇਂਜਸ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਹੋਈਆਂ ਇਸ ਤਰ੍ਹਾਂ ਦੀਆਂ ਕਿ ਰੇਡੀਓ ਹੁਣ ਸਾਰਾ ਡਿਜੀਟਲ ਹੋ ਰਿਹਾ, ਸਾਰਾ ਆਨਲਾਈਨ ਹੋ ਰਿਹਾ, ਪਰ ਹਾਲੇ ਭਾਰਤ ਦੇ ਵਿੱਚ ਨਹੀਂ ਹੈ। ਜਿਵੇਂ ਪੰਜਾਬ ਦੇ ਵਿੱਚ ਸਾਡੇ ਜਲੰਧਰ ਰੇਡੀਓ ਸਟੇਸ਼ਨ ਹੈ, ਜਲੰਧਰ ਕਈ ਸਟੇਸ਼ਨ ਨੇ, ਜਲੰਧਰ ਇੱਕ ਨਹੀਂ ਹੈਗਾ, ਜਲੰਧਰ ਉੱਥੇ ਚੱਲਦਾ ਹੈ
FM ਰੇਡੀਓ ਚੱਲਦਾ, ਉੱਥੇ ਵਿਵਧ ਭਾਰਤੀ ਚੱਲਦਾ, ਉੱਥੇ ਫੋਰਨ ਸਰਵਿਸ ਚੱਲਦੀ ਹੈ ਜਿਹਨੂੰ ਉਰਦੂ ਸਰਵਿਸ ਕਹਿੰਦੇ ਆ, ਉੱਥੇ ਮੀਡੀਅਮ ਵੇਵਸ ਚੱਲਦੀ ਹੈ, ਉੱਥੇ ਉਹਨਾਂ ਦਾ ਗਿਆਨ ਜੋਤੀ ਪ੍ਰੋਗਰਾਮ ਚੱਲਦਾ ਹੈ, ਐਜੂਕੇਸ਼ਨ ਬ੍ਰੌਡਕਾਸਟ ਵਾਸਤੇ ਸਪੈਸ਼ਲ ਜੋ ਸ਼ੁਰੂ ਹੋਇਆ ਸੀ। ਹੁਣ ਉੱਥੇ ਪ੍ਰਾਈਵੇਟ ਰੇਡੀਓ ਸਟੇਸ਼ਨ ਵੀ ਬਹੁਤ ਆ ਗਿਆ, ਇਸੇ ਤਰ੍ਹਾਂ ਆਕਾਸ਼ਵਾਣੀ ਦਾ ਬਠਿੰਡੇ 'ਚ ਵੀ ਹੈ ਇੱਕ ਚੈਨਲ ਰੇਡੀਓ ਸਟੇਸ਼ਨ, ਇੱਕ ਅੰਮ੍ਰਿਤਸਰ ਹੈ, ਫਿਰੋਜ਼ਪੁਰ ਹੈ, ਉੱਥੇ ਟਰਾਂਸਮੀਟਰ ਲੱਗੇ ਆ, ਪਟਿਆਲੇ ਦੇ ਵਿੱਚ ਵੀ ਹੈ ਸਾਡੇ FM ਰੇਡੀਓ ਸਟੇਸ਼ਨ ਹੈ, ਪਰ ਪ੍ਰਾਈਵੇਟ ਸਟੇਸ਼ਨ ਜਿਹੜੇ ਬੜੇ ਆ ਚੁੱਕੇ ਹੋਏ ਆ। ਸੋ ਰੇਡੀਓ ਦੀ ਐਕਸਪੈਂਸ਼ਨ ਹਾਲੇ ਇੰਡੀਆ ਦੇ ਵਿੱਚ ਹੋ ਰਹੀ ਹੈ, ਇਹ ਹੋਣੀ ਹੈ ਹਾਲੇ, ਕਿਉਂਕਿ ਬਹੁਤ ਸਾਰੇ ਲੋਕਾਂ ਕੋਲੇ ਹਾਲੇ ਜੋ ਮੋਬਾਈਲ ਦੇ ਉੱਤੇ ਉਹਨਾਂ ਕੋਲੇ ਇੰਟਰਨੈਟ ਨਹੀਂ ਹੈਗਾ, ਹਾਲੇ ਉਹਨਾਂ ਕੋਲੇ ਉਹ ਸਿਰਫ ਕਾਲ ਸੁਣਨ ਤੇ ਗੱਲ ਫੋਨ ਕਰਨ ਵਾਸਤੇ ਜਿਹੜੇ ਆ ਉਹ ਲੈ ਰਹੇ ਨੇ। ਪਰ ਹੌਲੀ ਹੌਲੀ ਜ਼ਮਾਨਾ, ਕਿਉਂਕਿ ਹੌਲੀ ਹੋਰ ਸਸਤਾ ਹੋ ਰਿਹਾ ਨੈਟ, ਕੰਪਨੀਆਂ ਕੰਪੀਟੀਸ਼ਨ 'ਚ ਆ ਰਹੀਆਂ ਨੇ, ਸੋ ਇਸ ਕਰਕੇ ਇਹ ਹੌਲੀ ਹੌਲੀ ਬਿਲਕੁਲ ਹੀ ਆਨਲਾਈਨ ਸਾਰਾ ਰੇਡੀਓ ਹੋ ਜਾਣਾ। ਹਾਂ ਟਾਈਮ ਜ਼ਰੂਰ ਲੱਗੂਗਾ ਹਾਲੇ, ਪਰ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਇਸ ਟੈਕਨੋਲੋਜੀ ਨੂੰ ਅਪਣਾ ਰਹੇ ਨੇ ਤੇ ਇਸ ਪਾਸੇ ਆ ਰਹੇ ਨੇ, ਔਰ ਇਹਦੇ ਨਾਲ ਤੁਹਾਡੇ ਯੂਥ ਵਾਸਤੇ ਰੇਡੀਓ ਦੇ ਵਿੱਚ ਜਾਣ ਦਾ ਬੜਾ ਵੱਡਾ ਮੌਕਾ ਹੈ। ਰੇਡੀਓ ਸ਼ੁਰੂਆਤ ਹੈ, ਤੁਸੀਂ ਇਹਦੇ ਵਿੱਚ ਪ੍ਰੋਗਰਾਮ ਕਰਕੇ, ਸੁਣ ਕੇ, ਸਿੱਖ ਕੇ, ਲਿਖ ਕੇ ਦੂਸਰੇ ਮੀਡੀਆ ਜਾ ਸਕਦੇ। ਮੈਂ ਆਪਣੀ ਐਗਜ਼ਾਮਪਲ ਦਿੰਦਾ ਤੁਹਾਨੂੰ, ਮੈਨੂੰ ਸ਼ੁਰੂ ਤੋਂ ਰੇਡੀਓ ਨਾਲ ਪਿਆਰ ਹੈ, ਮੈਂ ਅਖਬਾਰਾਂ ਵਿੱਚ ਲਿਖਣਾ, ਰੇਡੀਓ ਤੋਂ ਮੈਨੂੰ ਭਾਸ਼ਾ ਮਿਲੀ ਹੈ, ਰੇਡੀਓ ਤੋਂ ਮੈਨੂੰ ਸਟਾਈਲ ਮਿਲਿਆ, ਰੇਡੀਓ ਤੋਂ ਮੈਨੂੰ ਸਟੈਮਨਾ ਮਿਲਿਆ, ਰੇਡੀਓ ਦੇ ਨਾਲ ਮੈਂ ਆਪਣੇ ਆਪ ਨੂੰ, ਮੇਰੀ ਆਪਣੀ ਜਿਹੜੀ ਬ੍ਰੌਡਕਾਸਟਿੰਗ ਦੀ ਕੈਨਵਸ ਹੈ ਉਹ ਇੰਨੀ ਵੱਡੀ ਹੋਈ ਹੈ। ਔਰ ਉਹ 32 ਸਾਲਾਂ ਦਾ ਮੇਰਾ ਜਿਹੜਾ ਤਜਰਬਾ ਹੈ ਰੇਡੀਓ ਦਾ, ਉਹਦਾ ਫਾਇਦਾ ਗਲੋਬਲ ਪੰਜਾਬ ਟੀਵੀ ਵਾਲਿਆਂ ਨੇ ਤਾਂ ਲਿਆ ਹੀ ਹੈ, ਮੈਨੂੰ ਵੀ ਹੋਇਆ ਕਿ ਰਿਟਾਇਰਮੈਂਟ ਤੋਂ ਇਮੀਡੀਏਟਲੀ ਬਾਅਦ ਮੈਂ ਨੈਕਸਟ ਡੇ ਗਲੋਬਲ ਪੰਜਾਬ ਟੀਵੀ ਨੂੰ ਜੁਆਇਨ ਕਰ ਲਿਆ। ਸੋ ਇਹ ਫਾਇਦਾ ਹੈ, ਤੁਸੀਂ ਇੱਕ ਮੀਡੀਆ 'ਚ ਰਹਿ ਕੇ ਜਦੋਂ ਆਪਣੀ ਇਮੇਜ ਬਣਾ ਲੈਂਦੇ ਹੋ ਤਾਂ ਫਿਰ ਤੁਹਾਨੂੰ ਦੂਸਰੇ ਐਵੀਨਿਊਜ਼ ਬੜੇ ਖੁੱਲ੍ਹ ਜਾਂਦੇ ਆ ਤੁਹਾਡੇ ਵਾਸਤੇ ਬਹੁਤ। ਜਦੋਂ ਤੁਸੀਂ ਭਾਸ਼ਾ ਤੇ ਤੁਹਾਡਾ ਸਟਰੋਂਗ ਹੋਵੇ, ਤੁਹਾਡੀ ਵੋਕੈਬਲਰੀ ਤੁਹਾਨੂੰ ਬਹੁਤ ਜ਼ਿਆਦਾ ਆਉਂਦੀ ਹੋਵੇ, ਔਰ ਨਾਲ ਦੀ ਨਾਲ ਤੁਸੀਂ ਵਧੀਆ ਆਵਾਜ਼ ਹੋਵੇ, ਸਟਾਈਲ ਹੋਵੇ ਤੁਹਾਡੇ ਕੋਲੇ ਗੱਲ ਕਰਨ ਦਾ, ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸੋ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੱਕ ਮੀਡੀਆ ਦੇ ਵਿੱਚ ਸਟਰੋਂਗ ਕਰੋ। ਰੇਡੀਓ ਦੇ ਵਿੱਚ ਆਯਾਮ ਬੜੇ ਨੇ, ਹੋਰ ਵੀ ਬਹੁਤ ਕੁਝ ਤੁਸੀਂ ਜਿਹੜੇ ਆ ਉਹ ਕਰ ਸਕਦੇ ਹੋ, ਲੇਕਿਨ ਇਹ ਹੈ ਕਿ ਭਾਸ਼ਾ ਦੀ ਪਹਿਲਾਂ ਮੈਂ ਗੱਲ ਕੀਤੀ ਸੀ, ਭਾਸ਼ਾ ਤੇ ਆਪਣੇ ਆਪ ਨੂੰ ਕੰਪਲੀਟ ਉਹਦੇ ਉੱਤੇ ਤੁਹਾਡਾ ਕੰਟਰੋਲ ਹੋਣਾ ਚਾਹੀਦਾ। ਜ਼ਿਆਦਾ ਪੜ੍ਹੋ, ਜ਼ਿਆਦਾ ਗ੍ਰਾਸਪ ਕਰੋ, ਤਾਂ ਕਿ ਤੁਹਾਡੇ ਅੰਦਰ ਦੁਨੀਆ ਦੀ ਇੰਨੀ ਨੌਲੇਜ ਹੋਵੇ ਕਿ ਜਦੋਂ ਦੂਸਰਾ ਤੁਹਾਡੇ ਨਾਲ ਗੱਲ ਕਰੇ ਤਾਂ ਉਹਨੂੰ ਪਤਾ ਲੱਗੇ ਕਿ ਤੁਹਾਡੇ ਅੰਦਰ ਤੇ ਸਮੁੰਦਰ ਹੈ। ਅਖਬਾਰਾਂ ਪੜ੍ਹੋ। ਮੈਂ ਵੈਸੇ ਆਪਣੇ ਸਟੂਡੈਂਟਸ ਨੂੰ ਕਹਿੰਦਾ ਹੁੰਦਾ, ਮੈਂ ਪੰਜਾਬੀ ਭਾਸ਼ਾ ਦੇ ਖਿਲਾਫ ਨਹੀਂ, ਕਿਉਂਕਿ ਪੰਜਾਬੀ ਭਾਸ਼ਾ ਨੇ ਤਾਂ ਮੈਨੂੰ ਅੱਜ ਇੱਥੇ ਤੱਕ ਪਹੁੰਚਾਇਆ। ਪੰਜਾਬੀ ਭਾਸ਼ਾ ਤੁਹਾਡੇ ਕੋਲੋਂ ਖੁੱਸਦੀ ਨਹੀਂ, ਮਰਦੀ ਨਹੀਂ, ਕਿਤੇ ਨਹੀਂ ਜਾਂਦੀ, ਲੇਕਿਨ ਡੇਲੀ ਆਦਤ ਪਾ ਲਓ ਕਿ ਇੰਗਲਿਸ਼ ਨਿਊਜ਼ਪੇਪਰ ਪੜ੍ਹਨਾ ਹੀ ਪੜ੍ਹਨਾ। ਸਮਝ ਆਉਂਦੀ ਹੈ ਚਾਹੇ ਨਹੀਂ ਆਉਂਦੀ, ਇੰਗਲਿਸ਼ ਦੀਆਂ ਨਿਊਜ਼ ਸੁਣਨੀਆਂ ਸ਼ੁਰੂ ਕਰ ਦਿਓ, ਕਿਉਂਕਿ ਵਰਲਡ ਦੇ ਵਿੱਚ ਜਿੰਨੀ ਇਨਫੋਰਮੇਸ਼ਨ ਆ ਰਹੀ ਹੈ ਨਾ, ਉਹ ਫਸਟ ਹੈਂਡ ਇਨਫੋਰਮੇਸ਼ਨ ਇੰਗਲਿਸ਼ ਮੀਡੀਅਮ 'ਚ ਆ ਰਹੀ ਹੈ, ਉਸ ਤੋਂ ਬਾਅਦ ਟਰਾਂਸਲੇਟ ਹੋ ਰਹੀ ਹੈ। ਸੋ ਜਦੋਂ ਟਰਾਂਸਲੇਟ ਹੁੰਦੀ ਹੈ ਤਾਂ ਉਹਦੇ 'ਚ ਡਿਲੂਸ਼ਨ ਹੋ ਜਾਂਦੀ ਹੈ, ਥੋੜੀ ਨਾ ਥੋੜੀ ਅੱਗੇ। ਸੋ ਆਪਣੇ ਆਪ ਨੂੰ ਇੰਗਲਿਸ਼ ਲੈਂਗੁਏਜ ਦੇ ਨਾਲ ਜੋੜੋ, ਇੰਗਲਿਸ਼ ਭਾਸ਼ਾ ਦੇ ਨਿਊਜ਼ਪੇਪਰ ਪੜ੍ਹੋ, ਰੇਡੀਓ ਸੁਣੋ, ਉੱਥੇ ਵੀ ਨਿਊਜ਼ ਸੁਣੋ, ਟੀਵੀ ਵੇਖੋ, ਜਿਹੜਾ ਮਰਜ਼ੀ ਵੇਖੋ, ਪਰ ਇੰਗਲਿਸ਼ ਦੀਆਂ ਖਬਰਾਂ, ਇੰਗਲਿਸ਼ ਦੇ ਪ੍ਰੋਗਰਾਮ, ਇੰਗਲਿਸ਼ ਦੀਆਂ ਡਾਕੂਮੈਂਟਰੀਜ਼ ਵੇਖੋ। ਤੁਹਾਡੀ ਭਾਸ਼ਾ, ਉਹਦੇ ਨਾਲ ਉਸ ਭਾਸ਼ਾ 'ਚੋਂ ਸਾਰੀ ਜਾਣਕਾਰੀ ਤੁਸੀਂ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਲਿਆ ਕੇ ਅੱਗੇ ਪ੍ਰੈਜ਼ੈਂਟ ਕਰ ਸਕਦੇ ਹੋ। ਤੁਹਾਡੇ ਲਈ ਬਹੁਤ ਸਾਰੇ ਐਵੀਨਿਊਜ਼ ਖੁੱਲ੍ਹਣਗੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਓਪਰਚੁਨਿਟੀਜ਼ ਤੁਹਾਨੂੰ ਆਉਣਗੀਆਂ। ਮੈਨੂੰ ਲੱਗਦਾ ਕਿ ਕਾਫੀ ਗੱਲਾਂ ਮੈਂ ਕਰ ਦਿੱਤੀਆਂ ਨੇ, ਕੋਈ ਰਹਿ ਗਈ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਸਰ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਜ਼ਿਆਦਾ ਇਨਫੋਰਮੇਟਿਵ ਲੈਕਚਰ ਰਿਹਾ। ਬਟ ਇਸ ਦੇ ਨਾਲ ਨਾਲ ਜਿਹੜੇ ਤੁਸੀਂ ਤੁਹਾਡੇ ਲੈਕਚਰ ਨੇ ਨਾ, ਬਹੁਤ ਸਾਰੇ ਕੁਐਸਚਨ ਵੀ ਰੇਜ਼ ਕੀਤੇ ਨੇ। ਜਿਹੜਾ ਹੁਣ ਦੇ ਟਾਈਮ ਦਾ ਪੋਲੀਟੀਕਲ ਸਟਰਕਚਰ ਦੇ ਵਿੱਚ ਆਪਾਂ ਐਗਜ਼ਿਸਟ ਕਰ ਰਹੇ ਹਾਂ, ਉਹਦੇ ਵਿੱਚ ਕ੍ਰੈਡੀਬਿਲਿਟੀ ਦੇ ਉੱਤੇ ਬਹੁਤ ਸਾਰੇ ਕੁਐਸਚਨ ਹੋ ਰਹੇ ਨੇ, ਮੀਡੀਆ ਦੀ ਕ੍ਰੈਡੀਬਿਲਿਟੀ ਦੇ ਉੱਪਰ। ਅਤੇ ਨਾਲ ਦੀ ਨਾਲ ਹੀ ਪਿਛਲੇ ਦਿਨਾਂ 'ਚ ਜਿਹੜੀਆਂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਨਾਲ ਰਿਲੇਟਡ, ਫਰੀਡਮ ਆਫ ਪ੍ਰੈਸ ਦੇ ਨਾਲ ਰਿਲੇਟਡ ਜਿਹੜੀਆਂ ਰਿਪੋਰਟਸ ਆਈਆਂ ਨੇ ਗਲੋਬਲ ਲੈਵਲ 'ਤੇ, ਉਹਨਾਂ ਦੇ ਵਿੱਚ ਵੀ ਲਗਾਤਾਰ ਆਪਣਾ ਜਿਹੜਾ ਇੰਡੀਆ ਦਾ ਜਿਹੜਾ ਸਥਾਨ ਹੈ ਉਹ ਨੀਚੇ ਜਾ ਰਿਹਾ। ਅਤੇ ਐਥੀਕਲ ਬਹੁਤ ਸਾਰੇ ਇਸ਼ੂਜ਼ ਮੀਡੀਆ ਇਸ ਟਾਈਮ ਫੇਸ ਕਰ ਰਿਹਾ, ਜਿਹਦੇ ਵਿੱਚ ਅਲਟਰਨੇਟਿਵ ਮੀਡੀਆ ਇਸ ਟਾਈਮ 'ਤੇ ਸਪੈਸ਼ਲੀ ਪੰਜਾਬ ਦਾ, ਜਦੋਂ ਆਪਾਂ ਕਿਸਾਨ ਮੋਰਚੇ ਦਾ ਇਹਨਾਂ ਚੀਜ਼ਾਂ ਨਾਲ ਰਿਲੇਟ ਕਰਕੇ ਦੇਖਦੇ ਹਾਂ, ਅਤੇ ਪੰਜਾਬ ਦਾ ਜਿਹੜਾ ਅਲਟਰਨੇਟਿਵ ਮੀਡੀਆ
ਉਹ ਮੇਨ ਸਟ੍ਰੀਮ ਮੀਡੀਆ ਦੇ ਨਾਲੋਂ ਹਾਂਜੀ। ਬੈਟਰ ਕੰਮ ਕਰ ਰਿਹਾ। ਸਪੈਸ਼ਲੀ ਜਿਹੜੇ ਅਲੱਗ-ਅਲੱਗ ਕੋਲੈਬੋਰੇਸ਼ਨ ਦੇ ਵਿੱਚ ਬਹੁਤ ਸਾਰੇ ਚੈਨਲ ਚੱਲ ਰਹੇ ਨੇ ਆਸਟ੍ਰੇਲੀਆ, ਕੈਨੇਡਾ ਜਾਂ ਅਮਰੀਕਾ ਨਾਲ ਕਰਕੇ, ਬੈਠਾ ਤੇ ਉਹਨਾਂ ਤੋਂ ਬਹੁਤ ਸਾਰੀ ਆਪਣੇ ਕੋਲ ਇੱਦਾਂ ਦੀ ਇਨਫੋਰਮੇਸ਼ਨ ਪਹੁੰਚ ਰਹੀ ਹੈ ਜਿਹੜੀ ਅਦਰਵਾਈਜ਼ ਮੇਨ ਸਟ੍ਰੀਮ ਮੀਡੀਆ ਬਿਲਕੁਲ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਤੁਸੀਂ ਸੈਂਸਰਸ਼ਿਪ ਤੇ ਕੰਟਰੋਲ ਦੇ ਮੁੱਦੇ ਬਾਰੇ ਵੀ ਬਿਲਕੁਲ ਸਹੀ ਤੁਹਾਡੀ ਇਹ ਆਬਜ਼ਰਵੇਸ਼ਨ ਹੈ ਕਿ ਜਿਹੜਾ ਸੈਂਸਰਸ਼ਿਪ ਦਾ ਮਸਲਾ ਹੈ ਉਹ ਬੇਸ਼ੱਕ ਆਫੀਸ਼ੀਅਲੀ ਆਪਾਂ ਉਹਨੂੰ ਨਹੀਂ ਕਹਿ ਸਕਦੇ ਕਿ ਇਟਸ ਲਾਈਕ ਅ ਸੈਂਸਰਸ਼ਿਪ, ਬਟ ਜਿਹੜੀਆਂ ਬਹੁਤ ਸਾਰੀਆਂ ਮਤਲਬ ਇਸ ਕਿਸਮ ਦੀਆਂ ਰੈਗੂਲੇਸ਼ਨਸ ਨੇ। ਪਿਛਲੇ ਦਿਨਾਂ ਸੋਸ਼ਲ ਮੀਡੀਆ ਦੇ ਰੈਗੂਲੇਸ਼ਨ ਵੀ ਆਈ ਹੈ ਜਿਹੜੀ ਇੰਡੀਅਨ ਗਵਰਨਮੈਂਟ ਨੇ ਉਹ ਕੀਤੀ ਹੈ। ਸੋ ਉਹਦੇ ਥਰੂ ਕਿਤੇ ਨਾ ਕਿਤੇ ਇਹ ਹੈ ਮੀਡੀਆ ਦੇ ਉੱਤੇ ਇੱਕ ਕਿਸਮ ਦਾ ਪੋਲੀਟੀਕਲ ਪ੍ਰੈਸ਼ਰ ਜਿਹੜਾ ਆਪਾਂ ਪਹਿਲਾਂ ਨਹੀਂ ਸੀ ਫੀਲ ਕਰ ਰਹੇ। ਬਸ ਇਸ ਟਾਈਮ ਸਾਰਾ ਮੀਡੀਆ ਇੱਕ ਉਸ ਕਿਸਮ ਦਾ ਪ੍ਰੈਸ਼ਰ ਫੀਲ ਕਰ ਰਿਹਾ ਜਿਹਦੇ ਵਿੱਚ ਮਿਸ ਇਨਫੋਰਮੇਸ਼ਨ ਦਾ ਦੌਰ ਵੀ ਹੈ, ਥੋੜ੍ਹਾ ਫੇਕ ਨਿਊਜ਼ ਦਾ ਦੌਰ ਵੀ ਹੈ। ਤੇ ਇਹ ਸਾਰੇ ਦੇ ਵਿੱਚ ਰੇਡੀਓ ਦਾ ਐਗਜ਼ਿਸਟ ਕਰਨਾ ਜਾਂ ਇੰਡੀਪੈਂਡੈਂਟ ਮੀਡੀਅਮ ਦੇ ਤੌਰ ਦੇ ਉੱਤੇ ਜਿਸ ਕਿਸਮ ਨਾਲ ਹੁਣ ਵੀ ਰੇਡੀਓ ਆਪਣੀ ਬਹੁਤ ਸਾਰੀ ਜਿਹੜੀ ਵੱਡੇ ਲੈਵਲ ਦੇ ਉੱਤੇ ਪਾਪੂਲੇਸ਼ਨ ਦੀਆਂ ਮੁੱਦਿਆਂ ਨੂੰ ਉਠਾਉਣ ਦੇ ਵਿੱਚ ਜੇ ਕਾਮਯਾਬ ਹੋ ਰਿਹਾ, ਤੇ ਮੈਨੂੰ ਲੱਗਦਾ ਕਿ ਇਹਦੇ ਲਈ ਇਹਨੂੰ ਸ਼ਾਬਾਸ਼ ਦਿੱਤੀ ਜਾਣੀ ਚਾਹੀਦੀ ਹੈ ਇਸ ਰੇਡੀਓ ਨੂੰ। ਤੇ ਹੁਣ ਇਸ ਤੋਂ ਬਾਅਦ ਸਰ ਮੈਂ ਇੱਕ ਕੁਐਸਚਨ ਸਾਡੇ ਸਟੂਡੈਂਟਸ ਵੱਲੋਂ ਆਇਆ ਜਿਹੜੇ ਸਪੈਸ਼ਲੀ ਉਹਨਾਂ ਕੋਲ ਜਰਨਲਿਜ਼ਮ ਦੇ ਸਟੂਡੈਂਟ ਨਹੀਂ ਹੈ, ਬਟ ਅਦਰਵਾਈਜ਼ ਦੇ ਆਰ ਇੰਟਰਸਟਡ ਕਿ ਮੀਡੀਆ ਦੇ ਵਿੱਚ ਜਾਣ ਦੇ ਵਿੱਚ ਇੰਟਰਸਟਡ ਨੇ। ਸੋ ਸਰ ਮੈਂ ਇਹ ਜਾਣਨਾ ਚਾਹੂੰਗੀ ਕਿ ਉਹ ਕਿਸ ਕਿਸਮ ਨਾਲ ਅਪਰੋਚ ਕਰ ਸਕਦੇ ਨੇ, ਜਿੱਦਾਂ ਰੇਡੀਓ ਜਾਂ ਟੈਲੀਵਿਜ਼ਨ ਦੇ ਲਈ ਆਡੀਸ਼ਨ ਕਿਸ ਕਿਸਮ ਦੇ ਹੁੰਦੇ ਨੇ, ਤੇ ਉਹ ਕਿਹੜੀਆਂ ਵੈਬਸਾਈਟਸ ਨੇ ਜਾਂ ਕਿਹੜੇ ਮਤਲਬ ਆਊਟਲੈਟ ਨੇ ਜਿੱਥੇ ਉਹ ਅਪਰੋਚ ਕਰਨ, ਤੇ ਹਾਂਜੀ ਜਿੱਥੇ ਮਤਲਬ ਐਡਵਰਟਾਈਜ਼ਮੈਂਟ ਉਹ ਦੇਖ ਸਕਣ ਤੇ ਮੀਡੀਆ ਦੇ ਵਿੱਚ ਜਾਣ ਦੀ ਤਿਆਰੀ ਕਰ ਸਕਣ। ਜੀ ਹਾਂਜੀ ਦੇਖੋ ਅੱਜ ਕੱਲ ਤਾਂ ਬਹੁਤ ਸਾਰੇ ਸਾਡੇ ਕੋਲੇ ਸੋਰਸਿਸ ਨੇ ਜਿੱਥੋਂ ਅਸੀਂ ਪਤਾ ਲੱਗ ਜਾਂਦਾ, ਨੈਟ ਤੋਂ ਬਹੁਤ ਕੁਝ ਮਿਲ ਜਾਂਦਾ ਹੈ ਸਾਨੂੰ। ਪਰ ਗੱਲ ਇਹ ਹੈ ਕਿ ਆਥੈਂਟਿਕ ਸਾਈਟ ਦੇ ਉੱਤੇ ਜਾ ਕੇ ਤੁਸੀਂ ਜੇਕਰ ਵੇਖਦੇ ਹੋ ਤੇ ਤਾਂ ਤੁਹਾਨੂੰ ਪਤਾ ਲੱਗਦਾ, ਨਹੀਂ ਤੇ ਅੱਜ ਕੱਲ ਫੇਕ ਐਡਵਰਟਾਈਜ਼ਮੈਂਟਸ ਵੀ ਬਹੁਤ ਨੇ, ਲੋਕਾਂ ਨੂੰ ਕਿਆ ਕੁਝ ਹੋ ਜਾਂਦਾ ਫਿਰ ਫਸਾ ਲਿਆ ਜਾਂਦਾ। ਸੋ ਇਹਦੇ ਲਈ ਦੇਖੋ ਜੇ ਤੁਸੀਂ ਜਾਣਾ ਹੈ ਨਿਊਜ਼ਪੇਪਰ ਦੇ ਵਿੱਚ ਤਾਂ ਉਹਦੇ ਲਈ ਤਾਂ ਤੁਹਾਡੇ ਕੋਲ ਰਾਈਟਿੰਗ ਸਕਿੱਲ ਹੋਣੀ ਚਾਹੀਦੀ ਹੈ। ਭਾਸ਼ਾ ਤੇ ਸਾਰੇ ਮੀਡੀਆ 'ਚ ਹੀ ਲੋੜ ਹੈ, ਲੇਕਿਨ ਉਹਦੇ ਲਈ ਤੁਹਾਡੇ ਲਈ ਕਿਉਂਕਿ ਰੇਡੀਓ ਦੀ ਤੇ ਟੀਵੀ ਦੀ ਜਿਹੜੀ ਭਾਸ਼ਾ ਹੈ ਉਹ ਹੋਰ ਹੈ। ਮਾਫ ਕਰਨਾ, ਜੋ ਉਹਦੀ ਸਕਿੱਲ ਹੈ ਪ੍ਰੈਜੈਂਟੇਸ਼ਨ ਦੀ ਉਹ ਤੁਹਾਡੀ ਬੋਲ ਕੇ ਕਰਨ ਵਾਲੀ ਹੈ। ਟੀਵੀ ਦੇ ਵਿੱਚ ਨਾਲ ਤੁਹਾਨੂੰ ਫਿਰ ਤੁਹਾਡਾ ਸਕਰੀਨ ਫੇਸ ਵੀ ਚਾਹੀਦਾ, ਲੇਕਿਨ ਜੇਕਰ ਅਖਬਾਰਾਂ 'ਚ ਲਿਖਣਾ ਹੈ ਤਾਂ ਉਹਦੇ ਲਈ ਤੁਹਾਡੀ ਰਾਈਟਿੰਗ ਸਕਿੱਲ ਚਾਹੀਦੀ ਹੈ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਭਾਸ਼ਾ ਤਾਂ ਸਟਰੋਂਗ ਹੋਵੇ ਹੀ ਤੁਹਾਡੀ, ਤੁਹਾਨੂੰ ਲਿਖਣ ਦਾ ਅਭਿਆਸ ਵੀ ਹੋਵੇ ਕਿ ਤੁਸੀਂ ਲਿਖਣਾ ਕਿਵੇਂ ਹੈ। ਕਿਉਂਕਿ ਪ੍ਰੈਸ਼ਰ ਇੰਨਾ ਹੁੰਦਾ ਹੈ ਡੈਡਲਾਈਨਸ ਦਾ ਕਿ ਤੁਸੀਂ ਜਦੋਂ ਲਿਖਣਾ ਹੁੰਦਾ ਤਾਂ ਹੁੰਦਾ ਵੀ 7 ਵਜੇ ਸਟੋਰੀ ਫਾਈਲ ਹੋਣੀ ਚਾਹੀਦੀ ਆ। ਜੇਕਰ 7 ਵਜੇ ਤੱਕ ਸਟੋਰੀ ਫਾਈਲ ਨਹੀਂ ਹੋਈ ਤਾਂ ਤੁਹਾਡੀ ਸਟੋਰੀ ਨਹੀਂ ਲੱਗਣੀ, ਕਿਉਂਕਿ ਅੱਗੇ ਡੈਸਕ ਦੇ ਉੱਤੇ ਵੀ ਪ੍ਰੈਸ਼ਰ ਹੈ, ਪ੍ਰਿੰਟਿੰਗ ਦਾ ਪ੍ਰੈਸ਼ਰ ਹੈ, ਫਿਰ ਡਿਸਟਰੀਬਿਊਟਰ ਦਾ ਪ੍ਰੈਸ਼ਰ ਹੈ, ਅੱਗੇ ਰੀਡਰ ਦਾ ਇੰਨਾ ਪ੍ਰੈਸ਼ਰ ਹੈ ਕਿ ਅਗਰ ਕਿਸੇ ਤੁਹਾਨੂੰ ਤੁਸੀਂ ਸਾਰੇ ਵੇਖਦੇ ਹੋਵੋਗੇ ਕਿ ਅਗਰ ਤੁਹਾਡੇ ਘਰੇ ਇੱਕ ਫਿਕਸ ਟਾਈਮ ਦੇ ਉੱਤੇ ਅਖਬਾਰ ਆ ਰਹੀ ਹੈ ਤੇ ਇੱਕ ਦਿਨ ਅਗਰ 5 ਮਿੰਟ ਵੀ ਲੇਟ ਹੋ ਗਈ ਹੈ ਤੇ ਬੀਪੀ ਹਾਈ ਹੋਣਾ ਸ਼ੁਰੂ ਹੋ ਜਾਂਦਾ ਵੀ ਅੱਜ ਅਖਬਾਰ ਕਿਉਂ ਨਹੀਂ ਆਈ, ਕਿਉਂਕਿ ਤੁਸੀਂ ਸਾਰਾ ਸ਼ਡਿਊਲ ਬਣਾਇਆ ਹੁੰਦਾ ਵੀ ਅਸੀਂ ਪੜ੍ਹਨੀ ਹੈ, ਪੜ੍ਹ ਕੇ ਅਸੀਂ ਜਾਣਾ ਹੈ, ਅੱਗੇ ਫਿਰਨਾ। ਸੋ ਇਸ ਕਰਕੇ ਉਹਦਾ ਪ੍ਰੈਸ਼ਰ ਇਸ ਤਰ੍ਹਾਂ ਦਾ। ਉਹਦੇ ਲਈ ਉਹਦੇ ਵਿੱਚ ਜਾਣ ਲਈ ਬੜਾ ਨਿਊਜ਼ਪੇਪਰ 'ਚ ਜਾਣ ਲਈ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਅਕਸਰ ਉਹਨਾਂ ਦੀਆਂ ਐਡ ਤਾਂ ਆਉਂਦੀਆਂ ਰਹਿੰਦੀਆਂ ਨੇ, ਪਰ ਅੱਜ ਤੁਹਾਨੂੰ ਅਖਬਾਰਾਂ ਪੜ੍ਹਨ ਦੀ ਲੋੜ ਨਹੀਂ ਹੈਗੀ। ਸਾਰਾ ਕੁਝ ਸਾਰਿਆਂ ਦੇ ਐਡੀਸ਼ਨ ਜਿਹੜੇ ਆ ਡਿਜੀਟਲ ਅਵੇਲੇਬਲ ਨੇ, ਆਨਲਾਈਨ ਸਾਰੀਆਂ ਅਖਬਾਰਾਂ ਦੇ ਡਿਜੀਟਲੀ ਉਹਨਾਂ ਦੇ ਵਰਜ਼ਨਸ ਅਵੇਲੇਬਲ ਨੇ। ਤੁਸੀਂ ਉਹਨਾਂ ਦੀਆਂ ਸਾਈਟਸ ਤੇ ਜਾ ਕੇ, ਜਿਵੇਂ ਟ੍ਰਿਬਿਊਨ ਹੈ, ਐਕਸਪ੍ਰੈਸ ਹੈ, ਇੰਡੀਅਨ ਹੈ, ਹਿੰਦੁਸਤਾਨ ਟਾਈਮਜ਼ ਹੈ, ਟਾਈਮਜ਼ ਆਫ ਇੰਡੀਆ, ਸਾਰੀਆਂ ਦੇ ਉੱਥੇ ਤੁਸੀਂ ਜੁੜੇ ਰਹੋ, ਤੁਹਾਨੂੰ ਪਤਾ ਲੱਗਦਾ ਰਹੂਗਾ। ਲੇਕਿਨ ਉਹਨਾਂ ਨੇ ਜਦੋਂ ਵੀ ਤੁਹਾਨੂੰ ਲੈਣਾ ਹੈ ਤਾਂ ਤੁਹਾਡੇ ਨਾਲ ਜ਼ਰੂਰੀ ਹੈ ਕਿ ਉਹਨਾਂ ਨੇ ਪ੍ਰੋਫੈਸ਼ਨਲ ਕੋਰਸਿਸ ਮੰਗਣੇ ਆ। ਹੁਣ ਜ਼ਮਾਨਾ ਸਪੈਸ਼ਲਾਈਜੇਸ਼ਨ ਦਾ ਹੋ ਗਿਆ। ਜੇਕਰ ਕੋਈ ਅੱਜ ਪੱਤਰਕਾਰੀ ਦੇ ਵਿੱਚ ਜਿੰਨੇ ਵੀ ਬੱਚੇ ਜਾ ਰਹੇ ਨੇ ਨਾ, ਉਹਨਾਂ ਦਾ ਪਿਛੋਕੜ ਕੋਈ ਨਾ ਕੋਈ ਜਰਨਲਿਜ਼ਮ ਦੇ ਨਾਲ ਹੁੰਦਾ, ਜਾਂ ਉਹਨਾਂ ਡਿਪਲੋਮਾ ਕੀਤਾ ਹੁੰਦਾ, ਜਾਂ ਉਹਨਾਂ ਕੋਲੇ ਐਕਸਪੀਰੀਅੰਸ ਹੁੰਦਾ, ਜਾਂ ਉਹਨਾਂ ਨੇ ਡਿਗਰੀ ਕੀਤੀ ਹੁੰਦੀ ਹੈ। ਸਿੰਪਲ ਗ੍ਰੈਜੂਏਸ਼ਨ ਕਰਕੇ ਜਰਨਲਿਜ਼ਮ ਦੇ ਵਿੱਚ ਜਾਣਾ ਬੜਾ ਔਖਾ ਹੈ, ਕਿਉਂਕਿ ਤੁਹਾਡੇ ਪੈਰਲਲ ਕੰਪੀਟੀਸ਼ਨ ਦੇ ਵਿੱਚ ਉੱਥੇ ਮਾਸਟਰ ਡਿਗਰੀ ਵਾਲਾ ਜਰਨਲਿਜ਼ਮ ਵਾਲਾ ਖੜਾ ਹੋਏਗਾ। ਅੱਜ ਬਹੁਤ ਸਾਰੀਆਂ ਯੂਨੀਵਰਸਿਟੀਜ਼, ਕਾਲਜਿਸ ਥਰੂ ਸੀਸੀ ਕੇਸ ਜਿਹੜੇ ਆ ਕੋਰਸਿਸ ਕਰਾਏ ਜਾ ਰਹੇ ਆ। ਸੋ ਕੁਦਰਤੀ ਅਖਬਾਰ ਕੋਲੇ ਇੱਕ ਟ੍ਰੇਨਡ ਜਰਨਲਿਸਟ ਆਏਗਾ ਜਿਹੜਾ ਡਿਗਰੀ ਕਰਕੇ ਆਇਆ, ਉਹ ਲੈਣਗੇ ਜ਼ਿਆਦਾ ਬਜਾਏ ਇਸ ਦੇ ਕਿ ਸਿੰਪਲ ਗ੍ਰੈਜੂਏਸ਼ਨ ਵਾਲੇ ਨੂੰ ਲੈਣਾ। ਦੂਸਰੀ ਗੱਲ, ਜਿਵੇਂ ਰੇਡੀਓ ਵਗੈਰਾ 'ਚ ਜਾਣਾ
ਤਾਂ ਉੱਥੇ ਨਹੀਂ ਲੋੜ ਹੁੰਦੀ ਜ਼ਿਆਦਾ। ਜੇ ਤੁਸੀਂ ਪ੍ਰੈਜੈਂਟੇਸ਼ਨ ਵਾਲੇ ਪਾਸੇ ਜਾਣਾ ਹੈ ਤਾਂ ਅਨਾਉਂਸਰ ਬਣਨ ਲਈ ਅਨਾਉਂਸਰ ਦੀ ਵੈਸੇ ਹੁਣ ਪੋਸਟਾਂ ਖਤਮ ਹੋ ਗਈਆਂ ਆਲ ਇੰਡੀਆ ਰੇਡੀਓ 'ਚੋਂ, ਪ੍ਰੈਜੈਂਟਰਸ ਰਹਿ ਗਏ ਨੇ, ਉਹ ਪ੍ਰਾਈਵੇਟ ਰੇਡੀਓ ਲੈ ਰਿਹਾ ਉਹਦੇ ਵਿੱਚ। ਉਹਦੇ ਲਈ ਤੁਹਾਡੀ ਆਵਾਜ਼ ਬੜੀ ਖੂਬਸੂਰਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਤਲਬ ਮੁਹੰਮਦ ਰਫੀ ਆ ਕੇ ਗਾਉਂਦੇ ਹੋ। ਰੇਡੀਓ ਲਈ ਆਵਾਜ਼ ਦੇ ਜੋ ਪੈਰਾਮੀਟਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਤੁਹਾਡੀ ਆਵਾਜ਼ ਜੇਕਰ ਮੇਲ ਹੋ ਤੇ ਤੁਹਾਡੀ ਆਵਾਜ਼ ਬਰੀਕ ਨਹੀਂ ਹੋਣੀ ਚਾਹੀਦੀ, ਜੇ ਫੀਮੇਲ ਹੋ ਤੇ ਮੋਟੀ ਨਹੀਂ ਹੋਣੀ ਚਾਹੀਦੀ। ਮਤਲਬ ਬੰਦੇ ਨੂੰ ਬੋਲਦੇ ਆ ਆਇਡੈਂਟੀਫਾਈ, ਕਿਉਂਕਿ ਮੀਡੀਅਮ ਜਿਹੜਾ ਰੇਡੀਓ ਹੈ ਉਹ ਸਿਰਫ ਵਾਇਸ ਦਾ, ਵਾਇਸ ਨਾਲ ਵਿਜ਼ੂਅਲਾਈਜ਼ ਕਰਾਉਣਾ ਹੈ। ਸੋ ਜਿੰਨਾ ਤੁਹਾਡੀ ਆਵਾਜ਼ ਦੇ ਵਿੱਚ ਬੇਸ ਹੋਏਗਾ ਉਹ ਤੁਸੀਂ ਜ਼ਿਆਦਾ ਰੇਡੀਓ ਵਿੱਚ ਜਾ ਸਕਦੇ ਹੋ। ਨੰਬਰ 2, ਤੁਹਾਡੀ ਭਾਸ਼ਾ ਰੇਡੀਓ ਲਈ ਸ਼ੁੱਧ ਉਚਾਰਨ ਜਿਹੜਾ ਉਹ ਬਹੁਤ ਜ਼ਰੂਰੀ ਹੈ। ਜਿਵੇਂ ਸ਼ਬਦ ਹੈ ਜ਼ਰੂਰੀ, ਬਹੁਤੇ ਲੋਕੀ ਇਹਨੂੰ ਜ਼ਰੂਰੀ ਬੋਲਦੇ ਆ। ਸ਼ਬਦ ਹੈ ਗਮ, ਲੋਕੀ ਗਮ ਬੋਲਦੇ ਆ। ਸ਼ਬਦ ਹੈ ਗਲਤ, ਲੋਕ ਗਲਤ ਬੋਲਦੇ ਆ। ਇਸ ਤਰ੍ਹਾਂ ਹੋਰ ਬੜੇ ਸਾਰੇ ਸ਼ਬਦ ਹੈ ਪੰਜਾਬੀ ਦੇ ਵਿੱਚ। ਮੈਂ 2-4 ਸ਼ਬਦ ਤੁਹਾਨੂੰ ਦੱਸਦਾ। ਜਿਵੇਂ ਇੱਕ ਸ਼ਬਦ ਹੈ ਬੋਲੀ, ਬੱਬੇ ਨੂੰ ਹੋੜਾ ਲੱਲੇ ਨੂੰ ਬਿਆਰੀ। ਇੱਕ ਸ਼ਬਦ ਹੈ ਬੋਲੀ, ਇਹ ਆਇਡੈਂਟੀਫਾਈ ਕਿਵੇਂ ਕਰੋਗੇ ਜੇ ਲਿਖੇ ਹੋਣ? ਤਾਂ ਹੁਣ ਤੁਹਾਨੂੰ ਪਤਾ ਹੋਣਾ ਕਿ ਲੱਲੇ ਪੈਰ ਬਿੰਦੀ ਵੀ ਆਉਣ ਲੱਗ ਪਈ ਹੈ। ਸੋ ਲੱਲੇ ਪੈਰ ਬਿੰਦੀ ਪਈ ਹੈ ਤਾਂ ਉਹਨੂੰ ਤੁਸੀਂ ਬੋਲ ਹੀ ਬੋਲਣਾ। ਪੰਜਾਬੀ ਦੇ ਵਿੱਚ ਦੋਨਾਂ ਦੇ ਅਰਥ ਵੱਖਰੇ ਵੱਖਰੇ ਆ। ਉਸ ਉਚਾਰਨ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਬਦ ਬੋਲਿਆ ਬੋਲੀ, ਇਹਦਾ ਮਤਲਬ ਹੈ ਲੈਂਗੁਏਜ। ਲਿਖਿਆ ਹੋਇਆ ਲੱਲੇ ਦੇ ਪੈਰ ਬਿੰਦੀ ਨਹੀਂ ਹੈਗੀ, ਮਤਲਬ ਇਹ ਬੋਲੀ ਦੀ ਗੱਲ, ਲੈਂਗੁਏਜ ਦੀ ਗੱਲ ਕਰ ਰਿਹਾ। ਲੱਲੇ ਪੈਰ ਬਿੰਦੀ ਹੈ, ਬੋਲੀ ਹੈ ਤਾਂ ਕੰਨਾਂ ਤੋਂ ਬੋਲੀ ਹੈ। ਇਸੇ ਤਰ੍ਹਾਂ ਸ਼ਬਦ ਇਹਦੇ ਨਾਲ ਆਇਡੈਂਟੀਫਾਈ ਕਰਦਾ ਸ਼ਬਦ ਬੌਲੀ, ਬੌਲੀ, ਇਹ ਮਿਲਦੇ ਜੁਲਦੇ ਸ਼ਬਦ ਹੈ। ਬਹੁਤ ਸਾਰੇ ਲੋਕ ਇਹਨੂੰ ਇੰਝ ਹੀ ਪੜ੍ਹ ਜਾਂਦੇ ਆ। ਇਸੇ ਤਰ੍ਹਾਂ ਦਾ ਸ਼ਬਦ ਹੈ ਕਣ ਤੇ ਕੰਨ। ਲੋਕੀ ਨੰਨੇ ਤੇ ਨਾਣੇ ਵਿੱਚ ਡਿਫਰੈਂਸ਼ੀਏਟ ਨਹੀਂ ਕਰਦੇ। ਕਲਮ, ਕਾਣੀ ਤੇ ਕਾਨੀ। ਉਹ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਸੀ ਜਿਹੜੇ ਰੇਡੀਓ ਤੇ, ਅਸੀਂ ਉਹਨਾਂ ਨੂੰ ਸਮਝਾ ਕੇ ਕਾਨੀ ਤੇ ਕੰਨ ਅਸੀਂ ਲਿਖਦੇ ਸੀ। ਪਹਿਲਾਂ ਲਿਖਣਾ ਕਾਨੀ, ਅੱਗੇ ਨਾਣਾ ਪਾ ਦੇਣਾ, ਉਹਨਾਂ ਨੇ ਦੋਨਾਂ ਨੂੰ ਕਾਨੀ ਪੜ੍ਹੀ ਜਾਣਾ, ਫਿਰ ਦੱਸਣਾ ਫਰਕ ਕੀ ਹੈ, ਕਹਿੰਦੇ ਕੋਈ ਫਰਕ ਨਹੀਂ ਜੀ, ਇੱਕੋ ਹੀ ਚੀਜ਼ ਹੈ। ਸੋ ਭਾਸ਼ਾ ਦੇ ਉੱਤੇ ਤੁਹਾਡੀ ਬਹੁਤ ਸਟਰੋਂਗ, ਜੇਕਰ ਤੁਸੀਂ ਰੇਡੀਓ ਜਾਂ ਟੀਵੀ ਦੇ ਵਿੱਚ ਜਾਣਾ, ਚਾਹੇ ਸੋਸ਼ਲ ਮੀਡੀਆ ਤੇ ਵੀ ਜਾਣਾ ਹੈ। ਸੋਸ਼ਲ ਮੀਡੀਆ ਵੀ ਆਉਣ ਵਾਲੇ ਦਿਨਾਂ ਵਿੱਚ ਇੱਕ ਬਹੁਤ ਵਧੀਆ ਮੀਡੀਆ ਬਣ ਜਾਏਗਾ ਹੌਲੀ ਹੌਲੀ, ਜਦੋਂ ਇਹ ਤੇ ਸੈਲਫ ਕੰਟਰੋਲ ਲੱਗਣ ਲੱਗ ਪਏ। ਇਹ ਨਹੀਂ ਕਿ ਜਿਹੜਾ ਮਰਜ਼ੀ ਚੁੱਕ ਕੇ ਵੀਡੀਓ ਪਾ ਦੇਗਾ। ਸੋ ਇਹ ਹੈ, ਟੀਵੀ ਦੇ ਲਈ ਜਾਣ ਲਈ ਬੜਾ ਜ਼ਰੂਰੀ ਹੈ। ਗੋਰੇ ਹੋਣਾ ਜ਼ਰੂਰੀ ਨਹੀਂ ਹੈਗਾ ਟੀਵੀ ਲਈ। ਕਈ ਲੋਕੀ ਸਮਝਦੇ ਆ ਜੀ ਮੈਂ ਤਾਂ ਕਾਲਾ ਹਾਂ ਜਾਂ ਮੇਰੀ ਤਾਂ ਰੰਗ ਇੰਝ ਹੈ ਜੀ, ਨਾ। ਉੱਥੇ ਤੁਹਾਡਾ ਫੋਟੋਜੈਨਿਕ ਫੇਸ ਹੈ ਜਿਹੜਾ, ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਉਹ ਹੈ ਕਿ ਤੁਸੀਂ ਤਿਆਰ ਚੰਗੇ ਢੰਗ ਨਾਲ ਹੁੰਦੇ ਹੋ, ਪੱਗ ਬੰਨ੍ਹਦੇ ਹੋ ਤੇ ਤੁਹਾਡੀ ਪੱਗ ਅੱਛੀ ਹੋਣੀ ਚਾਹੀਦੀ ਹੈ, ਠੀਕ ਹੈ। ਕੁਝ ਫੇਸਿਸ ਨੇ ਜਿਹੜੇ ਟੀਵੀ ਦੇ ਉੱਤੇ ਨਹੀਂ ਜਾ ਸਕਦੇ। ਕੁਝ ਫਲੈਟ ਫੇਸ ਹੁੰਦੇ ਨੇ, ਕੁਝ ਬਹੁਤ ਜ਼ਿਆਦਾ ਲੰਬੇ ਹੁੰਦੇ ਨੇ, ਲੇਕਿਨ ਉਹ ਫੇਸ ਦੇ ਕੰਟੂਰਸ ਨੇ ਜਿਹੜੇ ਉਹ ਦੱਸਦੇ ਆ, ਕੈਮਰੇ ਤੋਂ ਪਤਾ ਲੱਗ ਜਾਂਦਾ ਕਿ ਇਹ ਫੋਟੋਜੈਨਿਕ ਫੇਸ ਹੈਗਾ। ਸੋ ਆਲਮੋਸਟ ਮੈਕਸਿਮਮ ਲੋਕ ਜਾ ਸਕਦੇ ਹੁੰਦੇ ਆ। ਸਾਡਾ ਇਹ ਮੰਨਣਾ ਹੈ ਕਿ ਬਹੁਤ ਸਾਰੇ ਲੋਕ ਨੇ ਉਹ ਰੇਡੀਓ ਤੇ ਵੀ ਜਾ ਸਕਦੇ, ਟੀਵੀ ਤੇ ਜਾ ਸਕਦੇ, ਲੇਕਿਨ ਜਾਣ ਤੋਂ ਬਾਅਦ ਫਿਰ ਉਹ ਇੰਪਰੂਵਮੈਂਟ ਕਰ ਜਾਂਦੇ ਆ। ਸੋ ਇਹਨਾਂ ਦੇ ਲਈ ਤੁਸੀਂ ਜਿਵੇਂ ਪ੍ਰਸਾਰ ਭਾਰਤੀ ਹੈ ਤਾਂ ਪ੍ਰਸਾਰ ਭਾਰਤੀ ਦੀ ਸਾਈਟ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ। ਪ੍ਰਸਾਰ ਭਾਰਤੀ ਦੀ ਐਡ ਤੇ ਤੁਹਾਨੂੰ ਉਹਦੀ ਸਾਈਟ ਤੇ ਜਾਓ, ਉੱਥੇ ਜੋ ਵੈਕੈਂਸੀਜ਼ ਨੇ ਉਹ ਤੁਹਾਨੂੰ ਉੱਥੇ ਮਿਲਦੀਆਂ ਨੇ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉੱਥੇ ਪ੍ਰੋਡਕਸ਼ਨ 'ਚ ਵੈਕੈਂਸੀਜ਼ ਨੇ, ਨਿਊਜ਼ ਵਿੱਚ ਨੇ, ਪ੍ਰੈਜੈਂਟੇਸ਼ਨ ਵਿੱਚ ਨੇ, ਸਕ੍ਰਿਪਟ ਰਾਈਟਿੰਗ ਦੇ ਵਿੱਚ ਨੇ, ਫੀਲਡ ਦੀਆਂ ਨੇ, ਰਿਪੋਰਟਰਸ ਦੀਆਂ ਨੇ। ਸੋ ਉੱਥੇ ਪਤਾ ਲੱਗ ਜਾਂਦੀਆਂ ਨੇ। ਸੋ ਇਹ ਕੋਈ ਬਹੁਤਾ ਔਖਾ ਨਹੀਂ ਹੈਗਾ। ਜਦੋਂ ਤੁਸੀਂ ਇੱਕ ਵਾਰੀ ਜੁੜ ਜਾਂਦੇ ਹੋ ਕਿਸੇ ਮੀਡੀਆ ਨਾਲ, ਫਿਰ ਤੁਹਾਨੂੰ ਉਹਦੇ ਅੱਗੇ ਨਾ ਅੱਗੇ ਦੇ ਅੱਗੇ ਪਤਾ ਲੱਗਦਾ ਰਹਿੰਦਾ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਲੈਕਚਰ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਤਾਂ ਸੀਗਾ, ਬਟ ਇਹਦੇ ਨਾਲ ਨਾਲ ਮੈਂ ਜਿਹੜੀ ਪਹਿਲਾਂ ਗੱਲ ਕਰ ਰਹੀ ਸੀ ਕਿ ਬਹੁਤ ਸਾਰੇ ਨਵੇਂ ਸਵਾਲ ਰੇਜ਼ ਕੀਤੇ ਨੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਦਿਨਾਂ ਦੇ ਵਿੱਚ ਇੱਕ ਵਾਰ ਦੁਬਾਰਾ ਤੁਹਾਡਾ ਲੈਕਚਰ ਰਿਪੀਟ ਕਰ ਸਕੀਏ। ਹੁਣ ਮੈਂ ਹਿੰਦੀ ਡਿਪਾਰਟਮੈਂਟ ਦੇ ਡਾਕਟਰ ਰੁਪਿੰਦਰ ਸ਼ਰਮਾ ਜੀ ਨੂੰ ਬੇਨਤੀ ਕਰਾਂਗੀ ਤੋ ਧੰਨਵਾਦ ਦਾ ਮਤਾ ਪੇਸ਼ ਕਰਨ ਲਈ ਸਾਡੇ ਨਾਲ ਜੁੜਨ। ਅੱਜ ਦੇ ਮੁੱਖ ਵਕਤਾ ਸ੍ਰੀ ਅਮਰਜੀਤ ਸਿੰਘ ਵੜੈਚ ਜੀ, ਪ੍ਰਿੰਸੀਪਲ ਸਾਹਿਬ ਡਾਕਟਰ ਰੁਪਿੰਦਰ, ਡਾਕਟਰ ਕੁਲਦੀਪ, ਪਿਆਰੇ ਵਿਦਿਆਰਥੀਓ, ਅੱਜ ਇਸ ਸੈਮੀਨਾਰ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਮੈਨੂੰ ਬਹੁਤ ਹੀ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ।
ਡਾਕਟਰ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਅੱਜ ਰੇਡੀਓ ਦੀ ਜਨਸੰਚਾਰ ਮਾਧਿਅਮ ਦੇ ਤੌਰ ਤੇ ਭੂਮਿਕਾ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਾਡੇ ਨਾਲ ਬਹੁਤ ਹੀ ਗਿਆਨਵਰਧਕ ਗੱਲਾਂ ਕੀਤੀਆਂ। ਉਹਨਾਂ ਨੇ ਰੇਡੀਓ ਦੇ ਇਤਿਹਾਸ ਤੇ ਅੱਜ ਦੇ ਜੀਵਨ ਵਿੱਚ ਉਸ ਦੇ ਮਹੱਤਵ ਨੂੰ ਬਹੁਤ ਹੀ ਸੂਖਮ ਢੰਗ ਨਾਲ ਉਜਾਗਰ ਕਰਦਿਆਂ ਦੱਸਿਆ ਕਿ ਇਹਨਾਂ ਜਨਸੰਚਾਰ ਮਾਧਿਅਮ ਵਿੱਚ ਸਭ ਤੋਂ ਜ਼ਿਆਦਾ ਜੋ ਜ਼ਰੂਰਤ ਹੁੰਦੀ ਹੈ ਉਹ ਭਾਸ਼ਾ, ਉਸ ਦੀ ਪ੍ਰਸਤੁਤੀ ਅਤੇ ਸਾਡੇ ਵਿਚਾਰਾਂ ਦੇ ਲੋਕਾਂ ਤੱਕ ਸੰਚਾਰ ਦੀ ਬਹੁਤ ਜ਼ਿਆਦਾ ਮਹੱਤਵ ਹੁੰਦੀ ਹੈ। ਉਹਨਾਂ ਨੇ ਸਾਨੂੰ ਬਹੁਤ ਹੀ ਗਿਆਨਵਰਧਕ ਤੇ ਲਾਭਦਾਇਕ ਗੱਲਾਂ ਨਾਲ ਸਾਨੂੰ ਸਾਡੇ ਗਿਆਨ ਵਿੱਚ ਵਾਧਾ ਕੀਤਾ ਤੇ ਮੈਨੂੰ ਆਸ ਹੈ ਕਿ ਸਾਡੇ ਵਿਦਿਆਰਥੀ ਵੀ ਉਹਨਾਂ ਦੇ ਇਸ ਸੈਮੀਨਾਰ, ਉਹਨਾਂ ਦੇ ਇਸ ਭਾਸ਼ਣ ਤੋਂ ਕਾਫੀ ਲਾਭਾਨਵਿਤ ਹੋਏ ਹੋਣਗੇ। ਤੇ ਨਾਲ ਹੀ ਮੈਂ ਪ੍ਰਿੰਸੀਪਲ ਡਾਕਟਰ ਖੁਸ਼ਵਿੰਦਰ ਸਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੀ ਯੋਗ ਅਗਵਾਈ ਵਿੱਚ ਅਸੀਂ ਕੋਵਿਡ ਦੇ ਅਣਸੁਖਾਵੇ ਮਾਹੌਲ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਨ ਵਿੱਚ ਬਹੁਤ ਹੀ ਉਹਨਾਂ ਤੋਂ ਉਤਸ਼ਾਹ ਅਤੇ ਪ੍ਰੇਰਣਾ ਗ੍ਰਹਿਣ ਕਰਦੇ ਹਾਂ। ਤੇ ਇਹ ਉਹਨਾਂ ਦੀ ਪ੍ਰੇਰਣਾ ਦਾ ਹੀ ਸਦਕਾ ਹੈ ਕਿ ਅਸੀਂ ਇਸ ਅਣਸੁਖਾਵੇ ਮਾਹੌਲ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਜੋ ਹੈ ਆਯੋਜਿਤ ਕਰ ਪਾਉਂਦੇ ਹਾਂ। ਇਸ ਦੇ ਨਾਲ ਮੈਂ ਡਾਕਟਰ ਕੁਲਦੀਪ ਕੌਰ ਜੋ ਕਿ ਜਰਨਲਿਜ਼ਮ ਵਿਭਾਗ ਦੇ ਮੁਖੀ ਹਨ, ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਬਹੁਤ ਹੀ ਮਤਲਬ ਵਿਦਵਾਨ ਵਕਤਾ ਨੂੰ ਸਾਡੇ ਤੇ ਸਾਡੇ ਸਟਾਫ, ਸਾਡੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ। ਤੇ ਇਸ ਦੇ ਨਾਲ ਮੈਂ ਸਾਡੇ ਨਾਲ ਜੁੜੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਹਾਂ। ਤੇ ਅੰਤ ਵਿੱਚ ਮੈਂ ਸਭ ਦਾ ਧੰਨਵਾਦ ਕਰਦਾ ਹੋਇਆ ਜੋ ਸਾਡੇ ਨਾਲ ਜੁੜੇ ਹਨ ਇਸ ਸੈਮੀਨਾਰ ਵਿੱਚ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਧੰਨਵਾਦ। ਵੜੈਚ ਸਾਹਿਬ, ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸੀਪਲ ਸਾਹਿਬ, ਬਹੁਤ ਅੱਛਾ ਲੱਗਿਆ। ਮੇਰਾ ਤੁਸੀਂ 10 ਕਿਲੋ ਖੂਨ ਵਧਾ ਦਿੱਤਾ ਅੱਜ। ਸੋ ਨਾਈਸ। ਸਰ, ਇਸ ਦੇ ਨਾਲ ਹੀ ਮੈਂ ਡਾਕਟਰ ਰੋਹਿਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦੀ ਟੈਕਨੀਕਲ ਸਪੋਰਟ ਤੋਂ ਬਿਨਾਂ ਸ਼ਾਇਦ ਇਹ ਪ੍ਰੋਗਰਾਮ ਨਾ ਸਾਰਾ ਦਾਰੋਮਦਾਰ ਸਾਡੇ ਅੱਜ ਕੱਲ੍ਹ ਟੈਕਨੀਕਲ ਆਰਗੇਨਾਈਜ਼ਰ ਤੇ ਹੁੰਦਾ ਹੈਗਾ। ਡਾਕਟਰ ਰੋਹਿਤ, thank you very much because he is the backbone for arranging all such arrangements for last about 6 months. ਹਾਂਜੀ, ਰੁਪਿੰਦਰ ਸਰ ਹਿੰਦੀ ਡਿਪਾਰਟਮੈਂਟ ਤੋਂ ਸਾਡੇ ਨਾਲ ਜੁੜੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰ ਨੇ। ਸਰ ਇੱਕ ਰਿਕੁਐਸਟ ਸੀ ਸਾਰੇ ਬੱਚਿਆਂ ਨੂੰ, ਜੇ ਆਪਾਂ ਕਹਿ ਦਈਏ ਇੱਕ ਫੋਟੋਗ੍ਰਾਫ ਵੜੈਚ ਸਰ ਨਾਲ ਕਰਾ ਲਿੱਤੀ ਜਾਵੇ ਗਰੁੱਪ। ਹਾਂਜੀ, so students and teachers are I'm requesting all of you to please switch on your video for the group photograph. ਵਾਹ, ਇਹ ਵੀ ਜ਼ਮਾਨਾ ਵੇਖਣਾ ਸੀ ਆਪਾਂ ਕਿ ਗਰੁੱਪ ਫੋਟੋ ਹੋ ਰਹੀ ਹੈ ਬਿਨਾਂ ਇਕੱਠਿਆ ਹੋਇਆ ਤੋਂ। ਰਸੀਦੀ ਟਿਕਟ ਉਹਦਾ ਸੀ ਨਾ, ਹੁਣ ਉਹ ਰਸੀਦੀ ਟਿਕਟਾਂ ਵਾਲੀਆਂ ਸਟੈਂਪਸ ਦੇ ਵਿੱਚ ਆ ਜਾਂਦੀਆਂ। ਖੈਰ, ਇਹ ਵੀ ਟੈਕਨੋਲੋਜੀ ਦਾ ਵੇਖ, ਇਹ ਵੀ ਬਹੁਤ ਐਡਵਾਂਟੇਜ ਹੈ ਜੀ ਕਿ ਇੰਨਾ ਕੁਝ ਬੰਦ ਹੋ ਗਿਆ, ਅਸੀਂ ਫਿਰ ਵੀ ਇਕੱਠੇ ਹੋ ਰਹੇ ਹਾਂ। ਬਹੁਤ ਵਧੀਆ ਗੱਲ ਹੈ। ਬਿਲਕੁਲ, the show must go on। ਜਿਹੜੀ ਗੱਲ ਸੀ, ਤਾਂ ਜ਼ਿੰਦਗੀ ਤਾਂ ਚੱਲਦੀ ਰਹਿਣੀ ਚਾਹੀਦੀ ਹੈ ਤੇ ਚੱਲਦੀ ਰਹਿਣੀ ਹੁੰਦੀ ਹੈ। ਹਾਂ, ਦੁਨੀਆ ਨੂੰ ਜੋੜ ਕੇ ਰੱਖਿਆ ਜੀ ਇਸ ਟੈਕਨੋਲੋਜੀ ਨੇ। ਇਹ ਬਹੁਤ ਵਧੀਆ ਹੈਗਾ, ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ, ਜਿਹੜੇ ਬਿਲਕੁਲ ਲੋਨਲੀ ਲੋਕ ਨੇ, ਘਰਾਂ 'ਚ ਰਹਿ ਰਹੇ ਨੇ, ਉਹ ਘੱਟੋ ਘੱਟ ਮੀਡੀਆ ਦੇ ਨਾਲ, ਲੋਕਾਂ ਦੁਨੀਆ ਨਾਲ ਜੁੜੇ ਹੋਏ ਆ। ਨਹੀਂ ਤਾਂ ਬਹੁਤ ਸਾਰੇ ਲੋਕ ਅਗਰ ਜੇ ਟੀਵੀ on your cameras once for group snap। ਰੋਹਿਤ, ਹੋ ਰਹੇ ਹੈ? ਹਾਂਜੀ ਸਰ, ਹੋ ਰਹੇ ਜੀ, ਕਾਫੀ ਕਰ ਲਿੱਤੀਆਂ, ਜਿਵੇਂ ਜਿਵੇਂ ਜੁੜ ਰਹੇ ਆ ਉਹਨਾਂ ਦੀ ਵੀ ਨਾਲ ਕਰ ਰਹੇ ਆ। ਇੱਕ ਅੱਧਾ ਮਿੰਟ ਮੈਕਸਿਮਮ ਲੱਗੇਗਾ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਪਰਮਿਸ਼ਨ ਦੇ ਨਾਲ ਇਸ ਨੂੰ। ਸੌਰੀ ਵੜੈਚ ਸਾਹਿਬ, ਮੈਂ ਤੁਹਾਡੀ ਗੱਲ ਵਿੱਚੋਂ ਤਾਂ ਕੱਟਤੀ ਸੀ ਵੀ ਦੇਖਾਂ ਵਿੱਚੋਂ ਕਨੈਕਟ ਹੋ ਰਹੀ ਹੈ। ਮੈਂ ਕਹਿ ਰਿਹਾ ਸੀਗਾ, ਨਹੀਂ ਤੇ ਜੇਕਰ ਇਹ ਮੀਡੀਆ ਨਾ ਹੁੰਦਾ ਜੀ ਅੱਜ, ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਘਰੇ ਪਿਆ ਹੀ ਮਰ ਜਾਣਾ ਸੀਗਾ।
ਬਿਲਕੁਲ ਜੀ, ਬਿਲਕੁਲ। ਇੱਕ ਜਿਹੜੀ ਕਹਿ ਲਓ ਅਜੀਬ ਤਰ੍ਹਾਂ ਦੇ ਵਿਚਾਰ, ਨਾ ਉਮੀਦੀ, ਉਹ ਸ਼ਾਇਦ ਬਹੁਤ ਹਾਵੀ ਹੋ ਜਾਂਦੀ। ਤੇ ਉਹਦੇ ਵਿੱਚੋਂ ਉੱਭਰਨ ਦੇ ਵਿੱਚ ਇਹ ਕਹਿ ਲਓ ਜਿਹੜਾ ਨਵਾਂ ਮਾਧਿਅਮ ਹੈ, ਮੀਡੀਅਮ ਹੈ ਇਹਦਾ, ਸਾਡਾ ਜਨ ਸੰਚਾਰ ਦਾ, ਇਹਨੇ ਵੀ ਬਹੁਤ ਮਦਦ ਕੀਤੀ ਹੈ। ਪਹਿਲਾਂ ਜਦੋਂ ਟੀਵੀ ਸੀ ਨਾ ਜੀ, ਉਦੋਂ ਮੇਰੇ ਮਦਰ ਜਿੱਥੇ ਇਸੇ ਕਮਰੇ ਬੈਠ ਕੇ ਨਾ ਟੀਵੀ ਵੇਖਣਾ, ਤੇ ਜਦੋਂ ਦਰਬਾਰ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ, ਜਾਂ ਕੋਈ ਦੇਵੀ ਮਾਤਾ ਦੀ, ਜਾਂ ਕਿਸੇ ਗੁਰੂ ਪੀਰ ਉਹਦੀ ਫੋਟੋ ਹੋਣੀ ਨਾ, ਉਹ ਪੁਰਾਣੇ ਬਜ਼ੁਰਗ ਬੜੇ ਸ਼ਰਧਾਲੂ ਹੁੰਦੇ ਆ, ਉਹਨਾਂ ਨੇ ਨਾਲ ਦੇ ਨਾਲ ਹੀ ਮੱਥਾ ਟੇਕ ਦੇਣਾ ਇੰਜ। ਤੇ ਮੈਂ ਉਹਨਾਂ ਨੂੰ ਕਹਿਣਾ ਕਿ ਬੀਜੀ ਤੁਸੀਂ ਮਤਲਬ ਮੱਥਾ ਟੇਕ ਦਿਓ, ਤੇ ਟੀਵੀ ਤੇ ਕਹਿੰਦੇ ਦਰਸ਼ਨ ਤੇ ਹੋ ਰਹੇ ਨੇ ਨਾ ਉਹਨਾਂ ਦੇ, ਵੇਖੋ ਕਿੰਨੀ ਪਾਵਰ ਹੈ। ਤੇ ਮੈਂ ਕਿਹਾ ਵੀ ਜੀ ਹੌਲੀ ਹੌਲੀ ਨਾ ਜ਼ਮਾਨਾ, ਕਹਿੰਦੇ ਆ ਬਹੁਤ ਵਧੀਆ ਹੋ ਗਿਆ ਕਿ ਦਰਸ਼ਨ ਹੋ ਜਾਂਦੇ ਆ ਦਰਬਾਰ ਸਾਹਿਬ ਦੇ ਬੈਠਿਆਂ, ਗੁਰੂਆਂ ਦੇ, ਸਾਰਿਆਂ ਦੇ। ਮੈਂ ਵੀ ਜੀ ਇੱਕ ਦਿਨ ਟਾਈਮ ਇਹੋ ਜਿਹਾ ਵੀ ਹੋਣਾ ਵੀ ਤੁਸੀਂ ਹੱਥ ਕਰਿਆ ਕਰੋਗੇ, ਭਾਈ ਨੇ ਪ੍ਰਸ਼ਾਦ ਵੀ ਰੱਖ ਜਾ ਕਰਨਾ ਤੁਹਾਡੇ ਹੱਥ ਤੇ ਉਹ ਸਮਾਂ ਵੀ ਆਉਣ ਵਾਲਾ ਹੈ ਵੀ ਤੁਸੀਂ ਪ੍ਰਸ਼ਾਦ ਵੀ ਤੇ ਤੁਹਾਨੂੰ ਕੋਰੀਅਰ ਰਾਹੀਂ ਤੁਹਾਡੇ ਘਰੇ ਆਉਣਾ ਸ਼ੁਰੂ ਹੋ ਗਿਆ। ਪੰਜੀਰੀ ਆਣਾ ਪਈ ਸਰ, ਪੈਕੇਟਸ ਪੰਜੀਰੀ ਮਿਲ ਜਾਂਦੀ ਹੈ ਜੀ, ਜੇ ਤੁਸੀਂ ਡੋਨੇਟ ਕਰ। ਵਰਚੁਅਲ ਟੂਰ ਹੋਣ ਲੱਗ ਗਏ ਰਿਲੀਜੀਅਸ ਐਂਡ ਅਦਰ ਪਲੇਸਿਸ ਦੇ। ਠੀਕ ਹੈ ਸਰ, ਕੈਨ ਆਈ ਕਲੋਜ਼ ਦ ਮੀਟਿੰਗ ਸਰ ਨਾਓ? ਰਾਈਟ ਜੀ, ਰਾਈਟ। ਹਾਂਜੀ ਸਰ, ਥੈਂਕ ਯੂ ਆਲ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।